Sat Sri Akal dosto. Thank you so much for joining us again. As it is customary, I must tell about Babaji, Dr. Gurtan Singh Sidhu Sahab. Dr. Saab has been a professor at Punjabi University, Patiala. He has done a PhD on Walt Whitman and Professor Puran Singh. He is the close friend of one of the greatest poets, one of the greatest writers in the history, Professor Harinder Singh Mehboob. So far, we have done multiple episodes about the concept of Amrit. Today, we are continuing the saga, and Babaji would introduce you with the topic, the next part of Amrit that we are going to do today. So, dear friends, our program is dominantly based, focused on academic and literature and the application of both of them. However, as it is said that literature is the mirror, the reflection of society, so it is a must to talk about the contemporary society and the developments. So let's welcome Dr. Saab and warm into the session. Babaji, Sat Sri Akal, बहुत जी आया जी ਤੁਸੀਂ ਅੱਜ ਖੁਦ ਹੀ ਇੰਟਰੋਡਿਊਸ ਕਰਾਓਗੇ ਜੀ ਟੌਪਿਕ ਅੱਜ ਦਾ ਆਪਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਪੰਜਾਬ, ਹਿੰਦੁਸਤਾਨ ਅਤੇ ਵਿਸ਼ਵ ਦੀ ਵੱਖ-ਵੱਖ ਧਰਮਾਂ ਨਾਲ ਜੁੜੀ ਸੰਗਤ ਨੂੰ ਮੈਂ ਇੱਕ ਵਾਰੀ ਫੇਰ ਫਤਿਹ ਬੁਲਾਉਣਾ। ਉਹਨਾਂ ਦੇ ਆਪਣੇ ਆਪਣੇ ਇਸ਼ਟ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸਿਰਜਣਾ ਤੋਂ ਬਾਅਦ 10ਵੇਂ ਜਾਮੇ ਦੇ ਵਿੱਚ ਜੋ ਅੰਮ੍ਰਿਤ ਦੀ ਖਾਲਸੇ ਨੂੰ ਦਾਤ ਬਖਸ਼ੀ, ਜਿਹਦੇ ਵਿੱਚੋਂ ਖਾਲਸਾ ਸਾਜਿਆ ਤੇ ਫਿਰ ਉਹਨੂੰ ਦਾਤ ਬਖਸ਼ੀ, ਉਹ ਦਾਤ ਖਾਲਸੇ ਨੇ ਗੁਰੂ ਨੂੰ ਵੀ ਬਖਸ਼ੀ। ਅਸੀਂ ਇਹਦੇ ਉੱਤੇ ਇਹ ਕੁੱਲ 13 ਭਾਗ ਨੇ ਹਰਿੰਦਰ ਸਿੰਘ ਮਹਿਬੂਬ ਦੇ ਮਹਾਕਾਵ ਇਲਾਹੀ ਨਦਰ ਦੇ ਪਿੰਡੇ ਜਿਲਦ ਚੌਥੀ, ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਉੱਤੇ ਆ। ਅਸੀਂ ਬਹੁਤ ਵਾਰੀ ਦੱਸ ਚੁੱਕੇ ਹਾਂ ਕਿ ਉਹਨਾਂ ਦੇ 2 ਮਹਾਕਾਵ ਨੇ ਦੁਨੀਆ ਦੇ ਵਰਲਡ ਦੇ ਮਹਾਕਾਵ ਦੇ ਸੰਦਰਭ ਦੇ ਵਿੱਚ। ਉਦੋਂ ਪਹਿਲਾਂ ਹੋਮਰ ਦੇ ਨੇ 2 ਮਹਾਕਾਵ, ਜੋ ਗ੍ਰੀਕ ਦਾ ਸਭ ਤੋਂ ਪਹਿਲਾ ਵਰਲਡ ਦਾ ਰਾਈਟਰ ਆ। ਉਦੋਂ ਬਾਅਦ ਵਿੱਚ ਛੋਟੇ ਛੋਟੇ ਵੀ ਨੇ, ਜਿਵੇਂ ਵਰਜਲ ਦੀ ਆ, ਉਹਦਾ ਵੀ ਐਪਿਕ ਐਨੀਡ। ਪਰ ਉੱਥੇ ਇਟਲੀ ਦੇ ਵਿੱਚ ਜੋ ਦੁਨੀਆ ਦਾ ਸਭ ਤੋਂ ਵੱਡਾ ਮਹਾਕਾਵ ਮੰਨਿਆ ਜਾਂਦਾ ਅੱਜ ਤੱਕ, ਉਹ ਡਾਂਟੇ ਦਾ ਡਿਵਾਈਨ ਕਾਮੇਡੀ ਆ। ਉਹਦੇ ਮੁਕਾਬਲੇ ਦੇ ਵਿੱਚ ਹੀ 12ਵੀਂ 13ਵੀਂ ਸਦੀ ਦੇ ਵਿੱਚ ਹੀ ਮੌਲਾਨਾ ਰੂਮੀ ਜੀ ਹੋਏ ਨੇ। ਉਹਨਾਂ ਦਾ ਐਪਿਕ ਵੀ ਆਪਣੀ ਤਰ੍ਹਾਂ ਨਾਲ ਬਹੁਤ ਦੁਨੀਆ ਦੀ ਵੱਡੀ ਪ੍ਰਾਪਤੀ ਆ। ਉਹ ਡਿਵਾਈਨ ਕਾਮੇਡੀ ਹੈ ਜਿਹੜੀ, ਉਹਦੇ ਵਿੱਚ ਇੱਕ ਲੌਜਿਕ ਬਹੁਤ ਵੱਡਾ ਵਰਲਡ ਦਾ, ਜਿਵੇਂ ਹਰਿੰਦਰ ਮਹਿਬੂਬ ਦਾ। ਤੇ ਜੋ ਮੌਲਾਨਾ ਰੂਮੀ ਦੀ ਮਸਨਵੀ ਆ, ਉਹਦੇ ਚ ਕੁਰਾਨ ਦਾ ਲੌਜਿਕ ਆ, ਬਲੈਸਿੰਗ ਆ, ਸੇਂਟ ਵਾਲੀ। ਰੂਮੀ ਸੇਂਟ ਬਹੁਤ ਵੱਡਾ, ਡਾਂਟੇ ਸੇਂਟ ਉਹਦਾ ਨਹੀਂ, ਪਰ ਪੋਏਟ ਡਾਂਟੇ ਬਹੁਤ ਵੱਡਾ, ਜਿਹਨੂੰ ਡਾਕਟਰ ਇਕਬਾਲ ਵੀ ਮੰਨਦਾ, ਉਹਨੂੰ ਫੋਲੋ ਵੀ ਕਰਦਾ ਬਹੁਤ ਜ਼ਿਆਦਾ। ਉਹਨਾਂ ਦਾ ਬਹੁਤ ਫੇਵਰੇਟ ਪੋਏਟ ਸੀਗਾ। ਇਹ ਮਹਾਕਾਵ ਨੇ ਦੁਨੀਆ ਦੇ ਚੌਥਾ ਮਹਾਕਾਵ ਮਿਲਟਨ ਦਾ ਪੈਰਾਡਾਈਜ਼ ਲੋਸਟ ਹੈ। ਉਹਨੂੰ ਬਹੁਤਾ ਸੂਫੀਆਂ ਨੇ ਵੱਡਾ ਮਹਾਕਾਵ ਨਹੀਂ ਮੰਨਿਆ, ਕਿਉਂਕਿ ਉਹ ਰੈਨਾਸੈਂਸ ਦੀ ਇਹਨੂੰ ਉਪਜ ਮੰਨਦੇ ਨੇ। ਰੈਨਾਸੈਂਸ ਆ ਜਿਹੜੀ, ਇਹ ਰੈਵੀਲੇਸ਼ਨ ਤੋਂ ਵੱਖਰੀ ਇੱਕ ਲੌਜਿਕ ਦੀ ਅਚੀਵਮੈਂਟ ਆ।
ਇਹਦਾ ਉਦੋਂ ਤਾਂ ਬਹੁਤ ਰੌਲਾ ਪਿਆ, ਐਫੋਮੈਥੀਸ਼ਨ ਵਗੈਰਾ ਇਹਦੇ ਰਾਈਟਰ ਵੀ ਹੋਏ ਬੜੇ ਮਸ਼ਹੂਰ। ਪਰ ਰੈਨਾਸੈਂਸ ਹੈ ਜਿਹੜੀ, ਇਹ ਰੈਗੂਲੇਸ਼ਨ ਤੋਂ ਥੱਲੇ ਦੀ ਸਟੇਜ ਦੀ ਚੀਜ਼ ਆ। ਇਸ ਕਰਕੇ ਮਿਲਟਨ ਦੇ ਪੈਰਾਡਾਈਜ਼ ਲੋਸਟ ਨੂੰ ਸੂਫੀਆਂ ਨੇ ਕੋਈ ਉਹ ਬਹੁਤ ਵੱਡੀ ਥਾਂ ਨਹੀਂ ਦਿੱਤੀ। ਨਹੀਂ, ਇਹ ਦੇਣੀ ਤਾਂ ਉਹਨਾਂ ਦੇ ਬਸ ਦੀ ਨਹੀਂ। ਉਹ ਥਾਂ ਪ੍ਰਾਪਤ ਨਹੀਂ ਕਰਦਾ ਪੈਰਾਡਾਈਜ਼ ਲੋਸਟ, ਕਿਉਂਕਿ ਇਹਦੇ ਵਿੱਚ ਗੋਡਲੀ ਵਿਜ਼ਨ ਉਹਦਾ ਨਹੀਂ ਹੈਗਾ, ਰੱਬ ਦਾ ਵਿਜ਼ਨ ਉਹਦਾ ਨਹੀਂ। ਆਦਮੀ ਦੀ ਗਿਰਾਵਟ ਤੇ ਬਹੁਤ ਕਮਾਲ ਦੀ ਦਿਖਾਈ ਹੈ। ਆਦਮੀ ਦੇ ਅੰਦਰ ਸੇਟਨ ਕਿਵੇਂ ਵੱਧ ਰਿਹਾ, ਉਹ ਕੀ ਚਾਲਾਂ ਨੇ, ਜਿਵੇਂ ਇੰਡੀਆ 'ਚ ਸਿਖਰ ਆ ਦੀ ਇਸ ਵੇਲੇ, ਇਹ ਤੇ ਕਮਾਲ ਚਿਤਰਿਆ ਉਹਨੇ। ਪਰ ਜਿਹੜਾ ਇਲਾਹੀ ਨੂਰ ਆ, ਇਲਾਹੀ ਨੂਰ ਦੀ ਜਿਹੜੀ ਬਲੈਸਿੰਗ ਆ, ਬਖਸ਼ਿਸ਼ ਆ, ਉਸ ਪੱਖ ਤੋਂ ਉਹਨੂੰ ਕਮਜ਼ੋਰ ਉਹਨਾਂ ਨੇ ਮੰਨਿਆ, ਕਿਉਂਕਿ ਉਹਨਾਂ ਨੂੰ ਉਸ ਲੈਵਲ ਦੇ ਉੱਤੇ ਇਹ ਐਪਕ ਆਸਰਾ ਨਹੀਂ ਦਿੰਦਾ। ਐਡਵਨ ਆਰਨਲਡ ਦਾ ਪੈਰਾ ਹੈਗਾ ਆਪਣਾ ਦੀ ਲਾਈਟ ਆਫ ਏਸ਼ੀਆ, ਉਹ ਵੀ ਸਪਿਰਿਚੁਅਲ ਲੈਵਲ ਦੇ ਉੱਤੇ ਉਹਦਾ ਸਿਸਟਮ ਤੇ ਬਹੁਤ ਠੀਕ ਆ, ਪਰ ਉਹਦੇ ਚ ਸਪਿਰਿਚੁਅਲ ਫਲਾਈਟਸ ਰੂਮੀ ਡਾਂਟੇ ਦੇ ਹਾਣ ਦੀਆਂ ਨਹੀਂ ਹੈਗੀਆਂ। ਉਦੋਂ ਬਾਅਦ ਸਿਰਫ ਇਹ ਐਪਕ ਨੇ ਦੁਨੀਆ ਦੇ ਜਿਹਨਾਂ ਦੇ ਵਿੱਚ ਇਦੋਂ ਅੱਗੇ ਹਰਿੰਦਰ ਸਿੰਘ ਮਹਿਬੂਬ ਆਉਂਦਾ। ਉਹਦੇ ਦੋ ਐਪਕ ਨੇ, ਇੱਕ ਗੁਰੂ ਨਾਨਕ ਸਾਹਿਬ ਤੇ ਆ, ਉਹ ਜਿਲਦ ਪਹਿਲੀ ਆ, ਇੱਕ ਉਹਨਾਂ ਦਾ ਜਿਲਦ ਚੌਥੀ ਗੁਰੂ ਗੋਬਿੰਦ ਸਿੰਘ ਤੇ ਆ। ਉਹਨੇ ਜਿਲਦ ਪਹਿਲੀ ਤੋਂ ਬਾਅਦ ਜਿਲਦ ਚੌਥੀ ਤਾਂ ਲਿਖੀ, ਉਹ ਕਹਿੰਦਾ ਵੀ ਉਮਰ ਦਾ ਪਤਾ ਨਹੀਂ ਹੈਗਾ, ਜੇ ਉਮਰ ਕਿਤੇ ਮੇਰੀ ਪਹਿਲਾਂ ਹੀ ਨਾ ਖਤਮ ਹੋ ਜਾਵੇ। ਪਰ ਗੁਰੂ ਗੋਬਿੰਦ ਸਿੰਘ ਤੇ ਐਪਕ ਲਿਖਣਾ ਬਹੁਤ ਜ਼ਰੂਰੀ ਆ। ਪਰ ਬਾਕੀ ਦੇ ਜਿਹੜੇ ਦੋ ਐਪਕ ਸੀ, ਵਾਲੀਅਮ 2 ਵਾਲੀਅਮ 4 3, ਇਹ ਕਿਹੋ ਜਿਹੇ ਹੋਣੇ ਸੀ? ਤੁਹਾਡਾ ਵੀ ਫਰਜ਼ ਬਣਦਾ ਪੜ੍ਹਨ ਵਾਲਿਆਂ ਦਾ ਕਿ ਤੁਸੀਂ ਅੰਦਾਜ਼ਾ ਲਾਓ। ਪਹਿਲਾਂ ਤਾਂ ਇਹ ਦੋਨੇ ਐਪਕ ਸਮਾਰ ਕੇ ਪੜ੍ਹੋ, ਫਿਰ ਜਿਹੜੀ ਦੂਜੀ ਕਿਤਾਬ ਆ ਅਕਾਲ ਫਤਿਹ, ਉਹਦੇ ਵਿੱਚ ਦੂਜੇ ਤੋਂ ਲੈ ਕੇ 9ਵੇਂ ਗੁਰੂ ਤੱਕ ਨੇ। ਉਹਨੇ ਦੂਜੇ ਮਹਾਕਾਵ ਦੇ ਵਿੱਚ ਜਿਲਦ ਸੈਕਿੰਡ ਦੇ ਵਿੱਚ ਦੂਜੇ ਗੁਰੂ ਤੋਂ 5ਵੇਂ ਗੁਰੂ ਤੱਕ 4 ਗੁਰੂ ਦੱਸਣੇ ਸੀ, ਪਰ ਦੂਜਾ ਗੁਰੂ ਦੱਸਣ ਤੋਂ ਬਾਅਦ ਉਹਦੀ ਡੈਥ ਹੋ ਗਈ। ਇਹ ਇੱਕ ਪਾਰਟ ਅਸੀਂ ਖਡੂਰ ਸਾਹਿਬ ਰਿਲੀਜ਼ ਕੀਤਾ ਸੀ, ਗੁਰੂ ਅੰਗਦ ਸਾਹਿਬ ਦੇ ਉੱਤੇ ਕਾਲ ਤਖਤ ਦੇ ਜਥੇਦਾਰ ਵੀ ਆਏ ਸੀਗੇ ਉੱਥੇ। ਸੁਖਦੇਵ ਸਿੰਘ ਢੀਂਡਸਾ ਜੀ ਨੇ ਰਿਲੀਜ਼ ਕੀਤਾ ਸੀ, ਬਡੂੰਗਰ ਸਾਹਿਬ ਵੀ ਉੱਥੇ ਪਹੁੰਚੇ ਸੀ, ਤੇ ਅਕਾਲ ਤਖਤ ਦੇ ਦੂਜੇ ਜਥੇਦਾਰ ਜੀ ਵੀ ਆਏ ਸੀਗੇ, ਉਹਨਾਂ ਦਾ ਨਾਂ ਭੁੱਲ ਗਿਆ ਮੈਂ, ਜਿਨ੍ਹਾਂ ਦੀ ਡੈਥ ਹੋ ਗਈ ਪਿੱਛੇ। ਤੇ ਬਾਕੀ ਜਿਹੜੇ ਦੋ ਮਹਾਕਾਵ ਸੀ, 3 ਗੁਰੂ ਤਾਂ ਸਮਝ ਲਓ। ਦੂਸਰੇ ਮਹਾਕਾਵ ਦੇ ਵਿੱਚ ਜੋ ਇਲਾਹੀ ਨਦਰ ਦੇ ਪੈਂਡੇ ਜਿਲਦ ਸੈਕਿੰਡ ਸੀ, ਉਹਦੇ ਚ ਤੀਜਾ ਚੌਥਾ ਤੇ 5ਵਾਂ ਗੁਰੂ ਆਉਣਾ ਰਹਿ ਗਏ। ਤੇ ਜਿਹੜਾ ਤੀਜਾ ਮਹਾਕਾਵ ਸੀ, ਉਹ 6ਵਾਂ 7ਵਾਂ 8ਵਾਂ ਤੇ 9ਵਾਂ ਸੀ। ਇਹ ਗੁਰੂ ਮਹਾਕਾਵ ਦੇ ਵਿੱਚ ਆਉਣੇ ਸੀ। ਬਹੁਤ ਉਹਦੀ ਤਿਆਰੀ ਸੀ, ਖਾਸ ਕਰਕੇ 6ਵੇਂ ਗੁਰੂ ਦੀ ਬਹੁਤ ਹੀ ਕਮਾਲ ਦੀਆਂ ਤਿਆਰੀਆਂ ਸੀ, ਉਹ ਨਾਲ ਹੀ ਚਲੀਆਂ ਗਈਆਂ। ਫਿਰ ਉਹ ਇੱਕ ਮਹਾਕਾਵ ਲਿਖਣਾ ਚਾਹੁੰਦਾ ਸੀ ਮੌਜ਼ੇ ਤੁੰਗ ਦੇ ਉੱਤੇ, ਉਹਦੇ ਲੌਂਗ ਮਾਰਚ ਦੇ ਉੱਤੇ, ਉਹ ਵੀ ਨਾਲ ਹੀ ਚਲਿਆ ਗਿਆ। ਬੜਾ ਕੁਝ ਉਹਦੇ ਨਾਲ ਚਲਿਆ ਗਿਆ। ਉਹ ਹੋਰ ਵੀ ਚਾਹੁੰਦਾ ਸੀ ਵੀ ਮੈਂ ਸੌਖੇ ਕੁਝ ਲੈਕਚਰ ਵੀ ਦੇਣੇ ਨੇ ਆਪਣੇ ਸਿੱਖ ਵਿਦਿਆਰਥੀਆਂ ਨੂੰ, ਸਿੱਖ ਸੰਗਤ ਨੂੰ, ਪਰ ਇਹ ਚੀਜ਼ਾਂ ਉਹਦੇ ਨਾਲ ਹੀ ਚਲੀਆਂ ਗਈਆਂ। ਅਸੀਂ ਅੰਮ੍ਰਿਤ ਦੇ ਉੱਤੇ ਤਾਂ ਕੀਤਾ ਤਾਂ ਕਿ ਤੁਹਾਨੂੰ ਓਰਲ ਦੇ ਰਾਹੀਂ, ਗੱਲਬਾਤ ਦੇ ਰਾਹੀਂ ਐਪਕ ਸਮਝ ਆ ਜਾਵੇ, ਕਿਉਂਕਿ ਐਪਕ ਨੂੰ ਸਮਝਣਾ ਬਹੁਤ ਔਖਾ।
ਦੁਨੀਆ ਦੇ ਵਿੱਚ 400 ਸਾਲ ਲੱਗ ਗਏ ਐਪਿਕ ਸਮਝਣ ਨੂੰ। ਜਿਵੇਂ ਮੌਲਾਨਾ ਰੂਮੀ ਆ, ਪਿੱਛੇ ਉਹਨੂੰ ਸੂਫੀਆਂ ਨੇ ਬਹੁਤ ਸਮਝਿਆ, ਪਰ ਹੁਣ ਇਸਲਾਮ ਦੇ ਵਿੱਚ ਮੈਨੂੰ ਐਟ ਪ੍ਰੈਜ਼ੈਂਟ ਕੋਈ ਉਹਨਾਂ ਦੇ ਲੈਵਲ ਦਾ ਬੰਦਾ ਮੈਨੂੰ ਨਹੀਂ ਦਿਸ ਰਿਹਾ ਜਿਹੜਾ ਇਹਨਾਂ ਦੀਆਂ ਇੰਟਰਪ੍ਰੀਟੇਸ਼ਨ ਮੌਲਾਨਾ ਰੂਮੀ ਦੀ, ਇਬਨ ਅਲ ਅਰਬੀ ਦੀ, ਅਲ ਗਜ਼ਾਲੀ ਦੀ ਉਸੇ ਤਰ੍ਹਾਂ ਕਰੇ ਜਿਵੇਂ ਪਹਿਲੇ ਸੂਫੀਆਂ ਨੇ ਕੀਤਾ। ਇਹ ਸਾਈਕੀ ਹੈ ਜਿਹੜੀ ਸਾਡੀ ਇਸ ਵੇਲੇ, ਇਹਦੇ ਵੱਲੋਂ ਇੱਕ ਕਿਸਮ ਦੀ ਬਹੁਤ ਕਿਤੇ ਕਿਤੇ ਕੋਈ ਚਿੰਗ ਹੈਗੀ ਆ ਵਿਦਵਾਨਾਂ ਦੇ ਵਿੱਚ ਆਪੋ ਆਪਣੇ ਧਰਮਾਂ ਚੋਂ, ਪਰ ਪੂਰੀ ਤਰ੍ਹਾਂ ਨਾਲ ਤੁਹਾਡੀ ਆਤਮਾ ਉਹਦੇ ਵਿੱਚ ਮਗਦੀ ਹੋਵੇ, ਉਸ ਤਰ੍ਹਾਂ ਦਾ ਅਨੁਭਵ ਇਸ ਵੇਲੇ ਜਿੱਥੋਂ ਤੱਕ ਮੇਰਾ ਅਨੁਭਵ ਹੈ, ਕਿਉਂਕਿ 10.5 ਲੱਖ ਤੋਂ ਉੱਤੇ ਪ੍ਰੋਫੈਸਰ ਨੇ ਅਕੈਡਮੀ ਚ, ਸਾਰਿਆਂ ਦੇ ਮੈਂ ਵਿਦਵਾਨਾਂ ਦੇ ਉੱਥੇ ਆਰਟੀਕਲ ਪੜ੍ਹਦਾ ਰਹਿਣਾ। ਇਹ ਚੀਜ਼ ਇਸ ਵੇਲੇ ਲੋਪ ਆ ਸਟੱਡੀ ਵਾਲੇ ਪਾਸੇ ਤੋਂ। ਸੂਫੀਜ਼ਮ ਦੇ ਉੱਤੇ ਵਧੀਆ ਕਿਤਾਬਾਂ ਵੀ ਬਹੁਤ ਘੱਟ ਪੜ੍ਹੀਆਂ ਜਾ ਰਹੀਆਂ ਨੇ। ਸੂਫੀਜ਼ਮ ਹੀ ਧਰਮਾਂ ਨੂੰ ਚੇਤਨ ਕਰਦਾ ਰਿਹਾ, ਇਹਦੇ ਕੋਲੇ ਬਹੁਤ ਵੱਡੀ ਸਾਰੇ ਧਰਮਾਂ ਦੀ ਸ਼ੈਲੀ ਆ। ਸਾਡੇ ਕੋਲੇ ਪੂਰਨ ਸਿੰਘ ਨਾਲ ਆਈ ਆ, ਹਰਿੰਦਰ ਮਹਿਬੂਬ ਦੇ ਨਾਲ ਆਈ ਆ, ਪਰ ਪੂਰਨ ਸਿੰਘ ਨੂੰ ਪੂਰੀ ਤਰ੍ਹਾਂ ਨਾਲ ਤਸੱਲੀ ਬਖਸ਼ ਰੂਪ ਵਿੱਚ ਕਿਸੇ ਨੇ ਨਹੀਂ ਪੜ੍ਹਿਆ, ਨਾ ਮਹਿਬੂਬ ਨੂੰ ਪੜ੍ਹਿਆ। ਅਸੀਂ ਇਹ ਤਾਂ ਯਤਨ ਕਰ ਰਹੇ ਹਾਂ ਕਿ ਜੇ ਤੁਸੀਂ ਇਹਨੂੰ ਸਮਝਣਾ ਚਾਹੋਗੇ ਆਪ, ਤੁਹਾਨੂੰ ਬਹੁਤ ਸਮਾਂ ਲੱਗ ਜੂਗਾ। ਸਾਨੂੰ ਉਹਦਾ ਸਾਥ ਮਿਲਿਆ ਪੂਰਨ ਸਿੰਘ ਤੇ ਮੈਂ PhD ਕੀਤੀ ਆ। ਕੰਮ ਕਰਨ ਦਾ ਵੀ ਬੜਾ ਫਰਕ ਹੁੰਦਾ। ਮੈਂ ਜਦੋਂ PhD ਕੀਤੀ ਵਿਦਿਆਰਥੀ ਹੋਈ ਸੀ, ਪਰ ਡਾਕਟਰ ਕੇਸਰ ਸਿੰਘ ਜੀ ਬਹੁਤ ਪੱਕੇ ਕਮਿਊਨਿਸਟ ਸੀਗੇ, ਬਹੁਤ ਹੀ ਕਮਾਲ ਦੇ, ਬਹੁਤ ਹੀ ਉੱਚੇ ਬੰਦੇ ਸੀ। ਉਹਨਾਂ ਨੇ ਜਦੋਂ ਮੇਰੇ ਥੀਸਿਸ ਦੀਆਂ ਮੈਂ ਜਿੰਨੇ ਵੀ ਆਪਣੇ ਲਿਖ ਕੇ ਆਰਟੀਕਲ ਲੈ ਕੇ ਜਾਂਦਾ ਸੀ, ਪੜ੍ਹ ਕੇ ਪੂਰਨ ਸਿੰਘ ਉਹਦੇ ਵਿੱਚ ਇੰਨਾ ਜ਼ਿਆਦਾ ਸੀ, ਉਹ ਸਹਿਮਤ ਹੋ ਗਏ ਸੀ ਕਿ ਵਾਕਈ ਦੁਨੀਆ ਦਾ ਸਭ ਤੋਂ ਵੱਡਾ ਧਰਮ ਸਿੱਖ ਧਰਮ ਹੈ। ਪੁਰਾਣੇ ਸਿੱਖਾਂ ਵਰਗਾ ਕੋਈ ਵੀ ਬੰਦਾ ਨਹੀਂ ਹੈਗਾ। ਉਹ ਮੇਰੇ ਨਾਲ ਗੱਲਾਂ ਵੀ ਕਰਦੇ ਤੇ ਉਹਨਾਂ ਨੇ ਮੈਨੂੰ ਇਹ ਵੀ ਕਿਹਾ ਵੀ ਅਸੀਂ ਰਸ਼ੀਆ ਦੇ ਮਗਰ ਲੱਗੇ ਹੋਏ ਆ, ਇਹ ਮੁੰਡੇ ਕੁੜੀਆਂ ਇੱਥੇ ਆਏ ਹੋਏ ਨੇ, ਇਹ ਜਾਸ਼ੀਆਂ ਕਰਦੇ ਨੇ, ਸਾਡੇ ਇਹ ਹੀਰੋ ਮੰਨਦੇ ਆ, ਅਸੀਂ ਇਹਨਾਂ ਨੂੰ, ਅਸੀਂ ਆਪਦੇ ਆਈਡੀਅਲ ਮੰਨਦੇ ਆ, ਵੀ ਇਹਨਾਂ ਤੋਂ ਸਾਨੂੰ ਕੀ ਮਿਲਣਾ। ਫਿਰ ਡਾਕਟਰ ਭਜਨ ਸਿੰਘ ਜੀ ਕੋਲੇ ਐਗਜ਼ਾਮੀਨਰ ਦੇ ਤੌਰ ਤੇ ਮੇਰਾ ਥੀਸਿਸ ਗਿਆ ਸੀ। ਇਹ ਮੈਂ 84 ਚ PhD ਕੀਤੀ ਆ। ਪੜ੍ਹ ਕੇ ਦੇਖ ਲਓ ਉਹਨਾਂ ਦੀ ਪੋਇਟਰੀ। ਉਦੋਂ ਬਾਅਦ ਉਹ ਸਿੱਖੀ ਵੱਲ ਮੁੜੇ, ਉਹਨਾਂ ਨੇ ਸਿੱਖੀ ਤੇ ਪੋਇਮਸ ਲਿਖੀਆਂ। ਉਹ ਮੈਨੂੰ ਮਿਲੇ ਵੀ ਯੂਨੀਵਰਸਿਟੀ ਵਿੱਚ। ਉਹਨਾਂ ਨੇ ਮੈਨੂੰ ਪਹਿਲਾਂ ਤਾਂ ਸਿਆਣਿਆ ਮਤਲਬ, ਫਿਰ ਮੈਨੂੰ ਯਾਦ ਕਰਕੇ ਬੜਾ ਕੁਝ ਸਿਖਾ ਦਿੱਤਾ ਤੁਸੀਂ ਮੈਨੂੰ। ਇਹ ਲਫ਼ਜ਼ ਉਹਨਾਂ ਨੇ ਬੋਲੇ ਸੀ। ਮੈਂ ਸਿਖਾਇਆ। ਮੇਰੇ ਕੋਲੇ ਕੀ ਆ, ਮੈਂ ਇੱਕ ਧਿਆਨਦਾਰ ਪਾਠਕ ਹਾਂ, ਵਿਦਿਆਰਥੀ ਹਾਂ। ਉਹਨਾਂ ਨੂੰ ਇਸ ਤਰ੍ਹਾਂ ਰਿਪਰੈਜ਼ੈਂਟ ਕੀਤਾ। ਉਹਦੀ ਜੀਨੀਅਸ ਸੀ ਜਿਹੜੀ ਪੂਰਨ ਸਿੰਘ ਦੀ, ਉਹਨਾਂ ਨੇ ਅਸੈਸ ਕਰ ਲਈ ਕਿ ਉਹਦੇ ਵਿੱਚੋਂ ਸਿੱਖੀ ਅਸੈਸ ਕਰ ਲਈ, ਗੁਰੂ ਅਸੈਸ ਕਰ ਲਏ, ਬਾਕੀ ਖਿਆਲ ਅਸੈਸ ਕਰ ਲਏ, ਅੰਦਾਜ਼ੇ ਲਾ ਲਏ। ਸੋ ਅਸੀਂ ਜਿਹੜਾ ਅੰਮ੍ਰਿਤ ਦੇ ਉੱਤੇ, ਕਿਉਂਕਿ ਅੰਮ੍ਰਿਤ ਦੁਨੀਆ ਦੀ ਕਿਸੇ ਵੀ ਧਰਮ ਵਿੱਚ ਇਹੋ ਜਿਹੀ ਦਾਤ ਨਹੀਂ ਹੈਗੀ। ਕਿਸੇ ਵੀ ਧਰਮ ਦੇ ਵਿੱਚ ਇਸ ਤਰ੍ਹਾਂ ਕੌਮ ਨਹੀਂ ਸਾਜੀ ਗਈ। ਕਿਸੇ ਵੀ ਧਰਮ ਦੇ ਵਿੱਚ ਇਸ ਤਰ੍ਹਾਂ ਲਗਾਤਾਰ 10 ਗੁਰੂ ਨਹੀਂ ਆਏ ਜਿਵੇਂ ਖਾਲਸਾ ਸਾਜਿਆ। ਬਾਕੀ ਆ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਰੌਲਾ ਪੈਂਦਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਸਿੱਖਾਂ ਦਾ ਲਗਾ। ਇਹਦੇ ਤੇ ਸਾਹਿਬਜ਼ਾਦਿਆਂ ਨੇ ਕੁਰਬਾਨੀਆਂ ਦਿੱਤੀਆਂ, ਪ੍ਰਵਾਨ ਕੀਤੀਆਂ ਕੁਰਬਾਨੀਆਂ, ਗੁਰੂਆਂ ਨੇ ਕੁਰਬਾਨੀਆਂ ਕੀਤੀਆਂ। ਸਿੱਖ ਦਾ ਫਰਜ਼ ਹੈ ਇਹਨੂੰ ਬਚਾਉਣਾ, ਇਹਦੇ ਲਈ ਜਾਨ ਦੇਣੀ ਤੇ ਜਾਨ ਲੈਣੀ। ਉੱਥੇ ਆ ਕੋਈ RSS ਦਾ, ਕੋਈ ਭਾਜਪਾ ਦਾ ਸਿਆਸੀ ਬੰਦਾ, ਇਹ ਟਕੇ ਦੇ ਟੁਕੜ ਬੋਚ ਸਿੱਖਾਂ ਨੂੰ ਜ਼ਾਲਮ ਕਹਿੰਦੇ ਨੇ ਤੇ ਆਪਦੀ ਮੈਰਿਟ ਬਣਾਉਂਦੇ ਨੇ। ਕਦੇ ਕਹਿੰਦੇ ਨੇ ਇਹ ਜੀ ਤਾਲਿਬਾਨ ਵਰਗੇ, ਤਾਲਿਬਾਨ ਨਾਲ ਤੁਹਾਡੀ ਵਜ੍ਹਾ ਰਲਦੀ ਹੈ। ਸਾਰੀ ਦੁਨੀਆ ਉਹਨਾਂ ਨੇ ਜਿੱਤੀ ਆ। ਉਹਨਾਂ ਨੂੰ ਦੁਨੀਆ ਦੀ ਪੰਚਾਇਤ UN ਨੇ ਮੰਨਿਆ ਕਿ ਐਡੇ ਬਹਾਦਰ ਨੇ, ਇਹਨਾਂ ਨੇ ਦੀਨ ਦੀ ਜੰਗ ਜਿੱਤੀ ਆ।
ਦੁਨੀਆ ਦੇ ਵੱਡੇ ਵੱਡੇ ਐਟਮਿਕ ਜਿਹੜੇ ਹਥਿਆਰ ਨੇ ਫੇਲ ਕਰ ਦਿੱਤੇ, ਹੰਕਾਰ ਤੋੜ ਦਿੱਤਾ। ਕਾਦੇ ਆਸਰੇ? ਜਹਾਦ ਦੇ ਆਸਰੇ। ਉਹ ਜਹਾਦ ਅੰਮ੍ਰਿਤ ਵਿੱਚ ਆ। ਪੀਰ ਬੁੱਧੂ ਸ਼ਾਹ ਜਹਾਦੀ ਆ, ਉਹ ਨਮਾਜ਼ੀ ਮੁਸਲਮਾਨ। ਗੁਰੂ ਗੋਬਿੰਦ ਸਿੰਘ ਨੂੰ ਉਹਨੇ ਆਸਰਾ ਦਿੱਤਾ, ਸ਼ਹਾਦਤ ਪ੍ਰਾਪਤ ਕੀਤੀ ਆ, ਸ਼ਮੂਲੀਅਤ ਕੀਤੀ ਆ। 700 ਫਕੀਰ ਲੈ ਕੇ ਆਇਆ। ਦੁਨੀਆ ਦੀ ਕਿਸੇ ਜੰਗ 'ਚ ਕਦੇ 700 ਫਕੀਰ ਨਹੀਂ ਆਇਆ। 700 ਫਕੀਰ ਭਗਾਣੀ ਦੀ ਜੰਗ ਵਿੱਚ ਸ਼ਾਮਲ ਹੋ ਗਏ। ਉਹਦੇ 2 ਬੇਟੇ ਸ਼ਹੀਦ ਹੋਏ, ਆਪ ਸ਼ਹੀਦ ਹੋਇਆ, ਉਹਦੀ ਵਾਈਫ ਸ਼ਹੀਦ ਹੋਈ। ਉਹਦਾ ਸਾਲਾ ਗੁਰੂ ਨੂੰ ਦੇਖ ਕੇ ਹੀ ਛੱਡ ਗਿਆ। ਜਹਾਦ ਦੀਆਂ ਸ਼ਕਲਾਂ ਬਹੁਤ ਨੇ। ਜਹਾਦ ਕੱਲੀ ਜੰਗ ਨਹੀਂ ਹੈਗੀ। ਮੀਆਂ ਮੀਰ ਆਪਣੀ ਕਿਸਮ ਦਾ ਜਹਾਦੀ ਆ, ਮਰਦਾਨਾ ਆਪਣੀ ਕਿਸਮ ਦਾ ਜਹਾਦੀ ਆ, ਇਹ ਭੀਖਣ ਸ਼ਾਹ ਆਪਣੀ ਕਿਸਮ ਦਾ ਜਹਾਦੀ ਆ। ਜਹਾਦ ਦੀਆਂ ਸਪਿਰਿਚੁਅਲ ਮੈਨੀਫੈਸਟੇਸ਼ਨ ਹੈ। ਜਹਾਦ ਬਹੁਤ ਸ਼ਕਲਾਂ ਨੇ ਇਹਦੀਆਂ। ਮੈਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਗੱਲ ਜ਼ਰੂਰ ਕਰਨੀ ਹੈ ਕਿ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਰਾਖੀ ਜ਼ਰੂਰ ਕਰਨੀ ਹੈ। ਜਿਹੜਾ ਵੀ ਬੰਦਾ ਉੱਥੇ ਆਉਂਦਾ, ਉੱਥੇ ਗ੍ਰੰਥੀ ਕਾਇਮ ਬਿਠਾਓ ਹਰ ਗੁਰਦੁਆਰੇ 'ਚ। ਉਹਨੂੰ ਪਹਿਲਾਂ ਫੜ ਕੇ ਉਹਨੂੰ ਭੜਕਾਇਆ ਜਾਵੇ ਤੇ ਉਹ ਤੋਂ ਪੂਰੀ ਲਿਸਟ ਪੁੱਛੀ ਜਾਵੇ ਵੀ ਤੁਹਾਨੂੰ ਭੇਜਿਆ ਕਿਹਨੇ। ਜਿਹੜਾ ਵੀ ਜੱਜ ਉਹਦੇ ਤੇ ਕੋਈ ਕੇਸ ਬਣਾਉਂਦਾ, ਉਹ ਸਾਰੀ ਦੁਨੀਆ ਦਾ ਸਿੱਖ ਕੇਸ ਲੜੇ। ਜੇ ਉਹਨੂੰ ਜੇਲ੍ਹ ਹੁੰਦੀ ਆ, ਉਹਦਾ ਮੁਕੱਦਮਾ ਵੀ ਲੜੇ, ਉਹਦੇ ਬੱਚਿਆਂ ਨੂੰ ਵੀ ਪੜ੍ਹਾਵੇ, ਉਹਦਾ ਖਰਚਾ ਵੀ ਦੇ। ਇਹ ਸਿੱਖ ਕੌਮ ਦੀ ਜ਼ਿੰਮੇਵਾਰੀ ਹੈ, ਵਰਲਡ ਦੀ। ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਬਚਾਉਣਾ। ਜਦੋਂ ਅਸੀਂ ਆਪ ਉਹਦੇ ਲਈ ਕੁਰਬਾਨੀਆਂ ਦਿੰਦੇ ਆ, ਦੂਜਾ ਸਾਡਾ ਕੀ ਲੱਗਦਾ ਕਿ ਇੱਕ ਬੰਦੇ ਨੂੰ ਉੱਥੇ ਭੇਜ ਕੇ ਉਹਨੂੰ ਮਰਵਾ ਕੇ ਉਹਦੇ ਲਈ ਹਮਦਰਦੀ ਦਿਖਾਓ। ਇਸ ਕਰਕੇ ਇਹਨਾਂ ਨਾਲ ਸਾਡਾ ਕੋਈ ਮੇਲ ਨਹੀਂ ਹੈ। ਸਾਡਾ ਕੋਈ ਸਿਆਸੀ ਮੇਲ ਹੋ ਸਕਦਾ, ਸਿੱਖ ਦਾ ਸੁਭਾਅ। ਧਾਰਮਿਕ ਮੇਲ ਤਾਂ ਸਾਡਾ ਮਾੜਾ ਜਿਹਾ ਵੀ ਨਹੀਂ ਇਹਨਾਂ ਨੂੰ, ਦੂਰ ਨੇੜੇ ਦਾ ਭਾਵ ਹੀ ਨਹੀਂ ਹੈਗਾ। ਅਸੀਂ ਕਿਸੇ ਦੀ ਧੀ ਦੀ ਹੱਤਕ ਨਹੀਂ ਕਰ ਸਕਦੇ। ਅਸੀਂ ਧੀ ਦੀ ਰਾਖੀ ਕਰਦੇ ਹਾਂ। ਈਵਨ ਅਹਿਮਦ ਸ਼ਾਹ ਅਬਦਾਲੀ ਦਾ ਇਤਿਹਾਸਕ ਗੱਲ ਆ। ਵਜ਼ੀਰ ਸੀ ਜਿਹੜਾ ਜੱਸਾ ਸਿੰਘ ਆਹਲੂਵਾਲੀਏ ਤੋਂ ਹਾਰ ਕੇ ਆਪਣੇ ਪਰਿਵਾਰ ਛੱਡ ਕੇ ਭੱਜ ਗਏ। ਪਰ ਜੱਸਾ ਸਿੰਘ ਆਹਲੂਵਾਲੀਏ ਨੇ ਉਹ ਬੇਟੀਆਂ, ਧੀਆਂ, ਨੂੰਹਾਂ ਸੀ, ਜੋ ਮਾਵਾਂ ਸੀ, ਨਕਾਬ ਦੀ ਸ਼ਾਨ ਦੇ ਵਿੱਚ ਘਰੋਂ ਘਰੀ ਪਹੁੰਚਾਈਆਂ। ਸਾਡੀ ਸਿੱਖ ਮਿਲਟਰੀ ਹੈ ਜਿਹੜੀ ਦੁਨੀਆ ਦਾ ਸਿੱਖ ਦੇ ਬਾਰੇ ਸੋਚੇ, ਉਹਨੇ ਕੀ ਡਾਇਰੈਕਸ਼ਨ ਲੈਣੀ ਹੈ। ਸਾਡੀ ਕਸ਼ਮੀਰ 'ਚ ਕੋਈ ਲੜਾਈ ਨਹੀਂ। ਅਸੀਂ ਇਹਨਾਂ ਲੋਕਾਂ ਦੀ ਖੁਰਾਕ ਨਹੀਂ ਬਣ ਸਕਦੇ ਜਿਹੜੇ ਡੈਬਲਸ ਨੇ, ਜਿਨ੍ਹਾਂ ਦੀ ਰਾਖਸ਼ ਫਿਰਤੀ ਹੈ, ਜਿਹੜੇ ਅਖਲਾਕ ਦੇ ਗਿਰੇ ਹੋਏ, ਸੱਚ ਤੋਂ ਭੱਜੇ ਹੋਏ ਨੇ, ਹੱਦ ਦਰਜੇ ਦੇ ਜ਼ਾਲਮ ਨੇ, ਜਿਨ੍ਹਾਂ ਦਾ ਕਿਸੇ ਦੀਨ 'ਚ ਭਰੋਸਾ ਨਹੀਂ, ਕਿਸੇ ਦੀਨ ਦੀ ਸਤਿਕਾਰ ਨਹੀਂ ਇਹਨਾਂ ਦੇ। ਅਸੀਂ ਇਹਨਾਂ ਨਾਲ ਸਿਰਫ ਸਿਆਸੀ ਸਮਝੌਤਾ ਕਰ ਸਕਦੇ ਸੀ ਜੇ ਨਿਵੇ, ਬਾਕੀ ਕੋਈ ਸਾਡਾ ਮੇਲ ਨਹੀਂ। ਆ ਜਿਹੜੀ 40-50 ਕਿਲੋਮੀਟਰ ਦਾ ਰਸਤਾ ਰੋਕਿਆ ਨਾ, ਸਿੱਖੇ ਤੋਂ ਨਾ ਤੁਸੀਂ ਡਰੋ, ਤੁਸੀਂ ਸਿੱਖੀ 'ਚ ਆ ਜਾਓ ਬਸ। ਮੈਂ ਕਵਿਤ ਪੜ੍ਹੋ ਸ਼ੇਕਸਪੀਅਰ ਦਾ, ਜਦੋਂ ਬੰਦਾ ਮਰਦਾ ਨਾ, ਡੁੱਬਦਾ ਪਾਪਾਂ 'ਚ, ਉਹ ਇੱਕ ਸੈਲਫਿਸ਼ ਜੈਂਟ ਕਹਾਣੀ ਪੜ੍ਹਦੇ ਹੁੰਦੇ ਸੀ। ਫਿਰ ਉਹ ਕੰਧਾ ਹੀ ਬਣਾਈ ਜਾਂਦਾ, ਫਿਰ ਉਹ ਘੇਰੇ ਹੀ ਬਣਾਈ ਜਾਂਦਾ। ਉਹਨੂੰ ਇਹ ਪਤਾ ਹੀ ਨਹੀਂ ਕਿ ਮੈਂ ਤਾਂ ਆਪ ਹੀ ਡੁੱਬਣਾ, ਕਿ ਮੇਰਾ ਕੀ ਆਸਰਾ, ਮੈਨੂੰ ਬਚਾਉਣ ਵਾਲਾ ਕੌਣ ਹੈ। ਸੋ ਇਹ ਗੱਲਾਂ ਨੇ ਜਿਹੜੀਆਂ ਆਪਦੀ ਸੁਤੰਤਰ ਹੋਂਦ ਰੱਖ ਕੇ ਕਰਨੀਆਂ ਨੇ। ਅਸੀਂ ਕਿਸੇ ਦੀ ਜੇਬ 'ਚ ਨਹੀਂ ਪਏ ਹੋਏ, ਸਾਨੂੰ ਕਿਸੇ ਨੇ ਖਰੀਦਿਆ ਨਹੀਂ ਹੋਇਆ, ਅਸੀਂ ਕਦੇ ਕਿਸੇ ਨਾਲ ਧੋਖਾ ਨਹੀਂ ਕੀਤਾ, ਕਦੇ ਕਿਸੇ ਦਾ ਕੈਰੀਅਰ ਨਹੀਂ ਵਿਗਾੜਿਆ, ਕਿਸੇ ਦੇ ਧਰਮ ਤੇ ਹੱਤਕ ਨਹੀਂ ਕੀਤੀ। ਇਹ ਜਿਹੜਾ ਕੁਝ ਹੋ ਰਿਹਾ, ਉਹ ਬੰਦੇ ਫੜੇ ਜਾਣ ਪਿਛਲੇ, ਉਹਨਾਂ ਨੂੰ ਨਾ ਛੱਡਿਆ ਜਾਵੇ ਜਿਹੜੇ ਕਰਾ ਰਹੇ ਨੇ। ਕੋਈ ਵੀ ਸੁੱਕਾ ਨਾ ਜਾਵੇ ਉੱਥੋਂ। ਪਹਿਲਾਂ ਉਹ ਬੰਦੇ ਨੂੰ ਫੜ ਕੇ ਚੰਗੀ ਤਰ੍ਹਾਂ ਭੜਕਾ ਕੇ ਪੁਲਿਸ ਨੂੰ ਮਗਰੋਂ ਦਿਓ, ਪ੍ਰਬੰਧ ਕਰੋ, ਉੱਥੇ ਪੂਰਾ ਪਤਾ ਕਰੋ ਕਿ ਉਹਨੇ ਕਿਹੜੇ ਬੰਦਿਆਂ ਨੇ ਉਹਨਾਂ ਨੂੰ ਭੇਜਿਆ। ਇਹ ਪ੍ਰਾਇੋਰਟੀ ਦੇ ਉੱਤੇ ਕੰਮ ਹੋਵੇ। ਇਹਦੇ ਵਿੱਚ ਕਿਸੇ ਬਾਦਲ ਤੋਂ ਨਾ ਭਾਲ ਲਿਓ ਕੁਛ। ਬਾਦਲ ਤਾਂ ਸਿੱਧੇ ਜਿਹੜੇ ਗੁਰੂ ਘਰ ਦੀ ਹੱਤਕ ਕਰਦੇ ਨੇ, ਉਦੋਂ ਵੀ ਗੰਦਾ।
ਇਹ ਤੇ ਚੈਰਿਟੀ ਖਾਂਦਾ, ਉਹਦੀ ਬਾਬੇ ਨਾਨਕ ਦਾ ਦਾਨ ਖਾਂਦਾ। ਜਿਹੜਾ ਅੱਡਾਡੀਆਂ ਦਾੜੀਆਂ ਰੱਖੀਆਂ ਹੋਈਆਂ ਨੇ ਨਾਲ ਇਹਦੇ ਸਿੱਖ ਨੇ, ਉਹ ਮਸੰਦ ਨੇ ਸਾਰੇ। ਉਹਨਾਂ ਤੋਂ ਡਰਨਾ ਚਾਹੀਦਾ ਤੁਹਾਨੂੰ, ਉਹਨਾਂ ਦੀਆਂ ਸ਼ਕਲਾਂ ਤੋਂ ਡਰਨਾ ਚਾਹੀਦਾ, ਉਹਨਾਂ ਮਸੰਦਾਂ ਤੋਂ। ਕਦੇ ਉਹ ਕੁਛ ਬੋਲਦੇ ਨੇ ਆ ਕੇ, ਅੱਜ ਜੀ ਫਲਾਣਾ ਵਾਈਸ ਪ੍ਰੈਜ਼ੀਡੈਂਟ ਬਣਾਤਾ, ਆ ਸੁਖਬੀਰ ਚਲਿਆ ਜਾਂਦਾ ਇਹਦਾ ਮੁੰਡਾ। ਇਹਨਾਂ ਦੇ ਕੋਲੇ ਕੀ ਤਾਂ ਲਾਹਨਤ ਨੇ ਸਿੱਖੀ ਤੇ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਸਿੱਖਾਂ ਨੂੰ ਜਦੋਂ ਇਹਨਾਂ ਦੇ ਮਗਰ ਲੱਗਦੇ ਕਿ ਤੁਹਾਡੀ ਲੋਹੜੀ ਵੰਡੀ ਸੀ ਕਿਸੇ ਕਿ ਤੁਸੀਂ ਪੁੱਤਰ ਜੰਮੇ ਹੋ। ਸੋ ਮੈਂ ਇਹ ਅੰਮ੍ਰਿਤ ਦੀ ਤੁਹਾਡੇ ਨਾਲ ਜਿਹੜੀ ਗੱਲ ਕਰਦਾ, ਇਹਦੇ ਤੇ ਕੋ ਬਲਵਿੰਦਰ ਸਿੰਘ ਹੈ ਸ਼ਾਇਦ ਜਲੰਧਰ ਤੋਂ, ਉਹ ਹਰਿੰਦਰ ਦੇ ਖਿਲਾਫ ਬੋਲਿਆ। ਇੱਕ ਪਹਿਰੇਦਾਰ ਦੇ ਵਿੱਚ ਬਹੁਤ ਸਿਆਣੇ ਬੰਦੇ ਨੇ, ਆਪਣੇ ਉਹਨਾਂ ਦਾ ਨਾਂ ਜਿਹੜੇ ਉੱਥੋਂ ਨੇ ਧਨੌਲੇ ਤੋਂ, ਉਹਨਾਂ ਦਾ ਨਾਂ ਹੈਗਾ ਕੋਈ ਯਾਦ, ਦਵਿੰਦਰਪਾਲ ਸਿੰਘ, ਇਸ ਤਰ੍ਹਾਂ ਦਾ ਮੈਨੂੰ ਥੋੜਾ ਜਿਹਾ ਨਾਮ ਭੁੱਲ ਗਿਆ, ਰੋਜ਼ ਹੀ ਪੜ੍ਹਦਾ ਮੈਂ ਉਹਨਾਂ ਨੂੰ। ਮੇਰੀ ਬੇਨਤੀ ਆ ਕਿ ਜਿਹੜੇ ਹਰਿੰਦਰ ਮਹਿਬੂਬ ਦੇ ਮਹਾਂਕਾਵਿ ਨੇ, ਗੁਰੂ ਗੋਬਿੰਦ ਸਿੰਘ ਤੇ ਗੁਰੂ ਨਾਨਕ ਵਾਲਾ, ਇਹਨਾਂ ਦੀ ਭੂਮਿਕਾ ਇੱਕ ਤਾਂ ਮੇਰਾ ਖਿਆਲ 40 ਸਫ਼ੇ ਦੀ ਆ, ਇੱਕ 30 ਸਫ਼ੇ ਦੀ ਆ, ਜਾਂ ਇੱਕ 50 ਸਫ਼ੇ ਦੀ ਆ। ਗੁਰੂ ਗੋਬਿੰਦ ਸਿੰਘ ਵਾਲੇ ਐਪਿਕ ਦੀ ਭੂਮਿਕਾ ਵੱਡੀ ਆ, ਜਾਂ ਇੱਕ 50 ਦੀ ਆ, ਦੂਜੀ 40 ਦੀ ਆ, ਚਾਹੇ 90 ਸਫ਼ੇ ਦੀ ਆ ਜਾਂ ਸ਼ਾਇਦ 70 ਸਫ਼ੇ ਦੀ ਆ। ਇਹ ਤੁਸੀਂ ਸਾਰਿਆਂ ਨੇ ਪੜ੍ਹਨੀ। ਜਿਨ੍ਹਾਂ ਨੂੰ ਸਿੱਖ ਧਰਮ ਨਾਲ ਲਗਾ ਤੇ ਲਿਖ ਰਹੇ ਨੇ, ਉਹਨਾਂ ਨੂੰ ਇਹ ਪਤਾ ਲੱਗੇ ਕਿ ਗੰਡਾ ਸਿੰਘ ਦੀ ਥਾਂ ਕੀ ਆ, ਕਪੂਰ ਸਿੰਘ ਦੀ ਥਾਂ ਕੀ ਆ। ਜਿਵੇਂ 10ਵੇਂ ਗ੍ਰੰਥ ਆ, ਸਾਡਾ ਬੇੜਾ ਕਿਹੜੀ ਚੀਜ਼ ਨੇ ਬਿਠਾਇਆ? ਸਾਡਾ ਬੇੜਾ ਨਕਲ ਕਰਨ ਵਾਲਿਆਂ ਨੇ ਬਿਠਾਇਆ। ਹਰਿੰਦਰ ਦੀ ਪੇਪਰ ਸੰਸਕਾਰ 6ਵੀਂ ਕਿਤਾਬ ਪੜ੍ਹ ਕੇ ਇੱਕ ਉਹ ਕਾਲਾ ਫਗਾਨਾ ਜੀਨੀਅਸ ਬਣਿਆ, ਇੱਕ ਇਧਰ ਹੋਰ ਸੀ ਦੁਬਈ ਵੱਲ ਸਿੱਖ, ਮਾਰੀ ਇਹਨਾਂ ਨੇ ਨਕਲ। ਕੁਝ ਸਿੱਖ ਸਾਡੇ ਲੀਡਰ ਨੇ, ਆਪਣੇ ਬੁੱਧੀਜੀਵੀ ਨੇ, ਉਹ ਜਦੋਂ ਬੋਲਦੇ ਸੀ ਉਹ ਆਪ ਜੀਨੀਅਸ ਬਣ ਕੇ ਬੋਲਦੇ ਸੀ। ਜਦੋਂ ਤੁਹਾਡੇ ਕੋਲੇ ਉਹਦੇ ਬਰਾਬਰ ਦਾ ਵਿਜਨ ਹੀ ਨਹੀਂ, ਤੁਹਾਨੂੰ ਨਾਂ ਲੈਂਦਿਆਂ ਨੂੰ ਜਾਨ ਨਿਕਲਦੀ ਆ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਨਹੀਂ ਦੱਸ ਸਕਦਾ। ਤੁਸੀਂ ਹਰਿੰਦਰ ਮਹਿਬੂਬ ਦੀ ਕਿਤਾਬ ਪੜ੍ਹੋ, ਤੁਸੀਂ ਉਹਦੇ ਚ 75 ਨਾਟਕ ਤੇ ਪੜ੍ਹ ਲਓ। ਮੇਰਾ ਖਿਆਲ 49 ਸਫ਼ੇ ਨੇ। ਜੇ ਤੁਹਾਡੀ ਜ਼ਰੂਰਤ ਪੈ ਜੇ ਤਾਂ ਕਹਿ ਦਿਓ, ਮੈਨੂੰ ਜੋ ਮਰਜ਼ੀ ਕਹਿ ਦਿਓ। ਜੇ ਤੁਸੀਂ ਡੇਅਰ ਹੀ ਕਰ ਦਿਓ ਵੀ ਇਹ ਗੁਰੂ ਦਾ, ਇਹ ਚੀਜ਼ਾਂ ਨੇ ਸਾਡਾ ਬੇੜਾ ਬਿਠਾਇਆ। ਤੁਸੀਂ ਕਿਸੇ ਨੂੰ ਕਿਤਾਬ ਰਿਵਿਊ ਕਰਨ ਲਈ ਦੇ ਦਿਓ, ਉਹ ਕਿਤਾਬ ਰਿਵਿਊ ਕਰਨ ਦੇ ਵਿੱਚੋਂ ਇਹ ਸੋਚਦਾ ਕਿਤਾਬ ਦਾ ਰਿਵਿਊ ਜਿਹੋ ਜਿਹਾ ਮਰਜ਼ੀ ਹੋਵੇ, ਮੈਂ ਵਿਦਵਾਨ ਬਣ ਕੇ ਮੂਹਰੇ ਆ। ਕਿਸੇ ਨੂੰ ਦੇਖ ਲਓ, ਕੋਈ ਬੰਦਾ ਦੇਖ ਲਓ, ਆਪ ਫੇਸਬੁੱਕਾਂ ਨੇ, ਹਰੇਕ ਨੂੰ ਭੁੱਖ ਆਪਦੀ ਬੇਦਬਤਾ ਦੀ, ਹਰੇਕ ਬੈਠਾ ਉੱਥੇ ਇੰਜ। ਤੂੰ ਇਹ ਵੀ ਤਾਂ ਡੇਰੇ ਹੀ ਨੇ। ਇਹ ਜਿੰਨੀਆਂ ਬੰਦਿਆਂ ਦੀ ਸਟੱਡੀ ਨਹੀਂ ਕੀਤੀ, ਇਹ ਦੁੱਖ ਭੈੜਾ ਡੇਰਾ ਕਿਹੜਾ? ਉਹ ਦੂਜੇ ਡੇਰੇ ਵਾਲੇ ਤਾਂ ਕੁਛ ਕਰਦੇ ਵੀ ਨੇ, ਤਾਂ ਕੁਛ ਵੀ ਨਹੀਂ ਕਰਦੇ, ਜਾਂ ਪਿੰਡਰਾਂ ਵਾਲੇ ਦੀ ਫੋਟੋ ਲਾ ਕੇ ਬਹਿ ਕੇ ਆਖੜ ਚ ਬਈ ਪਤਾ ਨਹੀਂ ਅਸੀਂ ਕੀ ਪ੍ਰਾਪਤੀ ਕਰ ਲਈ। ਤੇ ਇਹ ਚੀਜ਼ਾਂ ਦਾ ਅਧਿਐਨ ਬਹੁਤ ਜ਼ਰੂਰੀ ਹੈ। ਅਸੀਂ ਜਿਹੜਾ ਅੱਜ ਕਰ ਰਹੇ ਹਾਂ, ਇਹ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਤੋਂ ਅੰਮ੍ਰਿਤ ਛਕਿਆ। ਪੀਰ ਮਰੀਦਾਂ ਪਿਰਹੜੀ, ਪੀਰ ਤੇ ਮਰੀਦ ਦੀ ਜਿਹੜੀ ਆਪਸੀ ਦੋਸਤੀ ਆ, ਜਿਹੜਾ ਰੂਹਾਨੀ ਰਿਸ਼ਤਾ ਗੁਰੂ ਤੇ ਖਾਲਸੇ ਦਾ, ਇਹ ਅਮਲ ਚ ਆਇਆ। ਉਹ ਅੰਮ੍ਰਿਤ ਜਿਹੜਾ ਸਿੰਘਾਂ ਨੇ ਛਕਾਇਆ ਸੀ, ਅਮਲ ਵਿੱਚ ਪੂਰਾ ਕਰਕੇ ਦਿਖਾਤਾ। ਜਿਹੜੇ ਗੁਰੂ ਨੇ ਉਹਨਾਂ ਤੋਂ ਅੰਮ੍ਰਿਤ ਛਕਿਆ, ਉਹਦਾ ਮਤਲਬ ਸੀ ਕਿ ਪੰਜਾਂ ਵਿੱਚੋਂ ਗੁਰੂ ਆ ਉਹ ਬਰਕਤ ਆ, ਜਿਹਦੇ ਵਿੱਚ ਸ਼ਾਮਲ, ਸੰਗਤ ਰੂਪ ਚ ਸ਼ਾਮਲ ਹੋਣ ਲਈ ਗੁਰੂ ਨੂੰ ਵੀ ਇਹਦੀ ਲੋੜ ਆ। ਇਹ ਨੇੜਤਾ ਬਣਦੀ ਹੈ ਸਪਿਰਿਚੁਅਲ। ਗੁਰੂ ਵੀ ਰਹੂਗਾ, ਗੁਰੂ ਸੰਗਤ ਵਿੱਚ ਵੀ ਹੈ।
ਹੁਣ ਬੰਦਾ ਬਹਾਦਰ ਆ ਜਿਹੜਾ, ਜਦੋਂ ਗੁਰੂ ਸਾਹਿਬ ਨੇ ਉਹਨੂੰ ਤੋਰਿਆ, ਉਹਨੂੰ ਤੀਰ ਦਿੱਤੇ 5, ਉਹਦੇ ਨਾਲ 5 ਪਿਆਰੇ ਭੇਜੇ। ਉਹ ਕਿਉਂ ਭੇਜੇ? ਉਹ ਨੌਨ ਪੈਰਿਸ਼ੇਬਲ ਖਾਲਸਾ ਸੀ, ਜਿਹੜਾ ਗੁਰੂ ਦੇ ਜਾਣ ਤੋਂ ਬਾਅਦ ਸਾਡੇ ਚ, ਜਿੰਨਾ ਚਿਰ ਗੁਰੂ ਸੀ ਉਹ ਗੁਰੂ ਨਹੀਂ ਭੇਜਣਾ ਸੀ। ਉਹ ਕਿਉਂ ਭੇਜਿਆ? ਉਹ ਤਾਂ ਭੇਜਿਆ ਕਿ ਬੰਦਾ ਡੋਲ ਸਕਦਾ, ਕਿਉਂਕਿ ਬੰਦੇ ਦੇ ਰਾਹੀਂ ਸਾਡੇ ਨਾਲ ਵੀ ਭੇਜੇ ਵੀ ਜਦੋਂ ਮੇਰਾ ਸਿੱਖ ਡੋਲੂਗਾ, ਮੇਰੇ ਲਾਸਟ ਜਿਹੜੇ ਮੈਂ 5 ਪਿਆਰੇ ਭੇਜੇ ਨੇ ਉਹ ਨੌਨ ਪੈਰਿਸ਼ੇਬਲ ਨੇ, ਜਿਹੜੇ ਕਦੇ ਵੀ ਨਹੀਂ ਮਿਟਣਗੇ। ਉਹ ਜਿਹੜੇ 5 ਪਿਆਰੇ ਨੇ ਉਹ ਉਹਨੂੰ ਸੰਭਾਲਣਗੇ, ਮੇਰਾ ਸਿੱਖ ਮੈਨੂੰ ਯਾਦ ਰੱਖੂਗਾ। ਤੇ ਬਾਕੀ ਉਹ ਸਾਰਾ ਪੜੋ ਬੰਦੇ ਦਾ ਬਹੁਤ ਧਿਆਨ ਨਾਲ। ਬੰਦਾ ਜੰਗਾਂ ਤੋਂ ਟਲਿਆ, ਰੋਪੜ ਦੀ ਜੰਗ ਆ, ਪੰਜੌਰ ਦੀ ਜੰਗ ਆ, ਚਿੱਠੀ ਤੇ ਚਿੱਠੀ ਪਾਉਂਦੇ ਨੇ 5 ਪਿਆਰੇ, ਨੌਧ ਸਿੰਘ ਤੇ ਆਪਣਾ ਕਾਹਨ ਸਿੰਘ। ਬੰਦਾ ਜਾਸ਼ੀਆਂ 'ਚ ਪਿਆ, ਫਿਰ ਉਹਨਾਂ ਨੇ ਛਡਾਇਆ ਵੀ। ਉਹਨੇ ਸ਼ਹਾਦਤ ਹੀ ਤਾਂ ਦਿੱਤੀ ਵੀ ਮੈਂ ਗੁਰੂ ਤੋਂ ਬੇਮੁਖ ਹੋ ਗਿਆ। ਉਹਦੀ ਬੇਮੁਖਤਾ ਬੰਦਈ ਸਿੱਖ ਵੀ ਸੀ। ਉਹਨੇ ਬੰਦਈ ਸਿੱਖ ਕਿਉਂ ਬਣਾਏ? ਭਾਵੇਂ ਉਹ ਸ਼ਹੀਦ ਹੋ ਗਏ, ਉਹ ਤਤ ਖਾਲਸਾ ਸੀ। ਤਤ ਖਾਲਸਾ ਕਿਹੜਾ ਸੀ? ਜਿਹੜੇ ਗੁਰੂ ਨੇ ਨੌਨ ਪੈਰਿਸ਼ੇਬਲ ਭੇਜੇ। ਉਹ ਬੰਦਈ ਸਿੱਖ ਤਤ ਖਾਲਸੇ ਚ ਜਿਵੇਂ 40 ਮੁਕਤੇ ਹੋਏ, ਐ ਇਹ ਤਾਂ ਉਹਦੀ ਹਿਸਟਰੀ ਆ ਜਿਹੜੀ। ਉਹਨੇ ਤਾਂ 92 ਵਰਗਿਆਂ ਦੀਆਂ ਗੋਤੇ ਲਵਾ ਦੇ ਫੜ ਕੇ, ਜਿਹੜਾ ਵਰਲਡ ਦਾ ਮੰਨਿਆ ਪਰਵੰਨਿਆ ਇਤਿਹਾਸਕਾਰ ਆ, ਫੜ ਕੇ ਦੇਖੋ। ਸਾਰੀ ਵਰਲਡ ਦਾ ਹਿਸਟੋਰੀਅਨ ਸੀ, ਜਿਹੜਾ ਜਿੱਥੇ ਠੀਕ ਆ ਠੀਕ ਮੰਨ ਲਿਆ, ਜਿੱਥੇ ਗਲਤ ਆ ਕਿਸੇ ਦੀ ਜ਼ਰੂਰਤ ਨਹੀਂ ਕਿ ਉਹਨੂੰ ਗਲਤ ਕਰ। ਇੱਕ ਵੀ ਹਿਸਟੋਰੀ ਨਾ ਫਿਲਾਸਫਰ ਛੱਡਿਆ। ਉਹਦੀ ਤਾਂ ਪੋਇਟਿਕਸ ਹੀ ਪੜ੍ਹ ਕੇ ਦੇਖ ਲਓ। ਇੱਥੇ ਬੈਠਾ ਲੱਗ ਗਿਆ ਉੱਥੇ ਸਿੱਖਾਂ ਨੂੰ ਮਤਾਂ ਦੇ 4 ਗੱਲਾਂ ਸਿੱਖ ਕੇ, ਜਿਵੇਂ ਉਹ ਆਪਣੇ ਕੀ ਉਹਨਾਂ ਦਾ ਨਾਂ ਧਨੌਲੇ ਵਾਲੇ ਨੇ, ਉਹਨਾਂ ਨੇ ਕਿਹਾ ਕਿ ਸਾਡੇ ਚ ਗੰਡਾ ਸਿੰਘ ਤੇ ਕਪੂਰ ਸਿੰਘ ਨਹੀਂ ਰਹੇ। ਗੰਡਾ ਸਿੰਘ ਤੇ ਕਪੂਰ ਸਿੰਘ ਤੇ ਹੈਗੇ ਨੇ, ਇਦੋਂ ਅੱਗੇ ਜਿੱਥੇ ਇਹ ਮਿਟ ਕੇ ਦਿਸਣ ਨੂੰ ਵੀ ਹਟ ਜਾਂਦੇ ਨੇ ਉਹ ਨਹੀਂ ਹੈਗੀ। ਉਹ ਤੁਹਾਨੂੰ ਪੜ੍ਹਨ ਦੀ ਲੋੜ ਆ, ਤੁਹਾਨੂੰ ਆਪ ਹੀ ਪਤਾ ਲੱਗ ਜੂ। ਤੁਹਾਡੇ ਵਰਗੇ ਬੰਦਿਆਂ ਨੂੰ ਤਾਂ ਸਮਝਾਉਣ ਦੀ ਲੋੜ ਵੀ ਨਹੀਂ। ਇਸ ਕਰਕੇ ਅਸੀਂ ਜੀਨੀਅਸ ਬੰਦਿਆਂ ਨੂੰ ਸਟੱਡੀ ਨਹੀਂ ਕੀਤਾ ਜਿਸ ਤਰ੍ਹਾਂ ਉਹ ਸਾਨੂੰ ਸਟੱਡੀ ਕਰਨੇ ਚਾਹੀਦੇ ਸੀ। ਜੇ ਪੜ੍ਹਿਆ, ਅਸੀਂ ਆਪਣੇ ਆਪ ਨੂੰ ਚਮਕਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਮੁਰਿਆ, ਇਹ ਮੈਂ ਸਾਡੇ ਤੋਂ ਜਾਣੀ ਤਾਂ ਕਿਸੇ ਹੋਰ ਬਦੀ, ਇਹੀ ਸਾਨੂੰ ਲੈ ਕੇ ਬਹਿ ਗਈ ਹਰ ਬੰਦੇ ਨੂੰ, ਮੇਰੇ ਤੋਂ ਸ਼ੁਰੂ ਕਰਕੇ। ਇਹ ਮੈਂ ਹੀ ਮੈਂ ਹਾਂ। ਕਹਿੰਦੀ ਦਾਰੂ ਤੱਕ ਗੁਰੂ ਨਾਨਕ ਕਹਿੰਦਾ ਦਾਰੂ ਵੀ ਇਹਦੇ ਪਿੱਛੇ ਹੀ ਆ, ਜਦੋਂ ਮਿਟ ਜਾਂਦੀ ਉੱਥੇ ਤੱਕ ਅਸੀਂ ਨਹੀਂ ਕਹੇ। ਹੁਣ ਮੈਂ ਖਾਲਸੇ ਦੇ ਗੁਰੂ ਰੂਪ ਵੱਲੋਂ ਕਲਗੀਧਰ ਉੱਤੇ ਅੰਮ੍ਰਿਤ ਦੀ ਬਖਸ਼ਿਸ਼, ਉਹਨਾਂ 5 ਪਿਆਰਿਆਂ ਨੇ ਜਦੋਂ ਗੁਰੂ ਰੂਪ ਹੋ ਗਏ, ਉਹਨਾਂ ਨੇ ਅੰਮ੍ਰਿਤ ਗੁਰੂ ਨੂੰ ਕਿਉਂ ਛਕਾਇਆ? ਗੁਰੂ ਨੇ ਅੰਮ੍ਰਿਤ ਉਹਨਾਂ ਤੋਂ ਕਿਉਂ ਛਕਿਆ? ਇਹ ਬਹੁਤ ਵੱਡੀ ਧਰਤੀ ਦੇ ਉੱਤੇ ਮਿਸਟਰੀ ਹੈ ਕਿ ਛਕਾਉਣ ਵਾਲੇ ਦਾ ਲੈਵਲ ਕੀ ਆ। ਅੱਜ ਵੀ ਸਾਡਾ ਅੰਮ੍ਰਿਤ ਛਕਿਆ। ਇੱਕ ਉਹ ਸੀ ਜਿਨ੍ਹਾਂ ਨੇ ਗੁਰੂ ਨੂੰ ਅੰਮ੍ਰਿਤ ਛਕਾਇਆ, ਗੁਰੂ ਨੇ ਛਕਿਆ। ਗੁਰੂ ਨੇ ਉਹਨਾਂ ਨੂੰ ਇਹ ਕਲਗੀ ਸੌਂਪਤੀ, ਸਭ ਕੁਝ ਸੀ ਉਹ, ਉਹਨਾਂ ਨੇ ਉਵੇਂ ਹੀ ਸੰਭਾਲੀ, ਉਹੀ ਸ਼ਾਨ ਚ ਉਵੇਂ ਭੇਟ ਕਰਦੀ। ਕਿਉਂ? ਕਿਉਂਕਿ ਉਹ 5 ਚ ਗੁਰੂ ਸੀ। ਉਹ 5 ਨੇ ਗੁਰੂ ਨੂੰ ਹੁਕਮ ਕੀਤਾ ਕਿ ਤੁਸੀਂ ਇੱਥੋਂ ਜਾਣਾ, ਉਹ ਚਲੇ ਗਏ। ਉਹ ਗਏ ਵੀ ਹੁਕਮ ਚ ਕੋਈ ਮਿਸਟਰੀ ਸੀ, ਉਹ ਕੋਈ ਸਧਾਰਨ ਗੱਲ ਨਹੀਂ ਸੀ। ਜਿਵੇਂ ਖਾਲਸਾ ਗੈਬ ਚੋਂ ਆਇਆ, ਉਹ ਗੱਲਾਂ ਵੀ ਗੈਬ ਸੀ। ਉੱਥੇ ਗਨੀ ਖਾਂ ਤੇ ਨਬੀ ਖਾਂ ਹੈ, ਇਹ ਭੁੱਲਣ ਵਾਲੀਆਂ ਗੱਲਾਂ ਨੇ, ਇਹ ਛੋਟੀਆਂ ਜਿਹੀਆਂ ਗੱਲਾਂ ਨੇ। ਆਪਦੇ ਘਰੇ ਲੈ ਕੇ ਗਏ, ਉੱਚਦਾ ਪੀਰ ਬਣਾ ਕੇ ਉਹਨਾਂ ਨੂੰ ਕੱਢਿਆ, ਉੱਚਦਾ ਆਪਦਾ ਸਭ ਤੋਂ ਉੱਚਾ ਬਣਾ ਕੇ, ਜਿਹੜੇ ਰੂਪ ਚ ਸਲਾਮ ਕੱਢ ਸਕਦਾ ਸੀ।
ਜਿਹੜੇ ਰੂਪ ਚ ਉਹਨਾਂ ਦੀ ਸਪਿਰਿਚੁਅਲਿਟੀ ਅਲਾਉ ਕਰਦੀ ਸੀ। ਖਾਲਸੇ ਦੇ ਗੁਰੂ ਰੂਪ ਵੱਲੋਂ ਕਲਗੀਧਰ ਉੱਤੇ ਅੰਮ੍ਰਿਤ ਦੀ ਬਖਸ਼ਿਸ਼। ਕਿਉਂ ਚੁੱਕਣ ਗੁਰਨੈਣ ਅੱਗੇ ਪੰਜ ਦੇ। ਉਹ ਗੁਰੂ ਦੇ ਜਿਹੜੀਆਂ ਅੱਖਾਂ ਕਿਤੇ ਵੀ ਨਹੀਂ ਝੁਕੀਆਂ, ਅਕਾਲ ਪੁਰਖ ਤੋਂ ਸਵੈ ਕਿਸੇ ਦੇ ਮੂਹਰੇ ਵੀ ਨਾ ਗੁਰੂ ਨਾਨਕ ਦਾ ਸਿਰ ਝੁਕਿਆ, ਕਿਸੇ ਜ਼ੁਬਾਨ ਮੂਹਰੇ, ਕਿਸੇ ਫਕੀਰ ਮੂਹਰੇ, ਕਿਸੇ ਦੀਨ ਮੂਹਰੇ। ਕਿਉਂ ਝੁਕਣ ਗੁਰਨੈਣ ਅੱਗੇ ਪੰਜ ਤੇ। ਕਿ ਅੰਮ੍ਰਿਤ ਛਕਣ ਦਾ ਮੀਨਿੰਗ ਕੀ ਹੈ? ਗੁਰੂ ਤੁਹਾਡੇ ਚ ਕੀ ਦੇਖਦਾ? ਕੀ ਉਹ ਸਾਡੇ ਚ ਹੈਗਾ? ਕਿਉਂ ਝੁਕਣ ਗੁਰਨੈਣ ਅੱਗੇ? ਕਿਉਂ ਝੁਕਦੇ ਨੇ? ਸਵਾਲ ਕੀਤਾ ਪੋਇਟ ਨੇ। ਕਿਉਂ ਚਰਨਾਂ ਤੇ ਲੈਣ ਸੂਰਜ ਲੰਘ ਕੇ। ਔਰ ਸੂਰਜਾਂ ਤੱਕ ਦੇ ਸਫ਼ਰ ਕੀਤੇ ਨੇ ਗੁਰੂ ਨੇ। ਉਹਦੀ ਪੋਇਟਰੀ ਪੜ੍ਹ ਕੇ ਦੇਖੋ। ਸੂਰਜਾਂ ਤੋਂ ਵੀ ਪਾਰ ਤੱਕ ਦਾ ਤਾਪਾ ਗੁਰੂ ਚ, ਪਰ ਪੰਜਾਂ ਦੇ ਮੂਹਰੇ ਅੰਮ੍ਰਿਤ ਦੀ ਦਾਤ ਮੰਗ ਰਹੇ ਨੇ। ਕਿਉਂ ਚਰਨਾਂ ਤੇ ਲੈਣ ਸੂਰਜ ਲੰਘ ਕੇ। ਕਿਉਂ ਪੰਜੇ ਥਰਾਉਣ ਘਿਰ ਘਣ ਜੰਗਲ। ਸਘਨੇ ਜੰਗਲ ਕੁਦਰਤ ਦੀ ਦਾਤ ਆ, ਜਿਹੜੀ ਨੇਚਰ ਸਾਰੀ ਉਹਨਾਂ ਨੂੰ ਦਿਸ ਰਹੀ ਆ, ਜੋ ਜਪਜੀ ਦੀ ਕੁਦਰਤ ਆ, ਜੋ ਆਸਾ ਦੀ ਵਾਰ ਦੇ ਵਿੱਚ, ਜੋ ਗੁਰਬਾਣੀ ਦੇ ਵਿੱਚ ਹੈ, ਜੋ ਮਾਰੂਵਾਰ ਦੀ ਕੁਦਰਤ ਆ। ਕਿਉਂ ਪੰਜੇ ਥਰਾਉਣ ਘਿਰ ਘਣ ਜੰਗਲਾਂ। ਸੰਘਣੇ ਜੰਗਲਾਂ ਦੇ ਵਿੱਚ ਉਹਨਾਂ ਦੇ ਅੰਦਰ ਕਿਹੜੀ ਵਾਈਬ੍ਰੇਸ਼ਨ ਹੈ? ਉਹ ਕਿਹੜੀ ਸੰਗੀਤਕ ਥਰਥਰਾਟ ਹੋ ਰਹੀ ਆ? ਕਿਉਂ ਚਰਨੀ ਲਹਿਰਾਉਣ 10 ਗੁਰਮੰਜ਼ਲਾਂ। ਕਿਉਂ ਉਹਨਾਂ ਦੇ ਵਿੱਚ ਗੁਰੂ ਦੀਆਂ 10 ਮੰਜ਼ਲਾਂ ਲਹਿਰਾ ਰਹੀਆਂ? ਕਿਵੇਂ ਆਈਆਂ? ਖਾਲਸੇ ਦੇ ਵਿੱਚ ਇਹ ਕਿਵੇਂ ਭੇਟ ਹੋ ਗਈਆਂ? ਇਹ ਕਿਵੇਂ ਖਾਲਸੇ ਨੂੰ ਸਮਰਪਣ ਹੋ ਗਈਆਂ? ਗੁਰਦੇਵਨ ਆਵਾਜ਼ ਅੰਮ੍ਰਿਤ ਮੰਗਦਾ, ਪੰਜਾਂ ਨੂੰ ਦਿਲ ਰਾਸ ਬਖਸ਼ ਤਰੰਗਦਾ। ਉਹ ਆਵਾਜ਼ ਦੇ ਕੇ ਕਹਿੰਦੇ ਮੈਨੂੰ ਅੰਮ੍ਰਿਤ ਛਕਾਓ, ਮੈਨੂੰ ਵੀ। ਪੰਜਾਂ ਨੂੰ ਦਿਲ ਰਾਸ ਬਖਸ਼। ਦਿਲ ਦਾ ਭੇਦ ਹੀ ਪੰਜਾਂ ਤੱਕ ਸਮਝਾਤਾ। ਉਹ ਵੀ ਪ੍ਰਕਾਸ਼ ਰੂਪ ਸੀਗੇ, ਬ੍ਰਾਈਟਨੈਸ ਸੀਗੇ। ਗੁਰੂ ਵੀ ਬ੍ਰਾਈਟਨੈਸ ਸੀ। ਸਾਹਮਣੇ ਇੱਕ ਦੂਜੇ ਨੂੰ ਪਛਾਣ ਰਹੇ। ਗੁਰੂ ਦੀ ਦਾਤ ਖਾਲਸੇ ਚ ਨਿਮਰਤਾ ਰੂਪ ਹੈ, ਪਰ ਬਖਸ਼ਿਸ਼ ਬਰਾਬਰ ਹੈ। ਇਹ ਗੱਲਾਂ ਬਹੁਤ ਸਮਝਣ ਵਾਲੀਆਂ ਨੇ, ਬਹੁਤ ਵੱਡੀਆਂ ਗੱਲਾਂ। ਸਾਡੀ ਬੁੱਧੀ ਬਹੁਤ ਛੋਟੀ ਆ। ਮੈਂ ਤਾਂ ਬਹੁਤ ਛੋਟਾ ਜਿਹਾ ਬੰਦਾ। ਤੁਸੀਂ ਅੱਗੇ ਤੋਂ ਅੱਗੇ ਕੰਮ ਕਰਨੇ ਨੇ। ਪੰਜਾਂ ਨੂੰ ਦਿਲ ਰਾਸ ਬਖਸ਼ ਤਰੰਗਦਾ। ਤਰੰਗਣ ਦਾ ਮਤਲਬ ਪਤਾ ਕੀ ਹੁੰਦਾ? ਜਿਵੇਂ ਮਾਂ ਬੱਚੇ ਦੇ ਮੂੰਹ ਚ ਦੁੱਧ ਦੀਆਂ ਤਾਰਾਂ ਮਾਰਦੀ ਹੈ, ਉਹ ਤਰੰਗਾਂ ਹੁੰਦੀਆਂ, ਤਰੰਗਣਾ। ਉਹ ਫਾਦਰਲੀ ਬਲੈਸਿੰਗ ਹੈ। ਪੈਟਰੀਆਰਕ, ਪੈਗੰਬਰਾਂ ਦਾ ਪੈਗੰਬਰ ਬਾਬਾ ਨਾਨਕ, ਜਿਹੜਾ ਪੈਗੰਬਰਾਂ ਦਾ ਵੀ ਪਿਤਾਮਾ। ਰਚ ਅੰਮ੍ਰਿਤ ਤਾਂ ਪੰਜਾਂ ਗੁਰ ਨੂੰ ਪਹੁੰਚਿਆ। ਪੰਜਾਂ ਨੇ ਅੰਮ੍ਰਿਤ ਤਿਆਰ ਕਰਕੇ ਗੁਰੂ ਨੂੰ ਸਪਰਦ ਕੀਤਾ, ਗੁਰੂ ਨੂੰ ਸਮਰਪਣ ਕੀਤਾ। ਪਾਕ ਸਵੇਰਾ ਸੰਝਾ ਤੱਕ ਜੋ ਰੁਕਿਆ। ਟਾਈਮਲੈਸਨੈਸ ਦੀਆਂ ਸਵੇਰਾਂ ਨੇ ਜਿਹੜੀਆਂ, ਪਲੈਨਟਸ ਤੱਕ ਦੀਆਂ ਸੰਝਾ ਸਵੇਰਾਂ ਤੱਕ ਉਹਦੀ ਰੁਮਕ ਪਹੁੰਚਦੀ ਹੈ, ਉਹਦੀ ਮਿਊਜ਼ੀਕਲ ਥਰਥਰਾਟ ਪਹੁੰਚਦੀ। ਉਹ ਸੰਗੀਤਕ ਰੂਪ ਦੇ ਵਿੱਚ
हर क्योंकि संगीत सब तो ब्यूटीफुल रस्ता, सब तो खूबसूरत अदा साबित रूप च किते थां पहुंचण दी। गुरबन तुरे मरीद पाठ जो खाखड़ी, ये बहुत औखा रास्ता, ये बहुत मुश्किलों भरिया रास्ता। केड़ी मुश्किल है जिहड़ी फतेह नहीं कीती, केड़ा राह जिहड़ा नहीं जितया, केड़ी आगा जिहदे विच दी नहीं लंघ के देखिया, केड़े रब दे इल्हाम ने जिन्हां तक नहीं पहुंचे, जिन्हां नूं ब्लैसिंग नहीं बनाई। गुरबन तुरे मरीद बाट जो गाखड़ी, गुरु ने उन्हां पंजां तो अमृत जदों छकिया, वो पीर होके मरीद बन गए, वो चेले बन गए बिच आपे गुर चेला। गुरु भी है, ये बहुत औखा रास्ता कि गुरु ने गुरु भी रहना, गुरु ने चेला भी पंजां दा बनना, उन्होंने तो अमृत दी दात भी लेनी कि मैं तो बिना अधूरा। गुरु ते संगत विच अकथ नेड़ता है कि उन्हां दे विच कोई फर्क ना पै सके, पर उन्हां दी शान दी इज्जत सत्कार है जिहड़ी वो उसे तरह। जिवें बच्चे कई बारी बहुत अगे निकल जाते हैं पर मां प्यो की इज्जत करते, इस तरह अमृत दी लिव तार विच बह पंथ दे लो लो दीदार बख्शे कंत दे। अमृत दी लिव तार बहुत प्रचंड किस्म की ताकतवर जदों तुहाडी लै जुड़ी होगी, इंटेंस जिन्हों कहने बहुत शार्प ते बहुत ही जिहड़ी ताकतवर होगी। गुरबन तुरे मरीद बाट जो गाखड़ी, पीर ते मरीद दी बाट है जिहड़ी, गुरु गुरु भी है, गुरु मरीद भी है। ये बहुत मुश्किल रास्ता जिहड़ा पहली बारी दुनिया दी होंद च आया, जहूर होया खालसे च। पंज तो मंगण भीख अबद च आखिरी, पंजां तो हो अमृत दी दात मंगदे, सत्कार दे विच, रिस्पैक्ट दे विच, ऑनर दे विच। गुरु ने खालसा साज के उन्हां तो अमृत दी दात मंगी कि दात ओदा एक होर भी मतलब है कि दात रब वालों आई, उन्हां नूं दित्ती, उन्हां कोले अपने तरह दी दात आ। संगत वाले पासे तो गुरु नूं दात चाहिदी आ, संगत तो दात तो बिना गुरु भी अधूरा, फिर तो फिलासफी हो रह जूगी जे संगत च ना आई। यही तो साडा फर्क है। जिहड़े दुखी दे बंदे रौला पाउंदे ने सिखां ना, कदे इन्हां नूं जालम आप ही सियाणे बने होने, अपनी आप ही मैरिट बनाई हुई है। सिखां नाल तुहाडा की मेल आ चबलां दा? तुहाडा तो कोई दीन ही नहीं, ना कल्चर आ कोई, कख भी नहीं। इन्ना झूठ, इन्ना अखलाक गिरिया होया, इन्नी लुट खसुट, सब नरक दा जे रूप देखना होवे इंडिया च ही है। वो इस कम्यूनिटी का ही है, कोई समान तो आया होया। गुरबन तुरे मरीद बाट जू गाखड़ी, पंज तो मंगण भीख अबद च आखिरी। सत्कार दे विच आखिरी भीख है जिहड़ी खालसे कोल, जिहड़ी गुरु नूं चाहिए। गुरु नूं होर कुछ नहीं चाहिदा, ये दात चाहिदी है जिहदे नाल गुरु पूरा, संगत पूरी है। अमृत दी लिव तार विच बह पंथ दे, अमृत दे विच, पंथ दे विच अमृत दी एक बहुत ताकतवर लहर चल रही है, एक संगीतक धुन कैडेंस चल रही।
ਅੰਮ੍ਰਿਤ ਦੀ, ਜਿਹਦੇ ਨਾਲ ਟੋਟਲ ਬ੍ਰਹਿਮੰਡ ਧਰਤੀ ਧਰਮਸਾਲ ਬਣ ਕੇ ਜੁੜੀ ਹੋਈ ਹੈ। ਜਿਹੜੇ ਸਟਾਰਸ ਨੇ ਬ੍ਰਹਿਮੰਡ ਆ, ਉਹ ਆਰਤੀ ਜੁੜਿਆ ਹੋਇਆ। ਹਰ ਚੀਜ਼ ਦਾ ਜਿਹੜੀ ਗੁਰੂ ਦੀ ਸੰਗਤ ਵਿੱਚ ਸ਼ਬਦ ਦੇ ਵਿੱਚ ਘੜੀ ਗਈ, ਘੜੀ ਹੈ ਸ਼ਬਦ ਸੱਚੀ ਟਕਸਾਲ, ਸੱਚੀ ਰੱਬ ਦੇ ਘਰ ਦੀ ਟਕਸਾਲ ਦੇ ਵਿੱਚ ਸਾਰਾ ਕੁਝ ਘੜਿਆ। ਸਭ ਜੀ ਜੰਤ ਸੀ ਜਿਹੜੇ ਘੜੇ ਗਏ, ਸਭ ਕੁਝ ਸਾਜਿਆ ਗਿਆ ਆਪਣੀ ਤਰ੍ਹਾਂ। ਸਾਰਾ ਬ੍ਰਹਿਮੰਡ ਗੁਰੂ ਦੀ ਸੰਗਤ ਆ। ਲੋ ਲੋ ਦੀਦਾਰ ਬਖਸ਼ੇ ਕੰਤ ਦੇ, ਬ੍ਰਹਮੰਡਾ ਤੱਕ ਵੀ ਗੁਰੂ ਦੇ ਦੀਦਾਰ ਨੇ ਜਿਹੜੇ ਅੰਮ੍ਰਿਤ ਦੀ ਲਿਵਤਾਰ, ਉਹ ਤੇਜ਼ ਲਹਿਰ ਆ ਜਿਹੜੀ ਉਹ ਬਖਸ਼ਿਸ਼ ਕਰ ਰਹੀ ਹੈ। ਜਿਵੇਂ ਨੌਵੇਂ ਗੁਰੂ ਜਦੋਂ ਪੂਰੇ ਹੋਏ, ਸ੍ਰੀ ਹਰਿਕ੍ਰਿਸ਼ਨ ਜੀ ਜਿਹੜੇ ਕੋਲੇ ਸਿੱਖ ਸੀ, ਉਹਨਾਂ ਨੇ ਦੱਸਿਆ, ਉਹ ਕਹਿੰਦੇ ਇੱਕ ਬਹੁਤ ਤੇਜ਼ ਚਾਨਣ ਦੀ ਲੀਕ ਗਈ ਇਸ ਤਰ੍ਹਾਂ ਬਾਬੇ ਬਕਾਲੇ, ਉਹਨਾਂ ਨੂੰ ਦਿਸੀ ਇਹ ਅੰਮ੍ਰਿਤ ਦੀ ਲਿਵ, ਇਹਦੇ ਚ ਇੰਨੀ ਤਾਕਤ ਆ, ਇਹਨੂੰ ਕੋਈ ਚੀਜ਼ ਰੋਕ ਨਹੀਂ ਸਕਦੀ। ਇਹਦੇ ਸਫਰ ਨੇ ਬਲੈਸ ਕਰਨ ਜਾਣਾ, ਸਭ ਚੀਜ਼ਾਂ ਬਲੈਸਿੰਗ ਤੋਂ ਮੰਗਦੀਆਂ ਨੇ, ਇਹਨੂੰ ਹਰੇਕ ਚੀਜ਼ ਰਾਹ ਦਿੰਦੀ ਹੈ। ਜਿਹੜਾ ਪੂਰਨ ਸਿੰਘ ਨੇ ਲਿਖਿਆ, there is a passage to love in the heart of whole creation। ਸਾਰੇ ਬ੍ਰਹਿਮੰਡ ਦੇ ਦਿਲ ਦੇ ਵਿੱਚ ਰੱਬ ਲਈ, ਪਿਆਰ ਲਈ ਰਸਤਾ ਬਣਿਆ। ਗੁਰਬਾਣੀ ਮੁਹੱਬਤ ਦਾ ਇੱਕ ਵਾਸਟ ਦਰਿਆ, ਇੱਕ ਵਾਸਟ ਓਸ਼ਨ, ਜਿਹੜਾ ਬਲੈਸਿੰਗ ਕਰਦਾ ਲੰਘ ਰਿਹਾ। ਹੁੱਲੇ ਪਿਆ ਬਿਗਾਸ ਪੰਜਾਂ ਅੰਦਰ, ਬਿਗਾਸ ਹੈ ਜਿਹੜਾ ਸੱਤਵੀਂ ਕਿਤਾਬ ਚ ਵੀ ਲਿਖਿਆ, ਅਕਾਲ ਫਤਿਹ ਵਾਲੇ ਹਿੱਸੇ ਚ ਤੁਸੀਂ ਪੜ੍ਹਿਓ ਕਿ ਬਿਗਾਸ ਕੀ ਹੈ। ਜਿਹੜੀ ਤੀਜੀ ਕਿਤਾਬ ਆ ਸ਼ਬਦ ਸਗਾ, ਉਹਦੇ ਵਿੱਚ ਜੋ ਜਪ ਜੀ ਦੇ 5 ਖੰਡ ਦੱਸੇ ਨੇ, ਉਹਦੇ ਵਿੱਚ ਵੀ ਵਿਗਾਸ ਬਾਰੇ ਦੱਸਿਆ ਕਿ ਵਿਗਾਸ ਕੀ ਹੈ, ਕਿ ਰੱਬ ਨੇ ਸਭ ਚੀਜ਼ਾਂ ਥਾਪ ਦਿੱਤੀਆਂ ਪਰ ਵਿਗਾਸ ਅਣਥਾਪਿਆ ਰਿਹਾ। ਕਿਸੇ ਥਾਪਿਆ ਥਪਾਇਆ ਹੀ ਨਹੀਂ ਮੈਂ ਦਾ। ਬਹੁਤ ਕਮਾਲ ਆ, ਮੈਂ ਦੱਸ ਨਹੀਂ ਸਕਦਾ। ਇੱਥੇ ਪੜ੍ਹਿਓ, ਉੱਥੇ ਤੁਸੀਂ ਜਿਹੜੇ ਆ ਫੇਸਬੁੱਕਾਂ ਤੇ ਬੈਠੇ ਨੇ, ਮਿਹਨਤ ਕਰਿਆ ਕਰੋ ਘੱਟ ਤੋਂ ਘੱਟ, ਇਹਨਾਂ ਚੀਜ਼ਾਂ ਨੂੰ ਪੜ੍ਹੋ ਕਿ ਉਹ 5 ਖੰਡ ਕੀ ਨੇ, ਕੀ ਸਾਡੇ ਵਾਂਗੀ ਬੰਦਾ ਉਹ ਦੇਖਦਾ, ਸਾਡਾ ਤੇ ਉਹਦਾ ਕੀ ਫਰਕ ਆ, ਉਹਦੇ ਚ ਕਮਕਾਰ ਦਾ ਕੀ ਮਤਲਬ, ਉਹਦੇ ਚ ਵਿਜਈ ਤਰਕ ਦਾ ਕੀ ਮਤਲਬ ਹੈ, ਉਹਦੇ ਵਿੱਚ ਨਿਆਂ ਦਾ ਕੀ ਮਤਲਬ, ਉਹਦੇ ਵਿੱਚ ਵਿਗਾਸ ਦਾ ਕੀ ਮਤਲਬ, ਬਖਸ਼ਿਸ਼ ਦਾ ਕੀ ਮਤਲਬ, ਨਦਰ ਕਰਮ ਕੁਦਰਤ ਕਿਵੇਂ ਆਈ, ਉਹਦੇ ਚ ਗੁਰਮੁਖ ਦਾ ਕੀ ਰੂਪ ਆ, ਪੜ੍ਹ ਕੇ ਤੇ ਦੇਖੋ। ਉਹ ਇਹ ਗੁਰਮੁਖ ਆ, ਸਾਰੇ ਪਾਸੇ ਦੱਸਣ ਲੱਗੇ ਹੋਏ ਨੇ, ਗੁਰਬਾਣੀ ਦੱਸਣ ਲੱਗੀ ਹੋਈ ਆ। ਸਿੱਧੂ ਗੋਸ਼ਟ ਦਾ ਪਾਠ ਮੈਂ ਥੋੜੇ ਜਿਹੇ ਦਿਨ ਹੋਏ ਕੀਤਾ। ਪਹਿਲਾਂ ਤਾਂ ਤੁਸੀਂ ਸਿੱਧੂ ਗੋਸ਼ਟ ਪੂਰਨ ਸਿੰਘ ਦੀ ਜਿਹੜੀ ਵੋਲਿਊਮ 2 ਪਾਰਟ 1 ਕਿਤਾਬ ਆ, ਉਹਦੇ ਵਿੱਚ ਆਸਾ ਦੀ ਵਾਰ ਤੇ ਸਿੱਧੂ ਗੋਸ਼ਟ ਤੇ ਉਹਨੇ ਸਪੈਸ਼ਲ ਲਿਖਿਆ, ਪੜ੍ਹ ਕੇ ਦੇਖੋ। ਫਿਰ ਇਹਦਾ ਪਾਠ ਕਰੋ, ਹਰਿੰਦਰ ਨੂੰ ਪੜ੍ਹੋ, ਫਿਰ ਬਾਣੀ ਦਾ ਪਾਠ ਕਰਕੇ ਦੇਖੋ। ਜੋਗੀ ਦਾ ਦਵਾਲਾ ਨਿਕਲਿਆ ਹੋਇਆ ਗੁਰੂ ਮੂਹਰੇ, ਜੋਗੀ ਖੱਲਾਂ ਚ ਬੈਠਾ ਲੁਕਿਆ, ਕੱਖ ਨਹੀਂ ਜੋਗੀ ਕੋ, ਪੜ੍ਹ ਕੇ ਦੇਖ ਲਓ, ਕੱਖ ਨਹੀਂ ਹੈਗਾ। ਬੈਠਾ ਉਹਨਾਂ ਚੀਜ਼ਾਂ ਚ ਤਪੱਸਿਆ ਕਰੀ ਜਾਂਦਾ ਜਿਹੜੀਆਂ ਰੱਬ ਦੇ ਘਰ ਤੱਕ ਹੀ ਨਹੀਂ ਪਹੁੰਚਦੀਆਂ। ਆਪਦੀ ਅਕਲ ਦੇ, ਆਪਦੀ ਹਉਮੈ ਦੇ ਘੇਰਿਆਂ ਦੇ ਵਿੱਚ ਹੀ ਬੈਠਾ, ਉੱਥੇ ਹੀ ਆਪਣੇ ਜਿੰਨੀ ਇੱਕ ਲਾਲੀ ਜੀ ਲੈ ਕੇ ਘਮੰਡ ਚ ਬੈਠਾ, ਟੋਡੇ ਚ ਆਪਦੀ ਰੋਹ ਪਾਈ ਜਾਂਦਾ। ਉਹ ਵੀ ਗ੍ਰੇਟ ਜੋਗੀ ਆ, ਜੋਗੀ ਨਹੀਂ ਜਿਹੜਾ ਦਿੱਤਿਆ ਜੋਗੀ ਆ, ਇਹ ਤਾਂ ਜ਼ੁਲਮ ਦਾ ਘਰ ਆ, ਤਾਂ ਪਖੰਡੀ ਆ, ਇਹ ਤਾਂ ਪੱਥਰ ਦਾ ਆਦਮੀ ਵੀ ਨਹੀਂ ਹੈਗਾ ਹੁੰਦਾ। ਇਹ ਇੰਨਾ ਜ਼ੁਲਮ ਇਹਦੇ ਵੇਲੇ ਹੋਇਆ, ਇਹਦੇ ਲਈ ਇਹਦਾ ਪਾਪ ਹਜਮ ਕਰਨ ਵਾਲਾ ਇਹਦੇ ਹਜਮ, ਜਿਵੇਂ
ਮੁਰਗੇ ਦੇ ਕੱਚ ਪਚ ਜਾਂਦਾ, ਇਹਦੇ ਪਾਪ ਪਚਦੇ ਨੇ, ਹੂੰ ਇਹ ਪਾਪ ਹਜਮ ਆਉਂਦੇ ਨੇ, ਤੇ ਕਰਦਾ ਵੀ ਹੈ ਤੇ ਉਹਨਾਂ ਨੂੰ ਸੈਲੀਬ੍ਰੇਟ ਵੀ ਕਰਦਾ। ਦੂਜਿਆਂ ਨੂੰ ਰਾਖਸ਼ ਕਹਿੰਦੇ ਨੇ, ਆਪਦਾ ਪਤਾ ਹੀ ਨਹੀਂ, ਆਪਦੀ ਮੈਰਿਟ ਇਹ ਆਪ ਹੀ ਬਣਾਈ ਜਾਂਦੇ ਨੇ, ਕਿਉਂਕਿ ਜਾਤ ਪਾਤ ਚ ਬੰਦੇ ਨੂੰ ਵੰਡਿਆ ਹੋਇਆ। ਇਹਨੂੰ ਕਿਹੜਾ ਸ਼ਰਮ ਆਉਂਦੀ ਹੈ? ਕਿਸੇ ਨੂੰ ਅੱਤਵਾਦੀ ਕਹਿ ਲਿਆ, ਕਿਸੇ ਨੂੰ ਤਾਲਿਬਾਨ ਕਹਿ ਕੇ ਨਿੰਦ ਲਿਆ, ਆਪਦੀ ਜਾਤ ਦਾ ਪਤਾ ਹੀ ਨਹੀਂ, ਕਿ ਅਸੀਂ ਛਲੇਟਿਆਂ ਵਾਂਗੀ ਤੁਰੇ ਫਿਰਦੇ ਹਾਂ ਜੇ ਬੰਦੇ ਦੀ ਜਾਤ ਚ ਵੀ ਨਹੀਂ ਆਏ। ਕਦੇ ਕਿਸੇ ਨਾਲ ਤੁਰ ਪਿਆ। ਅੱਜ ਕੱਲ੍ਹ ਬਾਦਲ ਨੂੰ ਜਿਵੇਂ ਸੋਟੀ ਨੂੰ ਬਗਾਨੇ ਚਿੰਬੜੇ ਹੁੰਦੇ ਨੇ, ਉਹ ਬਾਦਲ ਦੇ ਮਰੇ ਜੇ ਮੁੰਡੇ ਨਾਲ ਚਿੰਬੜੇ ਹੋਏ ਨੇ, ਢਿੱਡਲ ਜੇ ਨਾਲ। ਹੁੱਲੇ ਪਿਆ ਵਿਗਾਸ ਪੰਜਾਂ ਅੰਦਰ, ਹੁੱਲਣਾ ਕੀ? ਸੰਭਾਲਿਆ ਨਾ ਜਾਵੇ ਜਦੋਂ ਚੀਜ਼ ਤੁਹਾਡੇ ਕੋਲੋਂ। ਜਿਵੇਂ ਬੁੱਲੇ ਸ਼ਾਹ ਕਹਿੰਦਾ, ਤੇਰੇ ਇਸ਼ਕ ਨਚਾਇਆ ਕਰ ਠਈਆ ਠਈਆ। ਇਹ ਹੁੱਲਣਾ ਕਿ ਨੱਚਦਿਆਂ ਘੁੰਗਰੂ ਵੀ ਚੁੱਪ ਹੋ ਜਾਂਦੇ ਨੇ, ਉਹਨਾਂ ਤੋਂ ਬੋਝ ਨਹੀਂ ਚੁੱਕਿਆ ਜਾਂਦਾ। ਇੰਨੀ ਤਾਕਤ। ਹੁੱਲਣਾ ਹੁੰਦਾ ਜਦੋਂ ਚੀਜ਼ ਵਿੱਤ ਤੋਂ ਬਾਹਰ ਹੋ ਜੇ, ਸੰਭਾਲੀ ਨਾ ਜਾਵੇ। ਜਿਵੇਂ ਫੁੱਲ ਤੋਂ ਖੁਸ਼ਬੂ ਨਹੀਂ ਸੰਭਾਲੀ ਜਾਂਦੀ, ਖੇੜੇ 'ਚ ਹੁੱਲਿਆ ਹੁੰਦਾ, ਸਾਰਾ ਹਿੱਸਾ ਮਹਿਕਾ ਦਿੰਦਾ। ਵਿਗਾਸ ਬਹੁਤ ਵੱਡੀ ਖੇੜੇ ਦੀ ਅਵਸਥਾ, ਬਹੁਤ ਗੁਰਬਾਣੀ ਚ ਇਹਦੇ ਪੂਰੇ ਮੀਨਿੰਗ ਨੇ ਕਿ ਵਿਗਾਸ ਕੀ ਚੀਜ਼ ਹੈ। ਵਿਗਾਸ ਦਾ ਸ਼ਹੀਦ ਕੀ ਆ? ਉਹ ਪਿੰਡਰਾਂ ਵਾਲਿਆਂ ਤੇ ਕਿਤਾਬ ਆ, ਉਹ ਆਸਟ੍ਰੇਲੀਆ ਨੇ ਛਾਪੀ ਆ, ਮੈਂ ਹੀ ਲਿਖੀ ਆ। ਉਹ ਤੁਹਾਨੂੰ ਸਾਰਿਆਂ ਨੂੰ ਪੜ੍ਹਨੀ ਚਾਹੀਦੀ ਹੈ ਜ਼ਰੂਰ, ਤਾਂ ਕਿ ਤੁਹਾਨੂੰ ਪੋਇਟ ਦਾ ਵਿਜ਼ਨ ਪਤਾ ਲੱਗੇ ਕਿ ਸ਼ਹੀਦ ਵਿਗਾਸ ਕੀ ਆ, ਕਿ ਸ਼ਹੀਦ ਕਿਵੇਂ ਆਉਂਦੇ ਨੇ, ਸੰਗਤ ਚ ਕਿਵੇਂ ਵਿਚਰਦੇ ਨੇ, ਸ਼ਹੀਦਾਂ ਨਾਲ ਟ੍ਰੈਡੀਸ਼ਨਸ ਧਰਮ ਕਿਵੇਂ ਜੁੜੇ ਹੋਏ ਨੇ, ਸ਼ਹੀਦ ਲਾਈਫ ਨੂੰ ਕਿਵੇਂ ਬੇਮਿਸਾਲ ਬਣਾਉਂਦਾ, ਕੀ ਮੀਨਿੰਗ ਦਿੰਦਾ, ਮੌਤ ਨੂੰ ਕਿਵੇਂ ਬਿਊਟੀਫਾਈ ਕਰਦਾ, ਟ੍ਰੈਡੀਸ਼ਨਸ ਕਿਵੇਂ ਉਹਦੇ ਵਿੱਚ ਇਲੂਮੀਨੇਟ ਹੁੰਦੀਆਂ ਨੇ। ਉਹ ਕਿਤਾਬ ਤੁਹਾਨੂੰ ਸਾਰਿਆਂ ਨੂੰ ਪੜ੍ਹਨੀ ਚਾਹੀਦੀ ਹੈ ਜ਼ਰੂਰ, ਹਰ ਹਾਲਤ ਦੇ ਵਿੱਚ। ਇਬਨ ਅਲ ਅਰਬੀ ਕਹਿੰਦਾ, ਦੇਖੋ ਦੀ ਗੱਲ ਕਹੇ ਜੀ ਆ, ਮੈਂ ਮੁਸਲਮਾਨ ਭਰਾਵਾਂ ਨੂੰ ਵੀ ਨਾਲ ਹੀ ਦੱਸ ਰਿਹਾ। ਉਹ ਕਹਿੰਦਾ, ਜਦੋਂ ਪਾਠ ਕਰਦੇ ਹੋ ਤੁਸੀਂ, ਤੁਹਾਡੇ ਬੁੱਲ ਹਿਲਦੇ ਨੇ, ਤੁਹਾਡਾ ਧਿਆਨ ਲੱਗਿਆ ਹੁੰਦਾ। ਜਦੋਂ ਪੂਰਾ ਪਾਠ ਹੁੰਦਾ, ਉਦੋਂ ਹੱਡੀਆਂ ਵੀ ਤੁਹਾਡੀਆਂ ਪਾਠ ਕਰਦੀਆਂ ਚਾਹੀਦੀਆਂ। ਸਾਰੀ ਚੀਜ਼ ਆ ਜਿਹੜੀ ਉਹਦੇ ਵਿੱਚੋਂ ਪਾਠ ਦੀ ਕੰਸੋ, ਉਹਦੀਆਂ ਕੈਡੈਂਸਸ ਸੁਣ, ਧੁਨੀਆਂ ਹੋਣ, ਸਾਰਾ ਸਰੀਰ ਹੀ ਪ੍ਰੇਅਰ ਬਣਿਆ। ਤੇ ਜਦੋਂ ਮੈਂ ਉਹ ਕਿਤਾਬ ਲਿਖੀ, ਮੈਂ ਤੁਹਾਨੂੰ ਸੱਚੇ ਦਿਲੋਂ ਕਹਿੰਦਾ, ਹੱਡੀਆਂ ਨੇ ਵੀ ਲਿਖਿਆ, ਮੈਂ ਬੰਦਾਦਾਰੀ ਹੋਡਾ, ਪਰ ਮੇਰੀ ਦਿਆਨਤਦਾਰੀ ਇਹ, ਤੁਸੀਂ ਉਹਨੂੰ ਪੜ੍ਹ ਕੇ ਦੇਖੋ। ਵਰਦੀ ਅੰਮ੍ਰਿਤ ਦਾਤ ਹੇਠਾਂ ਅੰਬਰ, ਇੱਕ ਅੰਬਰ ਨਹੀਂ, ਪਲੈਨਟਸ ਦੇ ਅੰਬਰ ਨੇ, ਹਰ ਥਾਂ ਤੇ ਵਰਤ ਰਹੀ, ਕਿਉਂਕਿ ਸੰਗੀਤ ਦੇ ਵਿੱਚ ਆ, ਮੈਲੋਡੀ ਦੇ ਵਿੱਚ, ਇਹਦੇ ਕੋਈ ਰੋਕ ਨਹੀਂ, ਇਹਦੀ ਪ੍ਰੇਅਰ ਦੇ ਉੱਤੇ ਕੋਈ ਰੋਕ ਨਹੀਂ, ਇਹਦੇ ਸਫ਼ਰ ਦੇ ਉੱਤੇ ਕੋਈ ਰੋਕ ਨਹੀਂ। ਗੁਰੂ ਦੇ ਕਦਮਾਂ ਨੂੰ ਕੋਈ ਨਹੀਂ ਰੋਕ ਸਕਿਆ, ਕਿਸੇ ਚੀਜ਼ ਨੇ ਨਹੀਂ ਉਹਨੂੰ ਰੋਕਿਆ। ਹਰ ਚੀਜ਼ ਦੇ ਅੰਦਰ ਉਹਦਾ ਰਾਹ ਬਣਿਆ ਹੋਇਆ, ਹਰ ਚੀਜ਼ ਨੇ ਨਿਮਰਤਾ ਸਹਿਤ ਉਹਦੇ ਮੂਹਰੇ ਆਪਣਾ ਰਸਤਾ ਬਣਿਆ। ਪੰਜਾਂ ਦੀ ਬਖਸ਼ਿਸ਼ ਸਤਿਗੁਰ ਜਿਹੜਾ ਹੈ, ਜਿਹੜਾ ਪੰਜਾਂ ਤੇ ਗੁਰੂ ਨੇ ਬਖਸ਼ਿਸ਼ ਕੀਤੀ, ਉਹ ਗੁਰੂ ਜਿਹੜੀ ਆ ਪੰਜਾਂ ਚ, ਇੱਕ ਚ ਨਹੀਂ ਹੈਗੀ, ਪੰਜਾਂ ਚ ਸਾਰਿਆਂ ਚ ਗੁਰੂ ਆ, ਗੁਰੂ ਦੀ ਬਖਸ਼ਿਸ਼। ਪੰਜਾਂ ਦੀ ਬਖਸ਼ਿਸ਼ ਸਤਿਗੁਰ ਜਿਹੜਾ ਹੈ, ਬਣੀ ਪ੍ਰੇਮ ਦੀ ਰੀਤ, ਇਹ ਵੀ ਹੁਕਮ ਲਾਇਆ, ਪਵਿੱਤਰ ਹੁਕਮ ਜਿਹੜਾ ਗੁਰੂ ਨਾਨਕ ਦੇ ਨਾਲ ਹੀ ਆਇਆ। ਹੁਕਮ ਬ੍ਰਾਈਟਨੈਸ ਹੈ, ਰੌਸ਼ਨੀ ਹੈ ਇੱਕ ਰੱਬ ਦੇ ਘਰ। ਜਦੋਂ ਚੀਜ਼ਾਂ ਤੇ ਪੈਂਦੀ ਆ, ਕੋਡੇ ਰਾਖਸ਼ ਵੇਲੇ ਹੋਰ ਤਰ੍ਹਾਂ ਬ੍ਰਾਈਟਨੈਸ ਹੁੰਦੀ ਹੈ, ਸੱਜਣ ਠੱਗ ਵੇਲੇ ਹੋਰ ਤਰ੍ਹਾਂ ਹੁੰਦੀ ਹੈ,
ਜਦੋਂ ਬਾਬਰ ਬਾਣੀ ਲਿਖਦੇ ਨੇ ਉਦੋਂ ਬ੍ਰਾਈਟਨੈਸ ਹੋਰ ਤਰ੍ਹਾਂ ਹੁੰਦੀ, ਬਹੁਤ ਆਸਾ ਦੀ ਬਾਰ ਦੇ ਵਿੱਚ ਬ੍ਰਾਈਟਨੈਸ ਦਾ ਹੋਰ ਹੁਕਮ ਬ੍ਰਾਈਟਨੈਸ ਆ, ਇੰਨੀ ਰੋਸ਼ਨੀ ਮਾਰਦਾ ਹੁਕਮ, ਪੜ੍ਹ ਕੇ ਦੇਖੋ ਸਹਿਜੇ ਰਚੋ ਖਾਲਸਾ। ਇੰਨੀਆਂ ਸ਼ਕਲਾਂ ਨੇ ਬ੍ਰਾਈਟਨੈਸ ਦੀਆਂ, ਕੋਈ ਹਿਸਾਬ ਕਿਤਾਬ ਨਹੀਂ ਹੈਗਾ। ਜਿਵੇਂ ਸੂਰਜ ਰੋਜ਼ ਨਵਾਂ ਚੜ੍ਹਦਾ, ਹੁਕਮ ਚੋਂ ਨਵੇਂ ਤੋਂ ਨਵਾਂ ਨੂਰ ਆ ਰਿਹਾ, ਹਰ ਚੀਜ਼ ਨੂੰ ਵੱਖਰੀ ਤਰ੍ਹਾਂ ਨਾਲ ਲਿਸ਼ਕਾਰਿਆ। ਬਣੀ ਪ੍ਰੇਮ ਦੀ ਰੀਤ ਦੇ ਵੀ ਹੁਕਮ ਲੈ। ਜਿਹੜਾ ਪਵਿੱਤਰ ਨੇਮ ਸੀ ਉਹ ਪਿਆਰ ਦੀ ਇੱਕ ਸੰਗੀਤਕ ਧੁਨ ਬਣ ਗਿਆ, ਇੱਕ ਸੰਗੀਤਕ ਰਾਗ ਬਣ ਗਿਆ, ਕੈਡੈਂਸ ਬਣ ਗਿਆ, ਮੈਲੋਡੀ ਬਣ ਗਿਆ। ਵਾਹ। ਪੰਜਾ ਮੰਝ ਵਿਰਾਟ ਸਤਿਗੁਰ ਜੋਤ ਹੈ। ਗੁਰੂ ਦੀ ਜਿਹੜੀ ਵਿਸ਼ਾਲ ਜੋਤ ਆ, ਜਿਹੜੀ ਬ੍ਰਹਮੰਡਾਂ ਤੋਂ ਪਾਰ ਤੱਕ ਆ, ਜਿਹੜੀ ਧਰਤੀ ਨੂੰ ਧਰਮਸਾਲ ਦਾ ਰੂਪ ਦਿੰਦੀ ਆ। ਪੰਜਾਂ ਮੰਝ ਵਿਰਾਟ, ਪੰਜਾਂ ਦੇ ਦਿਲਾਂ ਦੇ ਵਿੱਚ ਉਹ ਮਹਾਨ ਗੁਰੂ ਦੀ ਜੋਤ ਸਮਾ ਗਈ। ਬਣੀ ਜੁਗਾਂ ਦੀ ਬਾਤ, ਜਿਹੜੇ ਛੁਪਦੇ ਸੂਰਜ ਨੇ, ਚੜ੍ਹਦੇ ਸੂਰਜ ਨੇ, ਛੁਪਣ ਦੀ ਖੂਬਸੂਰਤੀ, ਚੜ੍ਹਨ ਦੀ ਖੂਬਸੂਰਤੀ, ਯੁਗਾਂ ਦੀ ਬਾਤ ਬਣ ਗਈ। ਯੁਗਾਂ ਦੀ ਜੁਗ ਉਹਦੇ ਮੂਰੇ ਨਾਲ ਜੁੜ ਗਈ। ਲੱਖਾਂ ਸੂਰਜਾਂ ਦੇ ਚੜ੍ਹਨ ਛੁਪਣ ਦੀਆਂ ਖੂਬਸੂਰਤੀਆਂ ਇਸ ਦਾਤ ਦੇ ਨਾਲ। ਜਦੋਂ ਵੀ ਦੇਖੋਗੇ ਤੁਹਾਨੂੰ ਲੱਗੂ ਵੀ ਗੁਰਬਾਣੀ ਤੋਂ ਹੀ ਆਇਆ। ਗੁਰਬਾਣੀ ਐਡੀ ਦੁਨੀਆ ਦੀ ਪਿਆਰ। ਤੁਸੀਂ ਸੋਚ ਕੇ ਦੇਖੋ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹੱਥ ਹੁੰਦੀ ਆ, ਇਹ ਜੀ ਕਿੱਡਾ ਜ਼ੁਲਮ ਹੋਇਆ ਹੈ, ਕਾਨੂੰਨ ਚੱਲੂਗਾ, ਕਾਨੂੰਨ ਉਹ ਜਾਜੀ ਚਲਾਉਣਗੇ, ਤੁਕੀ ਦੇ ਛੋਕਰੇ ਜਿਹੜੇ ਇਹਨਾਂ ਨੂੰ ਸਜ਼ਾ ਦਿੰਦੇ ਨੇ ਨਾ। ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕਰਨ ਵਾਲੇ ਨੂੰ ਜਿਹਨੇ ਸਜ਼ਾ ਦਿੱਤੀ ਹੈ, ਉਹਨੂੰ ਜਿਹੜੇ ਜੱਜ ਸਜ਼ਾ ਦੇਣ ਤੇ ਉਹਨਾਂ ਦਾ ਨਾਮ ਪਾਇਓ ਉੱਥੇ। ਉਹ ਦੁਨੀਆ 'ਚ ਲੈ ਕੇ ਜਾਵਾਂਗੇ, ਉਹਨਾਂ ਦੀ KPS ਗਿੱਲ ਵਾਂਗੂ ਬਣਾਵਾਂਗੇ, ਮੈਰਿਟ ਅੱਗੇ ਬਣੀ ਵੀ ਹੋਈ ਆ। ਜਿਹੜੇ ਇਹੋ ਜਿਹੇ ਨੇ ਬੇਫਿਕਰ ਰਹੋ, ਇਹਨਾਂ ਨੂੰ ਕੱਖ ਨਹੀਂ ਹੁੰਦਾ। ਐਵੇਂ ਸਭ ਉੱਥੇ ਕੁਰਸੀਆਂ ਤੇ ਬੈਠਿਆਂ ਨੂੰ ਭੁਲੇਖਾ ਬੜਾ ਹੁੰਦਾ ਵੀ ਪਤਾ ਨਹੀਂ ਅਸੀਂ ਕੀ ਆ। ਇਸ ਕਰਕੇ ਬਿਲਕੁਲ ਨਹੀਂ ਡਰਨਾ ਕਿਸੇ ਤੋਂ, ਬਿਲਕੁਲ ਨਾ ਡਰੋ। ਇਸ ਚੀਜ਼ ਨੂੰ ਪਹਿਲ ਦੇ ਦਿਓ ਕਿ ਜਿਹੜਾ ਬੰਦਾ ਇਹਦੀ ਹੱਤਕ ਕਰਦਾ ਉਹ ਨਾ ਸੁੱਕਾ ਚਲਿਆ ਜਾਵੇ। ਉਹਦੀ ਹਿਸਟਰੀ ਬਣਾ ਲਓ, ਉਹਦੀ ਬਕਾਇਦਾ ਲਿਖਤ ਵਿੱਚ ਲਿਆਓ ਉਹਨੂੰ, ਤੇ ਜਿਹੜਾ ਆਉਂਦਾ ਉਹਨੂੰ ਕੁੱਟ ਕੇ ਪੁੱਛੋ, ਸਮਾਰ ਕੇ। ਉਹਨੂੰ ਚਿਰ ਨਾ ਦਿਓ ਜਿੰਨਾ ਚਿਰ ਉਹ ਅੱਖਰ ਨਹੀਂ ਬੋਲ ਦਿੰਦਾ। ਉਹਦੀਆਂ ਚੀਕਾਂ ਕਢਾ ਦਿਓ ਫੜ ਕੇ, ਕਿ ਉਹ ਐ ਰੋਮ ਰੋਮ ਚੋਂ ਸੱਚ ਦੱਸੇ। ਫਿਰ ਜਿੰਨੀ ਪਿੱਛੇ ਲੜੀ ਆਉਂਦੀ ਆ ਉਹ ਕੋਈ ਨਾ ਛੱਡਿਓ, ਕਰਨ ਤੋਂ ਜਿਹੜਾ ਕੁਛ ਕਰਦਾ। ਕੋਈ ਇਹਨਾਂ ਤੇ ਤਾਂ ਆਪਦੀ ਉਹ ਅੱਗੇ ਸੀ ਬਰਸਣੀਆਂ, ਤੁਹਾਡੇ ਸਾਹਮਣੇ ਦੇਖਦੇ ਜਾਓ ਬਣਨਾ ਕੀ। ਜਿਵੇਂ ਉਹ ਮਿਰਗ ਦੋ ਲੜਦੇ ਹੁੰਦੇ ਨੇ ਨਾ, ਆ ਕੇ ਸ਼ੇਰ ਜਿਹਨੂੰ ਮਰਜ਼ੀ ਚੱਕ ਲੈ, ਭੱਜਣਾ ਵੀ ਨਹੀਂ ਪੈਂਦਾ। ਇਹ ਤੇ ਇੰਨੇ ਉਲਝੇ ਹੋਏ ਨੇ ਆਪਦੀ ਗੰਦਗੀ ਦੇ ਵਿੱਚ, ਆਪਦੀ ਗਿਰਾਵਟ ਦੇ ਵਿੱਚ ਇੰਨੇ ਗਿਰੇ ਹੋਏ ਨੇ, ਕਹਿੰਦੇ ਧੱਫਾ ਮਾਰਨ ਦੀ ਲੋੜ ਵੀ ਨਹੀਂ। ਤੁਹਾਡੇ ਸਾਹਮਣੇ ਤੁਸੀਂ ਦੇਖੋ ਕਿਵੇਂ ਸਭ ਕੁਝ ਜਾਂਦਾ, ਬਹੁਤ ਨੇੜੇ। ਕੂੜ ਨਿਵਤੀ ਨਾਨਕਾ ਖਾਲਸਾ ਹੈ। ਇਹ ਗੁਰੂ ਗ੍ਰੰਥ ਸਾਹਿਬ ਹੈ, ਜਨਾਂ ਦੀ ਰਾਤ ਪੜ੍ਹ ਕੇ ਦੇਖੋ। ਉਹਦੇ ਚ ਹਰਿੰਦਰ ਮਹਿਬੂਬ ਉਦੋਂ ਕਹਿੰਦਾ ਵੀ ਇਹ ਗੁਰੂ ਗ੍ਰੰਥ ਸਾਹਿਬ ਦੀ ਹੱਥ ਕੀ ਭਰ ਕੇ ਨਾ ਪਾੜੋ, ਇਹਦੀ ਹੱਥਕ ਨਾ ਕਰੋ, ਇਹਨੂੰ ਨਾ ਜਾਲੋ। ਪੜ੍ਹ ਕੇ ਦੇਖ ਲਓ, ਦੋ ਥਾਵਾਂ ਤੇ ਆਇਆ ਹੋਇਆ। ਇਹ ਜਾਤਾਂ ਹੋਣੀਆਂ ਹੀ ਸੀ, ਜੇ ਜੀ ਕੋਈ ਨਸਲ ਆ ਹੋਈ ਜੋ ਪਛਾਣ ਕਰਾਊਗੀ। ਉਹ ਜਿਹੜੇ ਬੰਦਿਆਂ ਨੂੰ ਜਿਨ੍ਹਾਂ ਦਾ ਦੀਨ ਹੀ ਨਹੀਂ, ਕੋਈ ਜਿਨ੍ਹਾਂ ਦੇ ਅੰਦਰ ਕੋਈ ਨਿਆਂ ਹੀ ਨਹੀਂ, ਛਲੇਡਿਆਂ ਵਰਗੇ ਬੰਦੇ, ਕਦੇ ਆ ਸ਼ਕਲ ਬਣਾ ਜੀ ਕਮਲੇ ਨੇ, ਪਾਗਲ। ਸਾਨੂੰ ਕੋਈ ਡਰ ਨਹੀਂ ਹੈ ਜੀ ਗੰਦਗੀ ਦਾ, ਪਰ ਇਹ ਗੰਦਗੀ ਨੂੰ ਜਵਾਬ ਉਹੀ ਦੇਣਾ ਜਿਹਦੇ ਨਾਲ ਭਸਮ ਹੋ ਜੇ। ਸਾਨੂੰ ਕੋਈ ਡਰ ਨਹੀਂ ਹੈਗਾ ਕਿਸੇ ਦਾ। ਤੇ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਨਹੀਂ ਡਰਨ ਦੀ ਲੋੜ। ਉਹ ਨਿੰਗਦੇ ਜਿਹੜੇ, ਉਹਨਾਂ ਨੂੰ ਪਿਆਰ ਕਰੋ। ਉਹ ਜਿਹੜਾ ਸ਼ਬਦ ਲੋ ਗ੍ਰੰਥ ਆ, ਜਿਹਨੂੰ ਉਹ ਗੁਰੂ ਦੀ ਬਾਣੀ ਮੰਨਦੇ ਨੇ, ਉਹ ਚ ਉਹਨਾਂ ਦਾ ਕਸੂਰ ਨਹੀਂ ਕੋਈ।
ਉਹਨਾਂ ਤੱਕ ਤੁਸੀਂ ਉਹ ਗਿਆਨ ਪਹੁੰਚਾ ਦਿਓ। ਤੁਸੀਂ ਕਿਹੜਾ ਪਹੁੰਚਾਇਆ? ਤੁਸੀਂ ਆਪਦੇ ਜੋਗਾ ਹੀ ਆ ਤੁਹਾਡੇ ਕੋਲੇ, ਪਰ ਜਿਹੜਾ ਉਹਦਾ ਕਾਰਨਾਮਾ ਵੱਡਾ ਉਹ ਤੇ ਵੱਡਾ ਹੀ ਆ, ਉਹ ਤੇ ਭੁਲਾਇਆ ਹੀ ਨਹੀਂ ਜਾ ਸਕਦਾ। ਜਿਹੜੀ ਵਿਪਰ ਸੰਸਕਾਰ ਦੀ ਕਿਤਾਬ ਆ, ਉਹ ਸਿੱਧੀ ਕਿਤਾਬ ਪੜ੍ਹੋ, ਉਹਦਾ ਹਰਿੰਦਰ ਦਾ ਹਵਾਲਾ ਦੇ ਕੇ ਬੋਲੋ, ਆਪਦਾ ਗਿਆਨ ਦੀ ਮੇਰ ਛੱਡ ਦੋ। ਜਦੋਂ ਆਪਦੇ ਗਿਆਨ ਦੀ ਮੇਰ ਚ ਲਿਆਉਂਦੇ ਹੋ, ਥੋੜੇ ਕਿ ਜਿਹੜਾ ਹੋ ਜਾਂਦਾ ਉਹ ਛੇਤਰੀ ਖਾਣੇ ਨੇ। ਪਰ ਇੱਕ ਦੀ ਮੈਨੂੰ ਪਤਾ, ਪੱਗ ਵੀ ਲਾਤੀ ਸੀ, ਇੱਜ਼ਤਦਾਰ ਬੰਦੇ, ਜਦੋਂ ਤੁਹਾਡੇ ਕੋਲੇ ਉਹਦਾ ਵਿਜਨ ਹੀ ਨਹੀਂ, ਰੀਸ ਜੀਨੀਅਸ ਦੀ ਕਰਦੇ ਹੋ, ਉਹਦਾ ਨਾਂ ਲੈਂਦਿਆਂ ਤੁਹਾਡਾ ਕੀ ਘਟਦਾ? ਕਿ ਭਾਈ ਮੈਨੂੰ ਨਹੀਂ ਉਹਨਾਂ ਸਮਝ ਆਇਆ, ਪਰ ਮੈਂ ਇੱਕ ਗੱਲ ਮੰਨ ਗਿਆ ਵੀ ਤੁਹਾਡਾ ਹੌਸਲਾ ਨਹੀਂ ਪੈਣਾ ਉਹਨੂੰ ਪੜ੍ਹ ਕੇ ਕਿ ਤੁਸੀਂ ਉਹਨੂੰ ਗੁਰੂ ਦੀ ਕਹਿ ਦਿਓ। ਮੱਥੇ ਚ ਗੁਰ ਸਮਰੱਥ ਜਗਾਏ ਖਾਲਸਾ। ਖਾਲਸਾ ਆਪਣੇ ਮੱਥੇ ਦੇ ਵਿੱਚ ਸਮਰੱਥ ਗੁਰੂ ਨੂੰ ਜਗਾਏ, ਜਿਹੜੀ ਗੁਰੂ ਦੀ ਬਲੈਸਿੰਗ ਆ। ਮੱਥੇ ਚ ਗੁਰ ਸਮਰੱਥ ਜਗਾਏ ਖਾਲਸਾ, ਅਜ਼ਲ ਅਬਦ ਨੂੰ ਹੱਥ ਲਗਾਏ ਖਾਲਸਾ। ਅਜ਼ਲ ਕੀ ਬਿਗਨਿੰਗ ਆਫ ਟਾਈਮ, ਜਦੋਂ ਸਮਾਂ ਸ਼ੁਰੂ ਹੋਇਆ, ਜਿਹੜੇ ਮਾਰੂ ਸੋਲੇ ਨੇ ਉਹਦੇ ਚ ਆਉਂਦਾ ਅਰਬਦ ਨਰਬਦ ਵਗੈਰਾ, ਬਿਗਨਿੰਗ ਆਫ ਟਾਈਮ। ਗੁਰਬਾਣੀ ਚ ਤਾਂ ਜੋ ਸਮਾਂ ਸ਼ੁਰੂ ਨਹੀਂ ਹੋਇਆ ਉਹ ਵੀ ਹੈ, ਉਹ ਵਕਤ ਵੀ ਬਹੁਤ ਕਮਾਲ। ਅਜ਼ਲ ਅਬਦ ਨੂੰ ਹੱਥ ਲਗਾਏ ਖਾਲਸਾ। ਖਾਲਸਾ ਉਹਨਾਂ ਥਾਵਾਂ ਨੂੰ ਛੋਹ ਰਿਹਾ, ਉਹਦੀ ਪਹੁੰਚ ਆ ਰਹੇ। ਕਿਹੜੇ? ਜਦੋਂ ਸਮਾਂ ਸ਼ੁਰੂ ਹੋਇਆ ਉਦੋਂ ਪਹਿਲੇ ਟਾਈਮ ਸਤਿਕਾਰ ਜਿਹੜਾ ਵੱਡੇ ਤੋਂ ਵੱਡਾ ਰੱਬ ਦੇ ਕਰਦਾ, ਉਹ ਅਬਦ, ਰਿਸਪੈਕਟ, ਆਨਰ। ਤੁਰਦੇ ਪੰਧ ਅਕਥ ਗੁਰ ਇੱਕ ਪੰਜ ਹੋ। ਪੰਜੇ ਰੂਪ ਇੱਕ ਗੁਰੂ ਹੋ ਕੇ ਅਕਥ ਪੈਂਡੇ ਮਾਰਕ ਕਰ ਰਹੇ ਹੈਗੇ, ਵੱਖਰੇ ਨੇ ਪਰ ਜੋਤ ਇੱਕ ਗੁਰੂ ਦੀ ਹੈ ਪੰਜਾਂ ਦੇ ਵਿੱਚ। ਇਸ ਕਰਕੇ ਜਦੋਂ ਇੱਕ ਉਹਨਾਂ ਪੰਜਾਂ ਚੋਂ ਆਉਂਦਾ ਹੈ, ਉਹ ਪੰਜ ਵੀ ਨਾਲ ਹੀ ਨੇ, ਕਿਉਂਕਿ ਉਹਨੇ ਗੁਰੂ ਨੇ ਉਹਨਾਂ ਤੋਂ ਅੰਮ੍ਰਿਤ ਛਕ ਕੇ ਉਹਨਾਂ ਨੂੰ ਬਲੈਸਿੰਗ ਦੇ ਵਿੱਚ ਲੈ ਆਇਆ, ਆਪਣੇ ਜਿਹੇ ਬਣਾ ਲਿਆ। ਤੁਰਦੇ ਪੰਧ ਅਕਥ ਗੁਰ ਇੱਕ ਪੰਜ ਹੋ, ਬਾਰਣ ਅੰਮ੍ਰਿਤ ਬਤ ਕਲਗੀ ਲਏ ਮੋਹ। ਉਹ ਗੁਰੂ ਨੂੰ ਜਦੋਂ ਅੰਮ੍ਰਿਤ ਦੀ ਬਤ ਬਖਸ਼ਦੇ ਨੇ ਨਾ, ਗੁਰੂ ਦੀ ਕਲਗੀ ਉਹਨਾਂ ਨੂੰ ਪਿਆਰ ਦੇ ਰਹੀ ਹੈ, ਬਖਸ਼ਿਸ਼ ਕਰ ਰਹੀ। ਉਹ ਅੰਮ੍ਰਿਤ ਦੇ ਰਹੇ ਨੇ, ਗੁਰੂ ਦੀ ਕਲਗੀ ਉਹਨਾਂ ਨੂੰ ਬਲੈਸ ਕਰ ਰਹੀ। ਕਲਗੀਆਂ ਵਾਲਾ, ਨੀਲੇ ਵਾਲਾ, ਇਹ ਐਵੇਂ ਨਹੀਂ ਨਾਂ ਲਿਖਿਆ, ਉਹਦੀ ਸ਼ਾਨ ਹੀ ਹੋਰ ਹੈ। ਜਿਹੜਾ ਉਹਦੇ ਵਿੱਚ ਬਣ ਵੱਲ ਜਾਂਦਿਆਂ ਰਾਹਾਂ ਤੇ ਬੈਠੀ, ਖੇਡਾਂ ਮੈਂ ਉਮਰਾਂ ਦੇ ਨਾਲ। ਹਜ਼ਾਰਾਂ ਉਮਰਾਂ ਦੇਖੀਆਂ ਨੇ ਮੈਂ, ਪੀਲਿਆਂ ਪੱਤਾਂ ਦੀ ਲਾ ਕੇ ਮਗਰੀ ਲੰਘ ਗਏ ਸਾਲਾਂ ਦੇ ਸਾਲ। ਪੌਣੋ ਜਗਾਵੋ ਨੀ ਬਣ ਵਿੱਚ ਸੁੱਤੜਾ, ਜਿਹੜਾ ਮਛਪੜੇ ਦੇ ਜੰਗਲ ਚ ਪਿਆ ਸੀ। ਬੇਪਰਵਾਹੀਆਂ ਦੇ ਹਾਲ, ਮੱਥੇ ਤੇ ਚਮਕਣ ਬਿਜਲੀ ਦੇ ਚਾਨਣ। ਉਹ ਜਿਹੜਾ ਇਲਾਹੀ ਨੂਰ ਚਮਕਦਾ ਦੇ ਮੱਥੇ ਤੇ, ਕੁੱਖਾਂ ਚ ਦੇਵੇ ਉਹ ਬਾਹਰ। ਮਾਮਾ ਦੀਆਂ ਕੁੱਖਾਂ ਅੱਗੇ ਪੁੱਤਰਾਂ ਚ ਆ ਗਿਆ। ਸਾਹਿਬਜ਼ਾਦਿਆਂ ਵਰਗੇ ਬੱਚੇ ਹੁੰਦੇ ਨੇ ਸਿੱਖ। ਇਹ ਹਰਿੰਦਰ ਮਹਿਬੂਬ ਦੀ ਪੋਇਟਰੀ ਹੈ। ਮੱਥੇ ਤੇ ਚਮਕਣ ਬਿਜਲੀ ਦੇ ਚਾਨਣ, ਕੁੱਖਾਂ ਚ ਦੇਵੇ ਉਹ ਬਾਹਰ। ਪੌਣੋ ਜਗਾਵੋ। ਪੌਣ ਸਭ ਤੋਂ ਵੱਧ ਸ਼ਾਰਪ ਸੁਨੇਹਾ ਲਿਜਾਣ ਚ, ਇਹਨੂੰ ਸਭ ਤੋਂ ਤੇਜ਼ ਮੰਨਿਆ। ਇਹ ਮਾਰਟਨ ਲਿੰਗਜ਼ ਨੇ ਵੀ ਲਿਖਿਆ
ਜਿਹੜੀ ਉਹਨੇ ਕੈਲੀਗ੍ਰਾਫੀ ਦੇ ਉੱਤੇ ਇਸਲਾਮ 'ਚ ਕਿਤਾਬ ਲਿਖੀ ਆ ਕਿ ਕੁਰਾਨ ਨੂੰ ਕਿਵੇਂ ਅੱਡ-ਅੱਡ ਖੂਬਸੂਰਤ ਅੱਖਰਾਂ ਦੇ ਵਿੱਚ ਕਾਤਬਾ ਨੇ ਲਿਖਿਆ। ਉਹ ਕਿਤਾਬ ਬਹੁਤ ਕਮਾਲ ਆ, ਮੇਰੇ ਕੋਲ $500-600 ਦੀ ਆ, ਬੜੀ ਮਹਿੰਗੀ। ਉਹਦੇ ਵਿੱਚ ਉਹਨੇ ਭੂਮਿਕਾ 'ਚ ਲਿਖਿਆ ਕਿ ਹਵਾਵਾਂ ਸਭ ਤੋਂ ਸ਼ਾਰਪ ਨੇ ਸੁਨੇਹਾ ਲਿਜਾਣ ਪਹੁੰਚਾਉਣ ਦੇ ਵਿੱਚ, ਦੂਤ ਦੇ ਤੌਰ ਤੇ। ਪੰਜ ਨਾਲ ਇੱਕ ਬਾਸ ਗੈਬੀ ਆਖਰੀ, ਪੰਜਾਂ ਨਾਲ ਇੱਕ ਗਾਇਬੀ ਬਾਸ ਜਿਹੜਾ ਅਣਦਿਸਦਾ, ਜਿਵੇਂ ਅੰਮ੍ਰਿਤ ਵੀ ਅਣਦਿਸਦਾ ਹੀ ਸੀ। ਉਹ ਫਲਾਈਟ ਆ ਬਾਜ਼ ਕੀ, ਬਾਜ਼ ਵਰਗੀ, ਜਿਹਨੂੰ ਕੋਈ ਰੋਕ ਨਾ ਸਕੇ, ਜਿਹਦੇ ਚ ਬਰਕਤ ਆ, ਤਾਕਤ ਆ, ਜਿਹਨੂੰ ਧਰਤੀ ਦੇ ਉੱਤੇ ਕਿਸੇ ਤਸ਼ਬੀਹ ਚ ਦਿੱਤਾ ਜਾ ਸਕਦਾ। ਤੇ ਇਹ ਬਾਜ਼ ਆ ਜਿਹੜਾ, ਇਹਦਾ ਇੱਕ ਸਪਿਰਿਚੁਅਲ ਰਿਲੇਸ਼ਨ ਵੀ ਆ। ਜਦੋਂ ਚੀਜ਼ ਸਪਿਰਿਚੁਅਲ ਨੇੜਤਾ ਚ ਆ ਗਈ, ਮੇਰ ਚ ਆ ਗਈ, ਉਹਦੇ ਨਾਲ ਰਿਲੇਸ਼ਨ ਵੀ ਹੋ ਗਿਆ ਸਟੈਬਲਿਸ਼। ਪੰਜ ਨਾਲ ਇੱਕ ਬਾਜ਼ ਗੈਬੀ ਆਖਰੀ, ਹੁਣ ਕਲਗੀਧਰ ਨਾਜ਼ ਪਵਨ ਚਾਕਰੀ। ਹੁਣ ਕਲਗੀਧਰ ਦੇ ਜਿਹੜੇ ਉਹ ਪੈਗੰਬਰਾਂ ਵਾਲੀਆਂ ਸ਼ਾਨਾਂ ਨੇ, ਖਾਲਸੇ ਦੀ ਸੇਵਾ ਚ ਆ ਗਿਆ ਕਿ ਉਹਨਾਂ ਨੇ ਕਿਹਾ ਇਥੋਂ ਨਿਕਲ ਕੇ ਜਾਣ, ਗੁਰੂ ਹੁਕਮ ਮੈਨ ਕੇ ਤੁਰ ਪਏ। ਇਹ ਚਾਕਰੀ ਆ ਕਿ ਖਾਲਸੇ ਦਾ ਹੁਕਮ ਗੁਰੂ ਨੇ ਕਿਵੇਂ ਮੰਨਿਆ, ਉਹ ਸ਼ਾਨ ਬਹਾਲ ਕਿਵੇਂ ਰਹੀ। ਇਹਨੂੰ ਨਿੱਕੇ ਜਿਹੇ ਅਰਥ ਥੋੜੇ ਦੇ ਲਾਂਗੇ ਅਸੀਂ। ਤੁਸੀਂ ਸੋਚ ਕੇ ਦੇਖੋ, ਉਹ ਬੰਦਿਆਂ ਦਾ ਲੈਵਲ ਦੇਖੋ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਹੱਤਕ ਲਈ ਤਾਂ ਉਹਨਾਂ ਦੀ ਆਤਮਾ ਚ ਹੀ ਨਹੀਂ ਕੁਛ। ਉਹ ਡੰਗਰ ਦੇਖੋ ਕਹੇ, ਇਦੋਂ ਵੱਡਾ ਡੰਗਰ ਆਦਮੀ ਕੀ ਹੋਊਗਾ, ਖੋਤਾ ਆਦਮੀ, ਜਿਹੜਾ ਉਹਦੇ ਮੂਹਰੇ ਇਹ ਜਿਹੀਆਂ ਚੀਜ਼ਾਂ ਨੂੰ ਮਿਣ ਕੇ ਤਰਸ ਦਿਖਾਉਂਦਾ। ਕਿਉਂਕਿ ਘਰ ਚੋਂ ਹੀ ਮੇਰ ਬਣਾਈ ਹੋਈ ਆ। ਦੇਖੋ ਸਹੀ, ਤੁਸੀਂ ਦੇਖਦੇ ਜਾਓ ਨੇੜੇ ਜੀ, ਇਹ ਸਾਰਾ ਕੁਝ ਕਿਵੇਂ ਕੱਚ ਵਾਂਗੂ ਟੁੱਟਦਾ। ਸਾਰਾ ਕੁਝ ਤੁਹਾਡੇ ਮੂਹਰੇ ਹੀ ਆ, ਨੇੜੇ ਜੀ ਆ, ਬਸ ਜਮੇ ਨਹੀਂ ਦੂਰ। ਹੁਣ ਕਲਗੀਧਰ ਨਾਜ਼ ਪਾਵਨ ਚਾਕਰੀ, ਕਲਗੀਧਰ ਦੀ ਪਿਆਸ ਪੰਜ ਦੀ ਸੁਰਤ ਤੇ। ਪੰਜਾਂ ਦੀ ਸੁਰਤ ਆ ਜਿਹੜੀ, ਉਹ ਗੁਰੂ ਦੀ ਪਿਆਸ ਬੁਝਾਉਂਦੀ ਆ। ਗੁਰੂ ਦੀ ਪਿਆਸ ਕੀ ਹੈ? ਖਾਲਸਾ ਗੁਰੂ ਰੂਪ ਹੋਵੇ। ਗੁਰੂ ਰੂਪ ਕਦੋਂ ਹੈ? ਜਦੋਂ ਅਮਲ ਚ ਪੂਰਾ। ਗੁਰੂ ਨੂੰ ਪਿਆਸ ਕਾਹਦੀ ਆ? ਉਹਦੇ ਅਮਲ ਚ ਪੂਰੇ ਹੋਣਗੇ। ਜੋ ਪੂਰਾ ਗੁਰੂ ਦੀ ਪਿਆਸ ਬੁਝ ਗਈ। ਕਲਗੀਧਰ ਦੀ ਪਿਆਸ ਪੰਜ ਦੀ ਸੁਰਤ ਤੇ, ਉਹਨਾਂ ਦੀ ਸੁਰਤ ਦੇ ਉੱਤੇ ਆ ਕਿ ਸੁਰਤ ਕਿਤੇ ਡਿੱਗ ਨਾ ਪਵੇ। ਜਿਵੇਂ ਬੰਦੇ ਨਾਲ ਪੰਜ ਭੇਜੇ ਸੀ, ਉਹ ਡਿੱਗੀ ਸੁਰਤ। ਉਹ ਤੇ ਕੈਦ ਹੋ ਗਿਆ ਸੀ, ਸਿੱਖਾਂ ਨੇ ਛਡਾਇਆ ਉਹਨੂੰ। ਬਾਬਾ ਨੌਤ ਸਿੰਘ ਜੀ ਉਹਨਾਂ ਨੇ ਤੇ ਕਾਨ ਸਿੰਘ ਉਹਨਾਂ ਨੇ ਉੱਥੇ ਆਪਣੇ ਪਹਾੜਾਂ ਦੇ ਵਿੱਚ ਲੜਿਆ ਵੀ ਬਥੇਰਾ। ਜਿੱਥੇ ਦਲੇਰੀ ਦਿਖਾਈ, ਕਮਾਲ ਆ ਉੱਥੇ ਤੇ ਬਹੁਤ ਕਮਾਲ। ਉਹਨੇ ਮਹਾਂਕਾਵ ਚ ਵੀ ਚਿਤਰਿਆ, ਉਹਨੇ 8ਵੀਂ ਕਿਤਾਬ ਚ ਵੀ ਚਿਤਰਿਆ, ਉਹਨੇ ਗੁਰੂ ਗੋਬਿੰਦ ਸਿੰਘ ਵਾਲੀ ਕਿਤਾਬ ਚ ਵੀ ਚਿਤਰਿਆ, ਜਿਹੜੀ ਚੌਥੀ ਕਿਤਾਬ ਆ ਕਲਗੀਆਂ ਵਾਲਾ ਨੀਲੇ ਵਾਲਾ। ਬਹੁਤ ਕਮਾਲ ਲਿਖਿਆ ਉਹਦਾ ਤਾਂ, ਇੰਨਾ ਕਮਾਲ ਆ ਸੋਚ ਵੀ ਨਹੀਂ ਸਕਦਾ ਬੰਦੇ ਦੇ ਉੱਤੇ ਇੰਨਾ ਲਿਖਿਆ ਕਮਾਲ, ਬਹੁਤ ਕਮਾਲ। ਕਿਉਂਕਿ ਉਹਨੇ ਐਪਿਕ ਲਿਖਣਾ ਸੀ, ਉਹਦੇ ਲਈ ਕਲੈਰਿਟੀ ਚਾਹੀਦੀ ਸੀ ਉਹਨਾਂ ਚੀਜ਼ਾਂ ਦੀ। ਉਹ ਗੁਰੂ ਦੇ ਹੁਕਮ ਦੇ ਵਿੱਚ, ਉਹ ਨੇਮ ਦੇ ਵਿੱਚ ਚੀਜ਼ ਪੂਰੀ ਉਤਰਨੀ ਚਾਹੀਦੀ ਸੀ। ਉਹ ਤੇ ਜਦੋਂ ਸਟੱਡੀ ਕਰਦਾ ਹੁੰਦਾ ਸੀ, ਮੈਂ ਬਲਵਿੰਦਰ ਸਿੰਘ ਨੂੰ ਹੀ ਦੱਸਦਾ, ਜਿਹੜਾ ਹਰਿੰਦਰ ਤੇ ਸਵਾਲ ਚੁੱਕਦਾ। ਉਹ ਨੰਗਲ ਕੋਲੇ ਨਾ, ਜਿਹੜਾ ਭਾਖੜਾ ਡੈਮ ਤੋਂ ਥੱਲੇ 2-3 ਮੀਲ ਤੇ ਜਾ ਕੇ ਇੱਕ ਨੀਵੀਂ ਜੀ ਥਾਂ, ਉੱਥੇ ਬੱਸ ਸਟੈਂਡ ਬਣਿਆ ਹੋਇਆ ਦਰਿਆ ਦੇ ਕੰਢੇ। ਉੱਥੇ ਕੱਪੜੇ ਲਾ ਕੇ ਦਰਿਆ 'ਚ ਵੜ ਗਿਆ ਹੈ
ਪਾਰ ਕਰਕੇ ਵਾਪਸ ਆ ਗਿਆ। ਉੱਥੇ ਇੱਕ ਇੰਜੀਨੀਅਰ ਸੀ ਦਰਿਆ ਦਾ, ਉਸ ਦਰਿਆ ਦਾ ਇੰਜੀਨੀਅਰ ਸੀ ਉਹ ਹਿੰਦੂ ਸੀ ਨਾਲੇ। ਉਹ ਕਹਿੰਦਾ ਤੂੰ ਕੌਣ ਹੈ? ਆਮ ਬੰਦਾ ਨਹੀਂ ਹੈਗਾ। ਕਹਿੰਦਾ ਤੂੰ ਇੱਥੋਂ ਤਾਂ ਬੰਦਾ ਲੰਘ ਹੀ ਨਹੀਂ ਸਕਦਾ। ਕਹਿੰਦਾ ਤੂੰ ਨੱਕ ਵੀ ਆ ਗਿਆ। ਸਾਲ ਭਰ ਉਹਦੇ ਨੂੰ ਖਾਤਾ ਹੀ ਗਿਆ ਲੈਟਰ। ਇਹੋ ਜਿਹਾ ਬੰਦਾ ਸੀ ਇਹ। ਦਰਿਆਵਾਂ ਨਾਲ ਸੱਚੀ ਮੁੱਚੀ ਦੀ ਦੋਸਤੀ ਸੀ ਇਹਦੀ, ਜਿਹੜੀ ਗੁਰੂਆਂ ਦੀ ਹੈ। ਪੜ੍ਹ ਕੇ ਦੇਖੋ, ਤੀਜਾ ਗੁਰੂ ਜਦੋਂ ਪਾਣੀ ਲੈ ਕੇ ਆਉਂਦਾ, ਦਰਿਆ ਦੀ ਬਿਊਟੀ ਕੀ ਹੈ। ਜਾਂ ਇਲਾਹੀ ਨਦਰ ਦੇ ਪੈਂਡੇ ਪੜੋ, ਦਰਿਆਵਾਂ ਦੀ ਖੂਬਸੂਰਤੀ ਕੀ ਆ। ਗੁਰੂ ਨਾਨਕ ਸਾਹਿਬ ਵਾਲੇ ਐਪ ਕੁਝ 200 ਦਰਿਆ, ਉਹ ਗੁਰਮੁਖ ਨੇ ਦਰਿਆ। ਉਹਨਾਂ ਦੀ ਗੁਰਮੁਖਾਂ ਵਾਲੀ ਸ਼ਖਸੀਅਤ। ਇਹ ਨਹੀਂ ਵੀ ਇੱਕ ਦਰਿਆ ਦਾ ਇੱਕੋ ਜਿਹਾ ਪਾਣੀ ਚ ਤਰਤਾ। ਦਰਿਆਵਾਂ ਦੀਆਂ ਸ਼ਖਸੀਅਤਾਂ ਨੇ ਗੁਰਮੁਖਾਂ ਰੂਪ ਚ। ਜਿਵੇਂ ਭਾਈ ਗੁਰਦਾਸ ਗੁਰਮੁਖਾ, ਮਰਦਾਨਾ ਗੁਰਮੁਖਾ, ਭਾਈ ਨੰਦ ਲਾਲ ਗੁਰਮੁਖਾ, ਭਾਈ ਅਤਰ ਸਿੰਘ ਗੁਰਮੁਖਾ, ਸੁਖਮਣੀ ਸਾਹਿਬ ਦੇ ਵਿੱਚ ਗੁਰਮੁਖਾ। ਗੁਰਮੁਖਾ ਜਿਹੜਾ ਇਹ ਨਾਮ ਚੋਂ ਕਢਿਆ ਜਾਂਦਾ। ਕੌਮਾਂ ਨਾਮ ਚੋਂ ਕਢੀਆਂ ਜਾਂਦੀਆਂ। ਪੈਗੰਬਰ ਕੱਢਦਾ ਨਾਮ, ਕੌਮ ਨੂੰ ਕੱਢਦਾ ਤੇ ਸਾਜਦਾ। ਜਿੱਥੇ ਨਾਮ ਨਹੀਂ ਉੱਥੇ ਕੌਮ ਅਧੂਰੀ ਆ, ਅਧੂਰਾ ਹੀ ਉਹਦਾ ਸਫ਼ਰ। ਕਲਗੀਧਰ ਦੀ ਪਿਆਸ ਪੰਜ ਦੀ ਸੁਰਤ ਤੇ ਬਗੀ ਤਾਂ ਅੰਮ੍ਰਿਤ ਖਾਸ। ਉੱਚਿਓ ਉਤਰਦੇ, ਉੱਚਿਓ ਉਤਰਦੇ। ਜਦੋਂ ਸੁਰਤੋਂ ਨਾ ਚਾਹੀ ਪੰਜਾਂ ਚ, ਉਸਮਾਨਾਂ ਵੱਲੋਂ ਜਿੱਥੋਂ ਬਾਣੀ ਆਈ ਅੰਮ੍ਰਿਤ ਉਤਰਦੇ ਆ। ਭਗਤ ਸਿੰਘ ਬਣ ਕੇ ਆ, ਗੁਰੂ ਅਮਰ ਦੀ ਦਾਤ ਲੈ। ਖਾਲਸੇ ਨੇ ਵੀ ਛਕਿਆ ਫੇਰਾ। ਦੋਨੇ ਰੂਪ ਦੇਖੋ ਕਿੰਨੇ। ਇਹ ਜੀਨੀਅਸ ਹੁੰਦਾ। ਮੇਰਾ ਵੱਡਾ ਦੋਸਤ ਸੀ, ਸਾਰੀ ਉਮਰ ਮਾਰਿਆ ਸੀ, ਬੱਚੀਆਂ ਵੀ ਇਕੱਠੀਆਂ ਨੇ, ਚਾਰੇ ਦਰਿਆ ਨਹਿਰਾਂ ਪਾਰ ਕੀਤੀਆਂ ਨੇ, ਨਹਾਤੇ ਆ ਬਹੁਤ ਹੀ ਜ਼ਿਆਦਾ, ਇਕੱਠੇ ਰਹੇ ਆ, ਗਾਉਂਦੇ ਹੁੰਦੇ। ਬੜੀ ਮੇਰੀ ਆਵਾਜ਼ ਬਹੁਤ ਸੋਹਣੀ ਸੀ, ਛੋਟੇ ਹੁੰਦੇ ਦੀ ਰਾਂਚਰਾ ਰਹਿੰਦੇ ਹੁੰਦੇ। ਮੈਂ ਉਹਦੀ ਇੰਨੀ ਦੂਰੀ ਰੱਖ ਕੇ ਗੱਲ ਕਰਦਾ, ਤੁਹਾਡੀ ਕੀ ਜ਼ਰੂਰਤ ਹੈ? ਮੈਨੂੰ ਤਾਂ ਇੰਨਾ ਡਰ ਲੱਗਦਾ, ਉਹ ਐਡਾ ਗ੍ਰੇਟ ਆ। ਉਹਦਾ ਭਰਾ ਹੀ ਬੋਲੀ ਜਾਂਦਾ, ਨਾ ਉਹਨੂੰ ਆਉਂਦਾ ਕੁਛ। ਉਹ ਕਹਿੰਦਾ ਇਹਦੀ ਆਪਣਾ ਅਕਸ ਖਰਾਬ ਕਰਦਾ। ਕਹਿੰਦਾ ਸਾਡੇ MLA ਦਾ ਵਾਹ ਮਾਂ ਦੇ ਪੁੱਤ, ਤੇਰੀ ਵੀ ਲੋਹੜੀ ਵੰਡੀ ਸੀ, ਤੂੰ ਸਿਆਸੀ ਬੰਦੇ ਦਾ ਅਕਸ ਹੀ ਕਹਿੰਦਾ ਖਰਾਬ ਕਰ ਰਿਹਾ। ਮੈਂ ਇਹਦਾ ਅਕਸ ਬਣਿਆ ਕਦੋਂ ਸੀ? ਸਿਆਸੀ ਬੰਦੇ ਦਾ ਕੀ ਅਕਸ ਹੁੰਦਾ? ਉਹ ਤਾਂ ਆਪ ਹੀ ਡੁੱਬੀ ਖੜਾ ਹੁੰਦਾ ਆਪਦੇ ਆਪ ਨੂੰ। ਜੇ ਨਹੀਂ ਡੁੱਬਿਆ ਡੁੱਬ ਜੂਗਾ, ਬਲੀ ਦਾ ਡੁੱਬ ਚੁੱਕਿਆ। ਬਗੀ ਤਾਂ ਅੰਮ੍ਰਿਤ ਖਾਸ, ਉੱਚਿਓ ਉਤਰਦੇ। ਗੁਰੂ ਸੋਹਜ ਅਰਦਾਸ ਸੀਨੇ ਪਿਆਰੇ। ਉਹ ਅੰਮ੍ਰਿਤ ਛਕਾਉਂਦੇ ਨੇ। ਗੁਰੂ ਦਾ ਸੋਹਜ, ਜਿਹੜੀ ਗ੍ਰੇਸ ਆ, ਬ੍ਰਾਈਟਨੈਸ ਆ, ਸਪਲੈਂਡਰ ਆ, ਉਹ ਗੁਰੂ ਦਾ ਉਹਨਾਂ ਦੇ ਵਿੱਚ ਆ। ਤੇ ਉਹ ਗੁਰੂ ਨੂੰ ਦਾਤ ਦੇ ਰਹੇ। ਕਿੱਡੀ ਬਲੈਸਿੰਗ ਆ ਧਰਤੀ ਦੇ ਉੱਤੇ, ਕਿੱਡੀ ਗੱਲ ਹੈ। ਕਿੱਡੀ ਦਾਤ। ਅਸੀਂ ਕਿੱਡੇ ਭਾਗੀ। ਅਸੀਂ ਨਾ ਵੀ ਅੰਮ੍ਰਿਤ ਛਕਿਆ ਹੋਵੇ ਫਿਰ ਵੀ ਕਿੱਡੇ ਭਾਗੀ ਕਿ ਸਾਨੂੰ ਗੁਰੂ ਨੇ ਦਿੱਤਾ ਕਿੰਨਾ ਕੁਛ। ਕਿੱਡੀ ਦਾਤ ਸਾਡੇ ਕੋਲ। ਗੁਰੂ ਸੋਹਜ ਅਰਦਾਸ ਪ੍ਰੇਅਰ ਸੀਨੇ ਪੰਜਾਂ ਪੈ। ਅਰਦਾਸ ਕਿਹੜੀ? ਪਹਿਲਾਂ ਤਾਂ ਉਹਦੇ ਚ ਪੜੋ ਸ਼ਬਦ ਸਗਾਹ ਚ, ਜਿੱਥੇ ਗੁਰਮੁਖ ਸੁਰਤ ਆਉਂਦੀ ਆ। ਮੇਰਾ ਖਿਆਲ ਆ ਉਹ 26-27 ਸਫ਼ੇ ਨੇ ਘੱਟ ਤੋਂ ਘੱਟ। ਫਿਰ 7ਵੀਂ ਕਿਤਾਬ ਚ ਆਉਂਦੀ ਆ। ਫਿਰ ਜਿਹੜੀ ਆਖਰੀ 8ਵੀਂ ਚ ਆਉਂਦੀ ਆ। ਅਰਦਾਸ ਦੇ 4 ਰੂਪ ਕੀ ਨੇ? ਦੁਨੀਆ ਦੀ ਸਭ ਤੋਂ ਵੱਡੀ ਅਰਦਾਸ ਕੁਰਾਨ ਦੀ ਵੀ ਗ੍ਰੇਟ ਆ। ਉਹ ਗ੍ਰੇਟ ਆ। ਉਦੋਂ ਪਹਿਲਾਂ ਓਲਡ ਟੈਸਟਾਮੈਂਟ ਦੀ ਰਿਗਵੇਦੇ ਕਿੱਥੇ ਖੜੇ ਨੇ ਉਸ ਅਰਦਾਸ ਚ? ਪੜ੍ਹ ਕੇ ਤਾਂ ਦੇਖੋ।
ਉਹਦੇ 4 ਰੂਪ ਕੀ ਨੇ, ਜਿਹਦੇ ਵਿੱਚ ਪਰਲਸ ਬਕ ਦੱਸ ਰਹੀ ਆ ਕਿ ਦੁਨੀਆ ਦੀ ਸਭ ਤੋਂ ਵੱਡੀ ਇਹ ਪਰਿਆਰਾ ਨਹੀਂ ਸ਼ਾਂਤੀ ਕਿਤੇ ਨਹੀਂ। ਉੱਥੇ ਹੀ ਆਰਨਲਡ ਟਵੈਨ ਵੀ ਦੱਸ ਰਿਹਾ, ਉਹ ਕਹਿੰਦਾ ਆਖਰੀ ਸ਼ਾਂਤੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਬੰਦੇ ਨੂੰ ਦੇਵੇਗਾ। ਉਹ ਕਈ ਵਾਰੀ ਖਿਲਾਫ ਵੀ ਬੋਲਦਾ, ਉਹ ਵੀ ਆ ਜਾਂਦਾ, ਉਹ ਸੰਗੇ ਅਸਬਦ ਦੇ ਵੀ ਖਿਲਾਫ ਬੋਲਦਾ। ਦੇ ਵਿੱਚ ਸੰਗੇ ਅਸਬਦ ਦਾ ਉਹ ਪੱਥਰ ਪਿਆ ਉੱਥੇ ਇਬਰਾਹੀਮ ਨੇ ਜਿਹੜਾ ਟਿਕਾਇਆ ਸੀ, ਇਹਨੇ ਉਹ ਰੱਖੀ ਸੀ ਕਾਬੇ ਦੀ ਜਦੋਂ ਆਪਦੇ ਬੇਟੇ ਨਾਲ, ਉਹ ਪੱਥਰ ਤੇ ਵੀ ਉਹਨੂੰ ਬੁੱਤ ਪ੍ਰਸਤੀ ਕਹਿੰਦਾ। ਪਰ ਮਹਿਬੂਬ ਨੇ ਕਮਾਲ ਲਿਖਿਆ ਕਿ ਬੁੱਤ ਪ੍ਰਸਤੀ ਕੀ ਹੁੰਦੀ ਹੈ, ਇਹ ਕੀ ਹੈ। ਤਾਂ ਗੁਰੂ ਗ੍ਰੰਥ ਸਾਹਿਬ ਨੂੰ ਸਿੱਖ ਮੱਥਾ ਟੇਕਦੇ ਨੇ, ਬੁੱਤ ਪ੍ਰਸਤੀ ਹੈ। ਬੁੱਤ ਪ੍ਰਸਤੀ ਹੈ ਜਦੋਂ ਤੁਸੀਂ ਅਕਲ ਦੇ ਘੇਰੇ 'ਚ ਖੜੇ, ਜਿਹੜੀ ਇਹਨੇ ਤੁਹਾਨੂੰ ਬੁੱਤ ਪ੍ਰਸਤੀ ਚੋਂ ਕੱਢਿਆ ਉਹਦਾ ਸਤਿਕਾਰ ਥੋੜਾ ਬੁੱਤ ਪ੍ਰਸਤੀ ਹੈ। ਉਹਦੇ ਨਾਲ ਨੇੜਤਾ ਤੁਸੀਂ ਕਿਵੇਂ ਬਣਾਓਗੇ? ਸ਼ਰਧਾ ਸਤਿਕਾਰ ਕਿਵੇਂ ਬਣਾਓਗੇ? ਗੁਰੂ ਸੋਹਜ ਅਰਦਾਸ ਸੀਨੇ ਪਿਆਰਿਆਂ, ਤੀਜੀ ਕਿਤਾਬ ਪੜ੍ਹੋ, ਜਪਜੀ ਸਾਹਿਬ ਜੀ ਦੇਖੋ ਅਰਦਾਸ ਕੀ ਹੈ। ਪਹਿਲੇ 26 ਸਫ਼ੇ ਨੇ ਜਿਹੜੇ ਕਿ ਗੁਰੂ ਨਾਨਕ ਸਾਹਿਬ ਦਾ ਜਪਜੀ ਹੋਈ ਕੀ ਹੈ, ਪਹਿਲੀ ਜਿਹੜੀ ਪ੍ਰੇਅਰ ਉਹ ਕੀ ਹੈ, ਉਹਦਾ ਕੀ ਫਰਕ ਆ। ਫਿਰ ਸ਼ਬਦ ਸਗਾ ਸਾਰੀ ਕਿਤਾਬ ਪੜ੍ਹੋ, ਫਿਰ ਅਗਲੇ ਗੁਰੂ ਪੜ੍ਹੋ ਕਿ ਅਰਦਾਸ ਕੀ ਚੀਜ਼ ਹੈ, ਅਮਲ ਕੀ ਹੈ, ਉਹਨਾਂ ਰਾਹੀਂ ਕਿਵੇਂ ਆਈ। ਕਿਤਾਬਾਂ ਪੜ੍ਹ ਕੇ ਦੁਨੀਆ 'ਚ ਲਿਜਾਣ ਲਈ ਆਪਣਾ ਆਪ ਪਹਿਲਾਂ ਸਮਾਰੋ। ਵੱਧ ਤੋਂ ਵੱਧ ਮੈਂ ਇਹ ਨਹੀਂ ਕਹਿੰਦਾ ਵੀ ਮੇਰੇ ਕੋਲ ਬਹੁਤ ਕੁਛ ਹੈ, ਮੈਂ ਜਦੋਂ ਤੁਸੀਂ ਇਹ ਚੀਜ਼ਾਂ ਪੜੋਗੇ ਤੁਸੀਂ ਮੇਰੇ ਨਾਲ ਵੱਧ ਹੋਵੋਗੇ। ਮੈਨੂੰ ਪਤਾ ਹੈ ਕਿਉਂਕਿ ਮੇਰੀ ਐਡੀ ਅਕਲ ਨਹੀਂ, ਪਰ ਮੈਨੂੰ ਇੰਨਾ ਪਤਾ ਵੀ ਤੁਸੀਂ ਅਜੇ ਨਹੀਂ ਪੜ੍ਹੀ। ਕੋਈ ਕਹਿ ਦੂਗਾ ਤੈਨੂੰ ਪੰਜਾਬੀ ਲਿਖਣ ਤੋਂ ਬੋਝ ਪੈਂਦਾ, ਪੰਜਾਬੀ ਤੇ ਤਾਂ ਮੈਂ ਕੰਮ ਕੀਤਾ, ਦੁਨੀਆ 'ਚ ਪੰਜਾਬੀ ਹੋਈ ਗਈ ਹੈ ਜਦੋਂ ਗੁਰੂ ਸਿੱਖ ਧਰਮ ਚਲਿਆ ਗਿਆ। ਇੰਨਾ ਕੁਛ ਮੈਂ ਕਿਵੇਂ ਕਰੀ ਜਾਵਾਂ ਵੀ ਤੁਹਾਨੂੰ ਟਾਈਪ ਵੀ ਪੰਜਾਬੀ 'ਚ ਦੇਵਾਂ। ਸਭ ਕੁਝ ਬਣਿਆ ਬਣਾਇਆ ਥਾਲੀ 'ਚ ਹੀ ਭਾਲਦੇ ਹੋ, ਮੈਂ ਤਾਂ ਹੁਣ ਟਾਈਪ ਇੰਨੀ ਹੋ ਨਹੀਂ ਸਕਦੀ ਹੈ। ਆਰਾਮ ਨਾਲ ਹੀ ਲਿਖ ਦਿੰਦੇ ਨੇ, ਜਾਂ ਫੇਸਬੁੱਕ ਤੇ ਭਿੰਡਰਾਲੇ ਦੀ ਫੋਟੋ ਲਾ ਕੇ ਕਈ ਸ਼ੇਰ ਬਣੇ ਹੋਏ ਨੇ, ਉਹਦੇ ਵੀ ਧੜੀ ਨਾਲ ਹੀ ਨੇ, ਗਰਦਨ 'ਚ ਵੀ ਕੁਛ ਹੈਗਾ ਆਕੜਿਆ ਹੋਇਆ। ਪਰ ਉਹਦੇ ਵਰਗੇ ਬਣੋ। ਉਹਨੇ ਜਿਹੜਾ ਕੁਛ ਤੁਹਾਡੇ ਤੇ ਜ਼ਿੰਮੇਵਾਰੀ ਪਾਈ ਆ, ਦੁਨੀਆ 'ਚ ਲੈ ਜਾਓ, ਵਰਲਡ ਨੂੰ ਨਾਲ ਕਢਾ ਲਓ। ਦੁਸ਼ਮਣ ਮਰ ਗਿਆ, ਗੁਰੂ ਦੀਆਂ ਅਦਾਸੀਆਂ ਤੱਕ ਗੁਰੂ ਨੂੰ ਲੈ ਜਾਓ, ਜ਼ਹੂਰ ਕਰ ਦੋ ਉਹਦਾ। ਦੁਸ਼ਮਣ ਗਿਆ, ਦੁਸ਼ਮਣ ਗਿਆ ਹੋਇਆ, ਤੁਹਾਨੂੰ ਜਮੇ ਨਹੀਂ ਪਤਾ ਦੁਸ਼ਮਣ ਮਰ ਚੁੱਕਿਆ, ਦੁਸ਼ਮਣ ਦੀ ਮੌਤ ਹੋ ਗਈ। ਜਿਵੇਂ ਕੋਈ ਚੀਜ਼ ਜਦੋਂ ਵਿਕਦੀ ਆ, ਖੜਕਾ ਮਗਰੋਂ ਹੁੰਦਾ, ਤੁਹਾਡੇ ਤੱਕ ਆਉਂਦਾ, ਉਹ ਮਰ ਪਹਿਲਾਂ ਜਾਂਦੀ ਹੈ, ਉਹ ਖਤਮ ਹੋ ਚੁੱਕੀ ਆ, ਤੁਹਾਨੂੰ ਨਹੀਂ ਪਤਾ ਇਸ ਗੱਲ ਦਾ। ਮੈਂ ਤੁਹਾਨੂੰ ਯਕੀਨ ਨਾ ਕਹਿੰਦਾ, ਤਾਂ ਹੀ ਇਹਨਾਂ ਰੌਲਾ ਪੈਂਦਾ। ਹੋਰ ਸ਼ਰਾਬਾ ਖਤਮ ਹੋਣ ਵੇਲੇ ਪੈਂਦਾ ਹੁੰਦਾ, ਪਤਾ ਹੀ ਆ ਤੁਹਾਨੂੰ। ਗੁਰੂ ਸੋਹਜ ਅਰਦਾਸ ਸੀਨੇ ਪਿਆਰਿਆਂ, ਜਿਹੜੀ ਦਾ ਸੁਦਾ ਵਿਕਾਸ ਅੰਮ੍ਰਿਤ ਵੇਲੇ ਦਾ, ਜਿਹੜੀ ਮਹਾਕਾਵਿ ਦਾ ਆਪਣਾ ਇਲਾਹੀ ਨਦਰ ਦੇ ਪੈਂਡੇ ਗੁਰੂ ਨਾਨਕ ਵਾਲਾ, ਉਹਦੇ ਵਿੱਚ ਜਿਹੜਾ ਅੰਮ੍ਰਿਤ ਵੇਲਾ, ਉਹ ਹਰਿੰਦਰ ਮਹਿਬੂਬ ਜਦੋਂ ਜੋਗੀਆਂ ਨਾਲ ਗੁਰੂ ਨੂੰ ਮਿਲਾਉਂਦੇ ਨੇ, ਉਹ ਦੱਸਦਾ ਉਹਦੇ ਵਿੱਚ ਵੀ ਜੋਗੀ ਨੇ ਖਟ ਕਰਮ 8 ਅੰਗ ਜੋਗ ਦੇ, ਗਗਨ ਮਟਾਵਣ ਜਿਹੜਾ, ਕਿੰਨਾ ਕੁ ਗਗਨ ਮਟਾਉਂਦੇ ਨੇ ਆਦਮੀ ਦੇ ਅੰਦਰੋਂ, ਉਸ ਧਿਆਨ ਨੂੰ ਨਜ਼ਰ ਨਾ ਆਵੇ, ਸਦਾ ਬਗਾਸ ਸਵੇਰਾ। ਜੋਗੀ ਨੂੰ ਤਾਂ ਪਤਾ ਹੀ ਨਹੀਂ ਉਹ ਸਦਾ ਬਗਾਸ ਸਵੇਰਾ ਹੈ ਕੀ, ਉਹਦੇ ਥੱਲੇ ਦੀ ਬਾਟ 'ਚ ਹੀ ਖੜਾ ਕਿਤੇ। ਜੋਗ ਤਰਬ ਕੇ ਤੱਕ ਦੁਨੀਆ ਦਾ ਦੁੱਤਰ ਸਾਗਰ ਪਾਰੀ, ਬੇਦੀ ਤੰਗ ਗੁਫਾ ਵਿੱਚ ਇਸਨੇ ਕੱਚੀ ਖੇਡ ਖਲਾਈ। ਇਹ ਆ ਜੋਗ, ਵੱਡੀ ਤੋਂ ਵੱਡੀ ਇਹਦੀ ਪ੍ਰਾਪਤੀ ਹੋਇਆ, ਰੋਲ ਕੇ ਰੱਖ ਦਿੰਦਾ ਸਾਡੀ। ਉਹ ਸਿੱਧੂ ਕੋਈ ਪਾਠ ਕਰੋ ਤੁਸੀਂ ਟਾਈਮ,
ਕੱਖ ਨਹੀਂ ਉਹਦੇ ਕੋਲ ਪੱਲੇ, ਐਮਪਟੀਨੈਸ, ਖਾਲੀ ਆ ਜਮਾ ਵਿਚਾਰਾ। ਇਹ ਤਾਂ ਭੱਜ ਗਏ ਸੀ ਸਾਰੇ ਜੋਗੀ, ਖੜਦੇ ਨਹੀਂ ਸੀ ਫਿਰ ਗੁਰੂ ਮੂਹਰੇ ਗਾ। ਮੱਖੋਂ ਹੌਲੀ ਹੌਲੀ ਜਿਵੇਂ ਫਸਲ ਨੂੰ ਯੂਰੀਆ ਚ ਲੱਗਿਆ ਹੁੰਦਾ ਕੰਨ ਖੜੇ ਕਰਕੇ, ਜਦੋਂ ਸਿੱਖ ਕਮਜ਼ੋਰ ਪੈ ਗਏ ਖਤਮ ਹੀ ਹੋ ਗਏ ਸੀਗੇ। ਮਗ ਕੋਟ ਤੇ ਵਗ ਕੇ ਸੰਗਤ ਪਰਸਦਾ, ਵਿੱਚ ਕਕਾਰਾਂ ਜਗ ਕੇ ਦਿਲ ਤੇ। ਕਲਗੀਧਰ ਦੀ ਜੋਤ ਸੰਗਤ ਨਾਲ ਹੈ, ਪੰਜਾਂ ਵਿੱਚ ਅਦੋਤ ਹੁੰਦੀ ਗੁਰੂ ਜੈ। ਇੱਕ ਨਾ ਕਮਾਲ ਦੇ ਤਾਂ ਅਰਥ ਕਰਦਿਆਂ ਵੀ ਇਹਦੀ ਸ਼ਾਨ ਘਟਦੀ ਹੈ ਆਪਣੇ ਆਪ ਕੀ ਹੈ ਨਾ ਕਮਾਲ। ਮਗ ਕੋਟ ਤੇ ਵਗ ਕੇ, ਕਰੋੜਾਂ ਰਸਤਿਆਂ ਤੇ ਤੁਰ ਕੇ, ਸ਼ਬਦ ਰਾਹੀਂ ਨਾਮ ਰਾਹੀਂ ਮੰਜ਼ਲਾਂ ਤੈਅ ਕਰਕੇ, ਮੰਜ਼ਲਾਂ ਨੂੰ ਬਲੈਸਿੰਗ ਕਰਕੇ, ਮੰਜ਼ਲਾਂ ਨੂੰ ਸੰਗਤ ਰੂਪ ਚ ਨਾਲ ਜੋੜ ਕੇ। ਮਗ ਕੋਟ ਤੇ ਵਗ ਕੇ ਸੰਗਤ ਪਰਸਦਾ, ਫਿਰ ਗੁਰੂ ਸੰਗਤ ਤੋਂ ਦਾਤ ਮੰਗ। ਵਿੱਚ ਕਕਾਰਾਂ ਜਗ ਕੇ, ਇਹ ਕਕਾਰਾਂ ਚ ਗੁਰੂ ਆ, ਇਹ ਗੁਰੂ ਦੀ ਕੇਸਾਂ ਚ ਗੁਰੂ ਆ। ਖਾਲਸੇ ਦੇ ਕੇਸ ਗੁਰੂ ਦੇ ਕੇਸ, ਪੰਜਾਂ ਦੇ ਕੇਸ ਨੇ। ਸ਼ਬਦ ਦਾ ਪ੍ਰਕਾਸ਼ ਆ, ਨਾਮ ਦੀ ਕੋਮਲਤਾ ਹੈ। ਜੋਗੀ ਦੀਆਂ ਜਟਾਂ ਨਹੀਂ ਇਹਦੇ ਵਰਗੀਆਂ ਹੈਗੀਆਂ। ਜਿਹੜਾ ਉਹ ਪੂਰਨ ਸਿੰਘ ਨੇ ਲਿਖਿਆ, ਉਹਦੇ ਵਿੱਚ ਟੈਂਪਲ ਟੂ ਲੁਕਸ, ਉਹਦੀ ਅੰਗਰੇਜ਼ੀ ਦੀ ਕਿਤਾਬ ਆ, ਪੋਇਟਰੀ ਦੀ, ਪੜ੍ਹ ਕੇ ਤਾਂ ਦੇਖੋ, ਬਹੁਤ ਕਮਾਲ, ਕਿਸੇ ਨੇ ਪੜ੍ਹੀ ਹੋਈ ਨਹੀਂ। ਜੋਗੀਜ਼ ਹੈਵ ਸਟੋਲਨ ਮਾਈ ਟ੍ਰੈਸਸ, ਉਹਨਾਂ ਨੇ ਜਟਾਂ ਰੱਖੀਆਂ ਬਟ ਦੇ ਕੁਡ ਨਾਟ ਸੈਟ ਦਮ ਰਾਈਟ, ਉਹਨਾਂ ਤੋਂ ਫੱਬੀਆਂ ਹੀ ਨਹੀਂ। ਉਹ ਬੇਕਰਕ ਜੀਆਂ ਖੁਸ਼ਕੀ ਦਾ ਘਰ ਜਾ, ਉਹਨਾਂ ਦਾ ਕੋਮਲਤਾ ਹੀ ਨਹੀਂ, ਉਹਨਾਂ ਚ ਪਿਆਰ ਹੀ ਨਹੀਂ ਆਉਂਦਾ। ਉਹੀ ਨੇ ਥੱਕੇ ਹਾਰੇ ਜੀ, ਫਾਰਮ ਦੀਆਂ ਮੁਰਗੀਆਂ ਵਰਗੇ ਥੱਕੇ ਜੇ ਉਹਨੇ ਨੇ। ਦੇਖ ਲਿਆ ਕਰੋ, ਮੈਂ ਕਬੀਰ ਦਾ ਡੇਰਾ ਵੀ ਦੇਖ ਕੇ ਆਇਆ ਸੀ। ਥੱਕੇ ਜੇ ਨੇ ਵਿਚਾਰੇ ਉਹਦੇ ਉਹ ਸ਼ਰਧਾਲੂ। ਆ ਗੁਰਦੁਆਰਿਆਂ ਚ ਚਾਹੇ ਗਿਰੇ ਵੀ ਹੋਣ, ਫਿਰ ਵੀ ਕੋਈ ਹਿੰਮਤ ਹੁੰਦੀ ਆ ਉਹਨਾਂ ਚ ਮਸੰਦਾਂ ਚ ਵੀ, ਕਿਉਂਕਿ ਗੁਰੂ ਦੀ ਬਲੈਸਿੰਗ ਬਹੁਤ ਵੱਡੀ ਆ। ਮਗ ਕੋਟ ਤੇ ਵਗ ਕੇ ਸੰਗਤ ਪਰਸਦਾ, ਵਿੱਚ ਕਕਾਰਾਂ ਜਗ ਕੇ ਦਿਲ ਤੇ ਵਰਸਦਾ। ਕਕਾਰਾਂ ਦੇ ਵਿੱਚ ਵੀ ਗੁਰੂ ਦਾ ਉਹੀ ਨੂਰ ਆ, ਦਿਲਾਂ ਤੇ ਵੀ ਉਹੀ ਬਲੈਸਿੰਗ ਆ। ਦਿਲ ਇਸਲਾਮ ਦੇ ਵਿੱਚ ਆਤਮਾ ਨੂੰ ਕਹਿੰਦੇ ਨੇ, ਸਪਿਰਿਟ। ਜਿਹੜਾ ਹੈਗਾ ਨਾ, ਦਰਦ ਹੋ ਦਿਲ में तो दवा कीजिए, दिल ही जब दर्द हो तो क्या कीजिए। ਜਿਹੜਾ ਮਿਰਜ਼ਾ ਗੱਲ ਤੇ ਕਿੱਡੀ ਕਮਾਲ। ਜਦੋਂ ਆਤਮਾ ਹੀ ਦਰਦ ਨਾ ਭਰੀ ਪਈ ਆ, ਕਹਿੰਦਾ ਫਿਰ ਕੀ ਕਰੀ। ਸਾਰੀ ਆਤਮਾ ਚ ਦਰਦ ਹੀ ਦਰਦ ਪਿਆ। ਵਿਚਾਰਾ ਬੇਟਾ ਬਹੁਤ ਵੱਡਾ, ਗ੍ਰੇਟ, ਉਹਦੀਆਂ ਗੱਲਾਂ ਬਹੁਤ ਵੱਡੀਆਂ। ਕਿ ਇੱਕ ਸ਼ਹਿਰ ਤੇ PhD ਹੋ ਸਕਦੀ। ਉਹਦਾ ਸ਼ਹਿਰ ਜਦੋਂ ਕਿਤੇ ਜਾਂਦਾ ਨਾ, ਪਹੁੰਚਦਾ, ਉਹ ਸਮਾਨਾਂ ਦੇ ਸਮਾਨ ਰੋਸ਼ਨ ਕਰਦਾ, ਦਿਲਾਂ ਦੇ ਦਿਲ ਰੋਸ਼ਨ ਕਰਦਾ। ਬ੍ਰਾਈਟਨੈਸ ਉਹਦੇ ਵਿੱਚ ਬਹੁਤ ਤੇਜ਼, ਜਿਵੇਂ ਤਾਰਾ। ਹਰ ਸ਼ੇਰ ਦੇ ਵਿੱਚ ਹੈ ਜੀ ਬ੍ਰਾਈਟਨੈਸ। ਉਹਦੇ ਮੀਨਿੰਗ ਨਹੀਂ ਕਰ ਸਕਦੇ ਤੁਸੀਂ, ਸਵਾਲ ਹੀ ਪੈਦਾ ਨਹੀਂ। ਵੱਡਾ ਰਾਈਟਰ, ਇਹ ਅੰਦਾਜ਼ ਹੁੰਦੇ ਨੇ ਰੱਬ ਦੀਆਂ ਬਖਸ਼ਿਸ਼ਾਂ, ਕਿ ਉਹ 2 ਲਾਈਨਾਂ ਚ ਏਡੀ ਗੱਲ ਕਰ ਦਿੰਦਾ, ਜਿਹੜੀ ਇਕੱਠ ਤੱਕ ਖੁੱਲਦੀ ਜਾਂਦੀ ਆ। ਸਾਰੇ ਸਮਾਨ ਦਾ ਇੱਕੋ ਹੀ ਫੁੱਲ ਬਣ ਜਾਂਦੀ ਹੈ। ਇਹ ਜੀਨੀਅਸ ਦੇ ਅੰਦਾਜ਼ ਹੁੰਦੇ, ਉਹਨਾਂ ਦੀਆਂ ਸ਼ਾਨਾਂ ਹੁੰਦੀਆਂ। ਕਵਾਲ ਦੀ ਆਪਦੀ ਸ਼ਾਨ, ਮੌਲਾਨਾ ਰੂਮੀ ਦੀ ਆਪਦੀ ਸ਼ਾਨ, ਇਬਨ ਅਰਬੀ ਦੀ ਆਪਦੀ ਸ਼ਾਨ, ਸਾਰਿਆਂ ਦੀਆਂ ਸ਼ਾਨਾਂ ਹੁੰਦੀਆਂ। ਪੂਰਨ ਸਿੰਘ ਦੀ ਆਪਦੀ ਸ਼ਾਨ, ਹਰਿੰਦਰ ਦੀ ਦੇਖੋ ਕਿੱਡਾ ਅੰਮ੍ਰਿਤ ਤੇ ਕਮਾਲ। ਕਿਤੇ ਵੀ ਤੁਸੀਂ ਜਦੋਂ ਅੰਮ੍ਰਿਤ ਛਕਣਾ, ਅੰਮ੍ਰਿਤ ਛਕਾਉਣਾ, ਇਹ 13 ਹਿੱਸੇ ਅੰਮ੍ਰਿਤ ਦੇ ਇਲਾਹੀ ਨਦਰ ਦੇ ਪੈਂਡੇ
ਜਿਲਦ ਚੌਥੀ ਗੁਰੂ ਗੋਬਿੰਦ ਸਿੰਘ ਜ਼ਰੂਰ ਪੜ੍ਹਨਾ ਤੇ ਕੋਸ਼ਿਸ਼ ਕਰੋ ਇਹ ਜਿਹੜੀਆਂ ਯੂਟਿਊਬਾਂ ਨੇ ਇਹਦੇ ਵਿੱਚੋਂ ਮੈਨੂੰ ਕੱਢ ਦਿਓ, ਸਾਨੂੰ ਦੋਨਾਂ ਨੂੰ। ਇਹ ਪੋਇਟ ਬਾਰੇ ਜੋ ਅਸੀਂ ਦੱਸਿਆ, ਇਦੋਂ ਅੱਗੇ ਹੋਰ ਪਾਠਾਂ ਕਰਕੇ, ਹੋਰ ਅੱਗੇ ਪ੍ਰਵਾਦ ਕਰਕੇ, ਗੁਰੂ ਦਾ ਜਿਹੜਾ ਗੈਬੀ ਬਾਜ਼ ਆ ਉਹਦੀ ਪ੍ਰਵਾਦ ਨਾਲ ਜੁੜ ਕੇ ਅੰਮ੍ਰਿਤ ਦੇ ਰਹੱਸ ਤੱਕ ਪਹੁੰਚ ਕੇ ਅੰਮ੍ਰਿਤ ਛਕਣਾ। ਇਹ ਨਹੀਂ ਕਿ ਉਹ ਜਿਹੇ ਜੇ ਪਹਿਲਾਂ ਗਏ ਸੀ ਛਕ ਕੇ ਵੀ ਉਹ ਜਿਹੀ ਹੋ ਕੇ ਆ ਗਏ, ਕਿ ਫਰਕ ਹੀ ਨਾ ਪਵੇ ਤੁਹਾਡਾ ਕੋਈ, ਜਾਂ ਲੋਕਾਂ ਨੂੰ ਹੀ ਸਿੱਖਿਆ ਦੇਈ ਜਾਓ। ਆਪਦੇ ਆਪ ਤੋਂ ਡਰੋ ਹੀ ਨਾ, ਜ਼ਿੰਮੇਵਾਰੀ ਤਾਂ ਆਪਦੀ ਵੱਧਦੀ ਆ। ਫਿਰ ਰੱਬਾ ਮੈਂ ਐਡੀ ਜ਼ਿੰਮੇਵਾਰੀ ਲਈ ਆ, ਮੈਂ ਪੂਰਾ ਨਿਭ ਜਾ, ਕਿ ਲੋਕਾਂ ਨੂੰ ਹੀ ਸਿੱਖਿਆ ਦੇਈ ਜਾਓ। ਕਿਸੇ ਨੂੰ ਤੂੰ ਕਿੰਨੇ ਵਜੇ ਨਹਾਉਣਾ, ਤੂੰ ਪਾਠ ਕਰਦਾ, ਤੂੰ ਕਿੰਨੇ ਵਜੇ ਕਰਦਾ, ਤੂੰ ਕਈ ਵਾਰੀ ਪਾਠ ਕਰਦਾ। ਇਹ ਸਵਾਲ ਨੇ ਜਿਹੜੇ ਬਹੁਤ ਡੰਗਰਾਂ ਵਾਲੇ ਸਵਾਲ, ਇਹ ਮੂਰਖਾਂ ਵਾਲੇ ਸਵਾਲ ਨੇ, ਹਉਮੈ ਵਿੱਚੋਂ ਆਉਂਦੇ ਨੇ, ਦਿਲ ਦਿਖਾਉਣ ਲਈ ਆਉਂਦੇ ਨੇ, ਖਾਲੀ ਦਿਮਾਗਾਂ ਚੋਂ, ਖਾਲੀ ਬੰਦਿਆਂ ਚੋਂ ਆਉਂਦੇ ਨੇ। ਸਾਡਾ ਕੋਈ ਹੱਕ ਨਹੀਂ ਕਿਸੇ ਦਾ ਦਿਲ ਦਿਖਾਉਣ ਦਾ। ਜਿਹੜਾ ਫਰੀਦ ਕਹਿੰਦਾ ਹੈ ਉਹ ਨਾ ਠਾਏ ਕਿਸੇ ਦਾ। ਬਹੁਤ ਕੀਮਤੀ ਦਿਲ ਨੇ ਇਹਨਾਂ ਦੇ ਵਿੱਚ ਰੱਬ ਨੇ ਆਪਣਾ ਆਪ ਟਿਕਾਇਆ। ਇਹ ਵੱਖਰੀ ਗੱਲ ਹੈ ਕਿ ਤੁਸੀਂ ਵਿੱਚੋਂ ਰੋਲਤਾ, ਨਹੀਂ ਤੇ ਆਪਦੀ ਦਾਤ ਵਰਤਾਈ ਹੋਈ ਆ। ਕਲਗੀਧਰ ਦੀ ਜੋਤ ਸੰਗਤ ਨਾਲ ਹੈ। ਇਹ ਰੂਪ ਦੇ ਵਿੱਚ ਜਦੋਂ ਗੁਰੂ ਨੇ ਅੰਮ੍ਰਿਤ ਛਕਿਆ, ਛਕਾਇਆ, ਇਸ ਰੂਪ ਦੇ ਨਾਲ ਬੰਦੇ ਨਾਲ ਪੰਜ ਪਿਆਰੇ ਭੇਜੇ। ਬੰਦੇ ਦਾ ਬੰਦਈ ਸਿੱਖ ਬਣਨਾ, ਬੰਦਈ ਬੰਦਿਆਂ ਨੂੰ ਜੋੜਨਾ ਹੀ ਦੱਸਦਾ। ਉਹਨੂੰ ਪੰਜਾਂ ਦੀ ਲੋੜ ਸੀ। ਅਸੀਂ ਵੀ ਅੰਦਰੋਂ ਅਮਲਾਂ ਚ ਟੁੱਟੇ ਹੋ ਸਕਦੇ ਹਾਂ, ਬਹੁਤ ਹੀ ਜ਼ਿਆਦਾ। ਸਾਬਤ ਹੋਣਾ ਸਾਰੇ ਪਾਸੋਂ, ਹਰ ਪੱਖ ਤੋਂ ਸਾਬਤ ਹੋਣਾ। ਗੁਰੂ ਨੇ ਆਖਰੀ ਪੰਜ ਪਿਆਰਿਆਂ ਰਾਹੀਂ ਸਾਨੂੰ ਦੱਸਿਆ ਕਿ ਮੇਰੇ ਖਾਲਸਾ ਜੀ ਸਾਬਤ ਰਹਿਣਾ। ਗੋਲਕਾਂ ਦੀ ਚੋਰੀ ਕਰਕੇ, ਦਾੜੀਆਂ ਨੂੰ ਸਜਾ ਕੇ ਲੁੱਟਣੀ, ਸਿੱਖੀ ਲਈ ਲਿਸ਼ਕਣਾ, ਸਿੱਖੀ ਲਈ ਆਪਣਾ ਆਪ ਵਰਤਾਉਣਾ, ਆਪਣੇ ਚੋਂ ਦੇਣਾ। ਖਲੀਲ ਜਿਬਰਾਨ ਕਹਿੰਦਾ ਜਿਹੜਾ ਦਾਨ ਕਰਦਾ ਆਪਣੇ ਆਪ ਚੋਂ ਦੇ, ਉਹੀ ਦਾਨ ਹੈ ਜਿਹੜਾ ਆਪਣੇ ਆਪ ਚੋਂ ਦਿੱਤਾ। ਇਹ ਨਹੀਂ ਕਿ ਕਿਸੇ ਨੂੰ ਲੁੱਟ ਕੇ ਮਜ਼ਦੂਰਾਂ ਦੀਆਂ ਮਜ਼ਦੂਰੀਆਂ ਲੁੱਟ ਕੇ ਇੱਕ ਵੱਡਾ ਸਾਰਾ ਪਾਠ ਕਰਾਤਾ ਜਾਂ ਕੁਛ ਜੱਗ ਕਰਤਾ, ਬਾਅਦ ਚ ਰੱਬੇ ਨਾਂ ਤੇ ਹੀ ਹੈ ਜੀ ਸਾਰਾ ਕੁਛ, ਨਾਲੇ ਹਉਮੈ ਵਧਾ ਲਈ। ਤਾਂ ਹੀ ਗੁਰੂ ਨੇ, ਤੀਜੇ ਗੁਰੂ ਨੇ, ਇਹ ਖਤਮ ਹੋ ਗਿਆ ਹੁਣ। ਜਦੋਂ ਅਕਬਰ ਆਇਆ, ਦੇਖੋ ਕਿੱਡੀ ਗੱਲ ਆ, ਉਹ ਜਗੀਰ ਦੇਣੀ ਚਾਹੀਦੀ। ਗੁਰੂ ਸਾਹਿਬ ਕਹਿੰਦੇ ਵੀ ਨਹੀਂ, ਇਹ ਜਗੀਰਾਂ ਨਾਲ ਨਹੀਂ ਚੱਲਦਾ ਸਾਡਾ। ਇਹ ਤੇ ਕਿਰਤੀਆਂ ਦੀ ਮਿਹਨਤ ਉਹਨਾਂ ਨੇ ਲਗਾਤਾਰ ਕਰਨੀ ਹੈ। ਅਸੀਂ ਕਿਰਤੀ ਨਾਲ ਆ, ਕਿਰਤੀ ਦਾ ਸਾਨੂੰ ਆਸਰਾ। ਅਸੀਂ ਤੇ ਇੱਕ ਦੂਜੇ ਨਾਲ ਆ, ਜਿਵੇਂ ਅੰਮ੍ਰਿਤ ਛਕਿਆ ਗੁਰੂ ਨੇ। ਵੀ ਇਹ ਤੇ ਜਿਵੇਂ ਕਿਤੇ ਵੀ ਸਿੱਖ ਜਾਂਦਾ, ਜਿਵੇਂ ਮਾਂ ਦੇ ਦੁੱਧ ਉਤਰਦਾ ਬੱਚੇ ਲਈ, ਦੁੱਧ ਤਾਂ ਉਦੋਂ ਹੀ ਉਤਰਦਾ ਜਦੋਂ ਬੱਚਾ ਜੰਮਦਾ। ਕਈ ਵਾਰੀ ਮਾਂ ਕਹਿ ਦਿੰਦੀ ਹੈ ਤੈਨੂੰ ਦੁੱਧ ਚੰਗਾਇਆ, ਜੇ ਉਹਨੂੰ ਪੁੱਛੇ ਵੀ ਹੁਣ ਲਿਆ ਕੇ ਦਿਖਾ ਚਾਹਤੀ ਹੈ ਦੁੱਧ, ਫਿਰ ਵੀ ਮੇਰੇ ਨਾਲ ਹੀ ਆਇਆ ਸੀ, ਇਹ ਵੀ ਕਹਿ। ਪਰ ਸਿੱਖ ਦੇ ਅੰਦਰ ਤਾਂ ਇਹ ਜਿਹੜਾ ਅੰਮ੍ਰਿਤ ਰੂਪ ਲੰਗਰ ਆ, ਸਦਾ ਲਈ ਹੋਈ ਆ। ਸਦੀਵੀ ਬੀਜਤਾ ਗੁਰੂ ਨੇ। ਇਹ ਅੰਮ੍ਰਿਤ ਜਿਹੜਾ ਲੰਗਰ ਰੂਪ ਚ ਤਾਂ ਚੱਲ ਰਿਹਾ, ਸ਼ਬਦ ਰੂਪ, ਨਾਮ ਰੂਪ ਚ ਵੀ ਆਤਮਾ ਚ ਹੋਰ ਚਾਹੀਦਾ, ਹੋਰ ਤੋਂ ਹੋਰ ਤੋਂ। ਇਹਦੀ ਕੋਈ ਇਕੱਠ ਹੈ, ਐਂਡਲੈਸਨੈਸ, ਇਹਦੇ ਨੂਰ ਦਾ ਕੋਈ ਟਿਕਾਣਾ ਨਹੀਂ ਆਉਂਦਾ। ਅੱਗੇ ਤੋਂ ਅੱਗੇ ਅੰਮ੍ਰਿਤ ਹੈ ਜਿਹੜਾ, ਅੰਮ੍ਰਿਤ ਛਕੋ, ਛਕਾਓ,
ਜਿਸ ਗੁਰਦੁਆਰੇ ਦੇ ਵਿੱਚ ਛਕਣਾ ਕਿਸੇ ਡੇਰੇਦਾਰ ਤੋਂ ਨਹੀਂ ਛਕਣਾ, ਭਾਵੇਂ ਚੰਗਾ ਵੀ ਹੋਵੇ, ਕਈ ਚੰਗੇ ਵੀ ਹੁੰਦੇ ਨੇ, ਮੈਂ ਨਹੀਂ ਕਹਤਾ, ਕਿਉਂਕਿ ਡੇਰੇ ਦੀ ਟ੍ਰੈਡੀਸ਼ਨ ਸਾਡਾ ਬੇੜਾ ਬਿਠਾਉਂਦੀ ਹੈ। ਡੇਰੇ ਵਾਲੇ ਨੂੰ ਕਹੋ ਵੀ ਅੰਮ੍ਰਿਤ ਦੇਖੋ ਜੀ ਮੈਂ ਟ੍ਰੈਡੀਸ਼ਨਲ ਗੁਰਦੁਆਰੇ ਚ ਛਕਣਾ, ਤੁਹਾਡੇ ਕਹੇ ਤੇ ਛਕਦੇ, ਅੰਮ੍ਰਿਤ ਨਹੀਂ ਮੈਂ ਤਾਂ ਛਕਣਾ, ਕਿਤੇ ਇਹ ਗਲਤੀ ਨਾ ਕਰ, ਕਿਉਂਕਿ ਅੰਮ੍ਰਿਤ ਤੋਂ ਗੁਰੂ ਦੇ ਘਰ ਤੋਂ ਹੀ ਛਕੋ, ਜਿੱਥੋਂ ਦਾਤ ਦੀ ਸਭ ਤੋਂ ਵੱਧ ਮਿਲਦੀ, ਉਹ ਦਾਤ ਚ ਧੋਖਾ ਹੋ ਸਕਦਾ ਇਹ ਚ ਨਹੀਂ, ਕਿਉਂਕਿ ਟ੍ਰੈਡੀਸ਼ਨਲ ਗੁਰਦੁਆਰਾ ਇਹ ਮਸੰਦਾਂ ਦੇ ਹੱਥ ਚ ਵੀ ਹੋਵੇ, ਗੁਰਦੁਆਰਾ ਤਾਂ ਨਹੀਂ ਮਸੰਦਾਂ ਦੇ, ਭਗਤੀ ਨੇ ਗੁਰੂ ਸਦੀ ਵੀ ਆ ਉੱਥੇ, ਤੈਨੂੰ ਪਤਾ ਜੂਨ ਮੇਰਾ ਸੀ, ਮੈਨੂੰ ਗੁਰਦੁਆਰੇ ਦਾ ਪ੍ਰਧਾਨ ਬਣਾਤਾ, ਮੈਂ ਤਾਂ ਉਹਨੀ ਸੇਵਾ ਹੀ ਨਾ ਹੋਵੇ, ਬਥੇਰਾ ਮੈਂ ਜ਼ੋਰ ਜ਼ੋਰ ਲਾਉਣਾ, ਪਿੰਡ ਵੀ ਜਾਣਾ ਪੈਂਦਾ ਸੀ, ਮੈਂ 2 ਸਾਲ ਮਸਾਂ ਹੋਏ ਮੈਨੂੰ, ਮੈਂ ਕਿਹਾ ਵੀ ਮੇਰੇ ਤੇ ਤਾਂ ਬਹੁਤ ਛੱਡਦਾ, ਮੈਂ ਨਹੀਂ ਚੀਜ਼ ਪੂਰੀ ਕਰ ਸਕਦਾ। ਉਹ ਕਹਿੰਦੇ ਵੀ ਇੱਥੇ ਤਾਂ ਜੀ ਜਿਹੜਾ ਇੱਕ ਵਾਰੀ ਬਣ ਗਿਆ ਰਿਟਾਇਰ ਹੋ ਕੇ ਹੋ ਗਿਆ, ਉਸ ਤੋਂ ਬਾਅਦ ਨਵਾਂ ਪ੍ਰਧਾਨ ਬਣਿਆ, ਮੈਂ ਕਿਹਾ ਵੀ ਮੈਂ ਨਹੀਂ ਨਿਭਾ ਸਕਦਾ, ਮੇਰੇ ਤੇ ਤਾਂ ਬੋਝ ਪੈਂਦਾ, ਤਾਂ ਬਹੁਤ ਵੱਡੀ ਸੇਵਾ, 2 ਸਾਲ ਮੈਂ ਤਾਂ ਖੋਟ ਨਾਲ ਹੀ ਨਿਭਾਈ ਆ, ਇੱਥੇ ਜਦੋਂ ਕੋਈ ਚੌਧਰ ਹੁੰਦੀ ਆ ਛੱਡ ਕੇ ਨਹੀਂ ਤਿਆਰ ਕੋਈ, ਜਾਂ ਗੁਰਦੁਆਰਿਆਂ ਚ ਮੈਂਬਰ ਆਏ ਬਣਾਏ ਹੋਏ ਵੀ ਕਿਤੇ ਛੁੱਟ ਨਾ ਜਾਣ, ਜਿਹੜੇ ਇਹੋ ਜਿਹੇ ਗੁਰਦੁਆਰੇ ਨੇ ਦਾਨ ਬੰਦ ਕਰ ਦੋ, ਉੱਥੇ ਲੰਗਰ ਛਕਿਆ ਕਰੋ, ਦਾਨ ਬੰਦ ਕਰ ਦੋ, ਦਾਨ ਉਸ ਗੁਰਦੁਆਰੇ ਨੂੰ ਦੋ ਜਿਹੜਾ ਸਿੱਖੀ ਦੇ ਅਮਲ ਨੂੰ ਪਾਲ ਰਿਹਾ, ਜਾਂ ਇਕੱਠਾ ਕਰੀ ਜਾਓ ਉੱਥੇ ਦੇ, ਇਹ ਗੁਰਦੁਆਰੇ ਵਾਲਿਆਂ ਨੂੰ ਭਜਾ ਦੋ ਸਾਰਿਆਂ ਨੂੰ, ਜਿਹੜੇ ਅਮਲ ਦੇ ਵਿੱਚ ਨਹੀਂ ਹੈਗੇ, ਜਿੱਥੋਂ ਸਿੱਖੀ ਦਾ ਨੂਰ ਪੈਦਾ ਨਹੀਂ ਹੋ ਰਿਹਾ, ਜਿੱਥੇ ਚੋਣ ਚ ਧੱਕਾ ਕੀਤਾ, ਮੇਰ ਮਾਰੀ ਹੋਈ, ਬਿਲਕੁਲ ਤੁਸੀਂ ਪਾਪ ਦੇ ਭਾਗੀ ਵੀ ਉੱਡੇ ਹੀ ਹੁੰਦੇ ਹੋ, ਭਾਵੇਂ ਤੁਸੀਂ ਗੁਰੂ ਘਰ ਸਮਝ ਕੇ ਹੀ ਜਾਂਦੇ, ਉਹਦਾ ਮਹਾਂਦਰਾ ਵੀ ਤਾਂ ਹੋਵੇ, ਕੱਲੇ ਕੱਲੇ ਦੀ ਜ਼ਿੰਮੇਵਾਰੀ ਆ, ਜੇ ਸਾਰੇ ਹੀ ਕਹੋ ਵੀ ਚੋਣਾਂ ਕਿਉਂ ਨਹੀਂ ਕਰਾਉਂਦੇ ਤੁਸੀਂ, ਉਹਦੀ ਕੀ ਜ਼ਰੂਰਤ ਹੈ, ਸੰਗਤ ਮੂਹਰੇ ਨਾ ਖੜੇ, ਉੱਥੇ ਕੋਈ ਬੋਲਦਾ ਨਹੀਂ, ਜਿਹੜਾ ਗੁਰੂ ਨੇ ਬਾਬਰ ਮੂਹਰੇ ਸੱਚ ਬੋਲਿਆ, ਤੁਹਾਨੂੰ ਵੀ ਬੋਲਣਾ ਚਾਹੀਦਾ। ਦੇਖਿਆ ਇੱਥੇ ਗੁਰਦੁਆਰਿਆਂ ਤੇ ਲੋਕ ਮੇਰਾ ਮਾਰੀ ਬੈਠੇ ਨੇ, ਫੈਕਟਰੀ ਚੱਲਦੀਆਂ ਨੇ ਉਹਨਾਂ ਦੀ, ਤੇਰਾ ਦਾਨ ਵੀ ਦੇ ਦਿੰਦੇ ਨੇ, ਜੇ ਕੋਈ ਮੰਗਣ ਆਉਂਦਾ, ਦਾਨ ਇੱਥੇ ਕਿਹੜਾ ਘਟਦਾ ਹੈ, ਤੇ ਦਾਨ ਹੈ ਹੀ ਬੜਾ, ਪਰ ਅਮਲ ਦੇ ਵਿੱਚ ਚਾਹੀਦੇ ਨੇ, ਇਹ ਸਭ ਕੁਛ ਅਮਲ ਦੇ ਵਿੱਚ ਹੋਵੇ। ਬਾਕੀ ਜਿਹੜਾ ਗੁਰੂ ਘਰ ਉਹਦੀ ਜਿਹੜੀ ਹੱਦ ਤੱਕ ਆ, ਹੁਣ ਨਾ ਹੋਵੇ ਕਿਤੇ ਵੀ, ਜੇ ਹੁੰਦੀ ਆ ਉਹ ਸੁੱਕਾ ਨਾ ਚਲੇ ਜਾ, ਉਹਦਾ ਕੇਸ ਸਿੱਖ ਦੁਨੀਆ ਦੀ ਕੌਮ ਲੜੇ ਤੇ ਸਾਰੀ ਵਰਲਡ ਦੇ ਵਿੱਚ ਦੱਸਿਆ ਜਾਵੇ ਵੀ ਆਹ ਬੰਦਾ ਇਹ, ਅਸੀਂ ਇਹਨੂੰ ਆਹ ਪੈਸੇ ਭੇਜ ਰਹੇ, ਇਹਦੇ ਪਰਿਵਾਰ ਨੂੰ ਪਾਲ, ਇਹਨੇ ਆਹ ਕੰਮ ਕੀਤਾ। ਨਾਲੇ ਤਾਂ ਜੱਜ ਜਿਹੜਾ ਜਿਉਂ-ਜਿਉਂ ਸਮਾਂ ਬੀਤੂਗਾ ਉਹਦਾ ਬੇੜਾ ਹੀ ਬੈਠਦਾ ਜਾਊ ਦੁਨੀਆ ਮੂਹਰੇ, ਜਿਹੜਾ ਫੈਸਲੇ ਦਿੰਦਾ, ਉਹਨੂੰ ਦੁਨੀਆ ਚ ਲੈ ਜਾਓ ਨਾ, ਉੱਥੇ ਅਕੈਡਮੀ ਚ ਲੈ ਜਾਓ ਉਹਨੂੰ, ਉੱਥੇ ਉਹਦੀ ਮੈਰਿਟ ਉੱਥੇ ਬਣਾਓ, ਇੱਥੇ ਬੋਲੀ ਜਾਂਦੇ, ਇੱਥੇ ਕੌਣ ਡਰਦਾ ਤੁਥੋਂ, ਜਦੋਂ ਦੁਨੀਆ ਦੇ ਇੰਟਲੈਕਚੁਅਲ ਏਰੀਆ ਦੇ ਵਿੱਚ ਉਹਨਾਂ ਦੀ ਜਾਤ ਪਛਾਣ ਕਰਾਉਂਗੇ ਆਪਣੀ, ਭਜਣਗੇ ਉੱਥੋਂ। ਸਾਰੇ ਜੱਜਾਂ ਨੂੰ ਲੈ ਜਾਓ ਜਿਹੜੇ ਐਂ ਕਰਦੇ, ਇਹਨਾਂ ਨੂੰ ਨਿਆਂ ਕਰਨਾ ਸਿਖਾ ਦਿਓ, ਕਿਸੇ ਤੋਂ ਨਾ ਡਰੋ, ਬਿਲਕੁਲ ਨਹੀਂ ਤੁਹਾਨੂੰ ਡਰਨ ਦੀ ਲੋੜ। ਇਹ ਤਾਂ ਬਾਬਰ ਕਹਿੰਦਾ ਬੰਦਾ ਉਹ ਡਰੀ ਜਾਂਦਾ ਮੌਤ ਤੋਂ, ਕਹਿੰਦਾ ਮੌਤ ਛੱਡਦੀ ਆ, ਕਹਿੰਦਾ ਜਦੋਂ ਉਹਨੇ ਆਉਣਾ ਹੀ ਹੈ, ਤਾਂ ਮਰੀ ਜਾਣਾ ਉਦੋਂ ਉਹਨੇ, ਐਵੇਂ ਡਰੀ ਜਾਂਦਾ, ਕਹਿੰਦਾ ਬੰਦਾ ਇਮੈਜਿਨ ਕਰਕੇ। ਇਸ ਕਰਕੇ ਬਹੁਤ ਇਹ ਵਧੀਆ ਕੰਮ ਹੋਇਆ, ਜਿਹੜੇ ਬੰਦੇ ਸਿਖਾ ਕੇ ਭੇਜਦੇ ਨੇ ਉਹਨਾਂ ਨੂੰ ਵੀ ਜਰਾ, ਉਹ ਬੰਦੇ ਨੂੰ ਛੱਡੋ ਉਦੋਂ ਜਦੋਂ ਸਾਰਾ ਤੁਹਾਨੂੰ ਦੱਸ, ਉਹਨਾਂ ਨੂੰ ਵੀ ਜਰਾ ਮਜ਼ਾ ਚਖਾਇਆ ਜਾਵੇ, ਇਹ ਨਹੀਂ ਕਿ ਸੁੱਕੇ ਚਲੇ ਜਾਣ। ਉਹ ਛਲੇਡੇ ਨੇ, ਛਲੇਡਾ ਜਿਹੜਾ ਉਹਦਾ ਕੰਮ ਹੀ ਇਹ ਹੁੰਦਾ, ਉਹ ਬੰਦਾ ਤਾਂ ਰੱਬ ਨੇ ਬਣਾਇਆ ਹੀ ਨਾ, ਉਹਨੂੰ ਸ਼ਰਮ ਕਦੇ ਸ਼ਕਲ ਦੀ ਮਾਇਆ। ਪਹਿਲਾਂ ਦੇਖਿਆ ਇੱਥੇ ਮੇਰੇ ਨਾਲ ਆਪਣੇ ਇਹਦੇ ਵਿੱਚ ਫੇਸਬੁੱਕ ਦੇ ਵਿੱਚ, ਤੇ ਕਈ ਬੰਦੇ ਸ਼ਕਲਾਂ ਦੀਆਂ ਬਦਲ ਕੇ ਬਾਅਦ ਚ ਫਿਰ ਸਾਹਮਣੇ ਆ ਗਏ ਬਈ ਮੈਂ ਆਏ, ਫਿਰ ਕੀ ਹੋ ਗਿਆ ਜੇ ਤੂੰ, ਉਹਦੇ ਨਾਲ ਕੀ ਫਰਕ ਪੈਂਦਾ, ਤੂੰ ਆਪਦੀ ਜਾਤ ਪਹਿਲਾਂ ਲੁਕੋ ਕੇ ਰੱਖੀ, ਹੁਣ ਤੂੰ ਦੱਸਦਾ ਨਹੀਂ ਮੈਂ, ਉਹ ਮੇਰੇ ਤੇ ਕੀ ਅਸਰ ਆ ਉਹਦਾ, ਤੂੰ ਲੁਕੋ ਕੇ ਆਪਦੀ ਸ਼ਕਲ ਚੋਰ ਬਣ ਕੇ
ਕੋਈ ਕੰਮ ਕਰ ਰਿਹਾ, ਚੋਰ ਤੂੰ ਮੰਨਦਾ, ਦੂਜੇ ਦਾ ਕੀ ਵਿਗੜਦਾ ਤੇ? ਉਹ ਤਾਂ ਤੇਰੇ ਤੇ ਦਾਗ ਲੱਗਦਾ, ਤੇਰੀ ਆਤਮਾ ਗੰਦੀ ਹੁੰਦੀ ਹੈ, ਤੂੰ ਹੀ ਗਿਰਦਾ, ਦੂਜੇ ਦਾ ਕੀ ਗਿਰਦਾ ਤੇ? ਤੁਸੀਂ, ਤੁਹਾਨੂੰ ਲੁਕਣ ਦੀ ਲੋੜ ਹੀ ਨਹੀਂ ਹੈ ਕਿ ਸਾਹਮਣੇ ਆਓ, ਜੋ ਕੁਝ ਵੀ ਪਿੱਤਲ ਚਾਹੇ ਤੁਸੀਂ ਕੁਛ। ਸੋ ਮੈਂ ਇੰਨੀਆਂ ਗੱਲਾਂ ਕੀਤੀਆਂ ਨੇ, ਕਿਸੇ ਦਾ ਸ਼ਾਇਦ ਦਿਲ ਵੀ ਦੁਖਾਇਆ ਗਿਆ ਹੋਵੇ, ਪਰ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਵੱਧ ਕੋਈ ਪਿਆਰੀ ਚੀਜ਼ ਨਹੀਂ। ਜਿਹੜਾ ਬੰਦਾ ਇਹਦੀ ਬੇਇੱਜ਼ਤੀ ਕਰਦਾ ਉਹ ਬਿਲਕੁਲ ਨਾ ਛੱਡਿਆ ਜਾਵੇ, ਕਿਸੇ ਵੀ ਕੀਮਤ ਤੇ ਉਹਨੂੰ ਬਖਸ਼ਿਆ ਨਹੀਂ। ਇਹ ਸਾਹਿਬਜ਼ਾਦਿਆਂ ਨੇ ਹੱਸ ਕੇ ਪ੍ਰਵਾਨ ਕਰਕੇ ਸ਼ਹਾਦਤ ਦਿੱਤੀ। ਇਹੋ ਸ਼ਹਾਦਤਾਂ ਗੁਰੂ ਦੇ ਪਰਿਵਾਰਾਂ ਦੀਆਂ, ਗੁਰੂਆਂ ਦੀਆਂ, ਖਾਲਸੇ ਦੀਆਂ। ਇਹ ਉਹ ਨੂਰੋ ਨੂਰ ਧਰਮ ਗ੍ਰੰਥ ਹੈ ਜਿਹੜਾ ਭਾਈ ਮਨੀ ਸਿੰਘ ਨੇ ਲਿਖਵਾ ਕੇ ਸ਼ਹਾਦਤ ਦਿੱਤੀ ਕਿ ਸ਼ਹੀਦ ਦੀ ਸਿਆਹੀ ਆ ਜਿਹੜੀ, ਇੰਕ ਆਫ ਦੀ ਲੈਂਡ, ਕੁਰਾਨ ਚ ਲਿਖਿਆ ਕਿ ਫਰੀਦ ਦੀ ਸਿਆਹੀ ਤੇ ਸ਼ਹੀਦ ਦਾ ਖੂਨ ਇੱਕੋ ਚੀਜ਼ ਹੁੰਦੀ। ਇਹ ਭਾਈ ਮਨੀ ਸਿੰਘ ਨੇ ਸਾਬਤ ਕੀਤਾ ਹੋਇਆ। ਇਸ ਕਰਕੇ ਕੋਈ ਨਹੀਂ ਛੱਡਣਾ। ਬਥੇਰੇ ਬੋਲਦੇ ਨੇ ਭਾਜਪਾ ਦੇ ਸਿਆਸੀ ਬੰਦੇ, ਇਹ ਕੀ ਚੀਜ਼ ਨੇ, ਇਹਨਾਂ ਦੀ ਕੀ ਪਰਵਾਹ ਤੁਹਾਨੂੰ? ਬਿਲਕੁਲ ਟਕੇ ਟਕੀ ਦੀਆਂ ਚੀਜ਼ਾਂ ਵੀ ਨਹੀਂ, ਇਹਨਾਂ ਕੋਲ ਹੈ ਕੀ? ਉਹੀ ਦਾਤੇ ਬਣੇ ਹੋਏ ਨੇ, ਤਰਸ ਦਿਖਾਉਣ ਲੱਗੇ ਹੋਏ ਨੇ, ਸਿੱਖਾਂ ਦੀ ਬੇਇੱਜ਼ਤੀ ਕਰ ਲਈ। ਬਿਲਕੁਲ ਨਾ ਗਿਣਤੀਆਂ ਤੋਂ ਘਬਰਾਓ, ਇਹ ਜਿਹੀਆਂ ਝੂਠਾਂ ਤੋਂ ਘਬਰਾਉਣ ਦੀ ਤੁਹਾਨੂੰ ਲੋੜ ਕੀ ਹੈ? ਜਿਹੜਾ ਆਉਂਦਾ ਨਾ ਜਾਵੇ, ਤੇ ਉੱਥੇ ਗ੍ਰੰਥੀ ਤਾਕਤਵਰ ਦਲੇਰ ਗ੍ਰੰਥੀਆਂ ਦੀ ਡਿਊਟੀ ਲਾਓ, ਪੂਰੇ ਦਲੇਰ ਹੋਣ। ਉਹਨਾਂ ਦੀ ਜ਼ਿੰਮੇਵਾਰੀ ਸਾਰੀ ਦੁਨੀਆ ਦੀ ਸਿੱਖ ਕੌਮ ਲਓ। ਦੇਖਿਓ, ਜਦੋਂ ਇਹ ਜ਼ਿੰਮੇਵਾਰੀ ਨਿਭਾਓਗੇ, ਦੁਨੀਆ ਨਾਲ ਹੋਊਗੀ। ਜਿਹੜਾ ਤੁਹਾਡੇ ਖਿਲਾਫ ਫੈਸਲਾ ਦਊਗਾ, ਜੇ ਉਹਦੀ ਨਾਮ ਮੌਤ ਹੋਊਗੀ ਤਾਂ ਕਹਿ ਦੇ ਮੌਰਲੀ ਮਰ ਜੂਗਾ। ਇਹ ਸਟੈਂਡ ਸਾਰੇ ਲਓ। ਕੁਰਾਨ ਦੇ ਵਿੱਚ ਹਰ ਦੀਨ ਦੀ ਬਹੁਤ ਵੱਡੀ ਥਾਂ, ਰਸੂਲ ਦੇ ਅੰਦਰ ਬਹੁਤ ਵੱਡੀ ਥਾਂ। ਜਦੋਂ ਉਹਨਾਂ ਦੀ ਸੰਧੀ ਹੁੰਦੀ ਆ ਸਾਈਆਂ ਦੇ ਨਾਲ, ਯਹੂਦੀਆਂ ਦੇ ਨਾਲ, ਜਦੋਂ ਨਮਾਜ਼ ਦਾ ਵੇਲਾ ਮਸਜਿਦ ਚ ਸੀਗੇ, ਉਹ ਰਸੂਲ ਨੂੰ ਕਹਿੰਦੇ ਚਲੋ ਜੀ ਤੁਸੀਂ ਤੇ ਇੱਥੇ ਨਮਾਜ਼ ਪੜ੍ਹ ਲਓ, ਤੁਹਾਡਾ ਤੇ ਰੱਬ ਦਾ ਘਰ ਆ, ਸੀ ਕਿਤੇ ਹੋਰ ਪੜ੍ਹ ਲੈਂਦੇ ਆਪਦਾ। ਉਹ ਕਹਿੰਦਾ ਇਹ ਰੱਬ ਦਾ ਘਰ ਹੀ ਇੱਥੇ ਪੜ੍ਹ ਲਓ। ਇਹ ਫਰਾਕ ਦਿਲੀ ਰਸੂਲ ਦੀ ਦੀਨ ਲਈ ਆ ਹਰੇਕ ਲਈ। ਜੇ ਤੁਸੀਂ ਉਹਨਾਂ ਨੂੰ ਪਿਆਰ ਕਰੋਗੇ, ਤੁਹਾਡੀ ਗੱਲ ਮੰਨਣਗੇ। ਜੇ ਤੁਸੀਂ ਦੀਨ ਦੀ ਬੇਇੱਜ਼ਤੀ ਕਰਦੇ ਹੋ, ਅੱਤਵਾਦੀ ਕਹਿ ਕੇ ਤੁਹਾਡੇ ਛਿੱਤਰ ਹੀ ਫਿਰੂਗਾ, ਫਿਰ ਫੈਰਨਾ ਵੀ ਚਾਹੀਦਾ। ਹੋਰ ਕੀ ਚਾਹੀਦਾ ਇਹਦੇ ਲਈ? ਦੁੱਖੀ ਦਾ ਬੰਦਾ, ਉਹਨਾਂ ਨੂੰ ਅੱਤਵਾਦੀ ਕਹਿ ਕੇ ਆਪਦੀ ਮੈਜੋਰਟੀ ਬਣਾਈ ਜਾਵੇ, ਆਪਦੀ ਜਾਤ ਦਾ ਹੀ ਨਹੀਂ ਪਤਾ, ਇਹਦੇ ਪੱਲੇ ਹੀ ਕੁਛ ਨਹੀਂ, ਉਹ ਉਹਨਾਂ ਨੂੰ ਅੱਤਵਾਦੀ ਕਹੇ। ਐਡੀ ਉੱਚੀ ਕੌਮ ਨੂੰ, ਐਡੇ ਬਹਾਦਰ ਬੰਦਿਆਂ ਨੂੰ, ਐਡੇ ਬੜੇ ਬੰਦਿਆਂ ਨੂੰ ਸਿਰ ਝੁਕਾਉਣਾ ਮੈਂ ਉਹਨਾਂ ਨੂੰ। ਉਹ ਪੀਰ ਬੁੱਧੂ ਸ਼ਾਹ ਦੇ ਪੁੱਤਰ ਨੇ, ਉਹ ਮਰਦਾਨੇ ਦੇ ਪੁੱਤਰ ਨੇ, ਉਹ ਗਨੀ ਖਾਨ ਤੇ ਨਬੀ ਖਾਨ ਦੇ ਪੁੱਤਰ ਨੇ, ਉਹ ਭੀਖਣ ਸ਼ਾਹ ਦੇ ਪੁੱਤਰ ਨੇ, ਜਿਹੜਾ ਗੁਰੂ ਨੂੰ ਦੇਖਣ ਗਿਆ ਕਿੱਥੇ ਚੱਲ ਬਾਲ ਰੂਪ ਸਿਰ ਝੁਕਾਇਆ। ਸੋ ਉਸ ਕਾਰਨ ਬੰਦੇ ਨੇ ਸਾਡੀ ਤੇ ਉਹਨਾਂ ਨਾਲ ਬਹੁਤ ਵੱਡੀ ਦੀਨ ਦੀ ਸਾਂਝ ਆ, ਸੀ ਤੇ ਵਧਾਈ ਦਿੰਦੇ ਹਾਂ। ਪਰ ਇੰਨਾ ਪਿਆਰਾ ਬਣਾ ਦੇਣਾ ਅਫਗਾਨਿਸਤਾਨ ਕਿ ਬੰਦੇ ਦਾ ਦਿਲ ਨਾ ਕਰੇ ਉੱਥੋਂ ਜਾਣ। ਇੰਨਾ ਪਿਆਰਾ ਬਣਾ ਦੋ, ਸਾਰਾ ਅਫਗਾਨਿਸਤਾਨ ਹੀ ਮਸਜਿਦ ਬਣਾ ਦੋ ਨਬੀ ਦੀ। ਸਾਰੀ ਧਰਤੀ ਨੂੰ ਉਹਨੇ ਜਿਹੜੀ ਮਸਜਿਦ ਕਿਹਾ, ਪਿਆਰ ਹੀ ਪਿਆਰ ਹੋ। ਸੂਫੀ ਵਾਲੀ ਮੁਹੱਬਤ ਲੈ ਕੇ ਆਓ, ਸੂਫੀਜ਼ਮ ਪੜਾਓ, ਕਿਉਂਕਿ ਮੌਲਾਨਾ ਰੂਮੀ ਨਹੀਂ ਹੈਗਾ ਸਾਈਕੀ ਚ, ਮੈਨੂੰ ਪਤਾ ਹੈ। ਮੈਂ ਉਹ ਸਾਈਕੀ ਚ ਆਉਣਾ ਚਾਹੀਦਾ। ਸਾਰੇ ਤੁਹਾਡੀ ਆਤਮਾ ਚ ਪਏ ਹੋਣ, ਸੂਫੀ ਦੀ ਦਰਵੇਸ਼ੀ ਹੋ ਗਈ, ਸ਼ਾਹ ਹੁਸੈਨ ਵਰਗਿਆਂ ਦੀਆਂ ਫਕੀਰੀਆਂ, ਫਰੀਦ ਦੀ ਫਕੀਰੀ, ਬੁੱਲੇ ਸ਼ਾਹ ਦੀ ਫਕੀਰੀ, ਖਵਾਜਾ ਗੁਲਾਮ ਫਰੀਦ ਦੀ ਫਕੀਰੀ। ਉਹ ਹਰਿੰਦਰ ਦੀ ਕਿਤਾਬ ਪੜ੍ਹ ਕੇ ਦੇਖੋ, ਜੇ ਛਪੀ ਨਹੀਂ ਅੰਗਰੇਜ਼ੀ ਚ। ਉਹ ਐਡਾ ਗ੍ਰੇਟ ਪੋਇਟ ਆ, ਵਿਛੋੜੇ ਦਾ ਰੇਅਰ ਕਿਸਮ ਦਾ ਬਹੁਤ ਵੱਡਾ ਵਿਛੋੜਾ ਦੱਸਿਆ ਉਹਦਾ ਹਰਿੰਦਰ, ਕਮਾਲ ਕਰੀ। ਵਰਲਡ ਚ ਨਹੀਂ ਐਡਾ ਪੋਇਟ ਕੋਈ, ਐਡਾ ਫਰੀਦ, ਗੁਲਾਮ ਫਰੀਦ ਐਡਾ ਪੋਇਟ। ਜਦੋਂ ਤੁਸੀਂ ਉਹਦੀ ਬੇਟੀ ਦਾ ਥੀਸਿਸ ਪੜੋਗੇ ਨਾ ਪੰਜਾਬੀ ਸੂਫੀ ਪੋਇਟਰੀ ਦੇ ਵਿੱਚ, ਦੀ ਗ੍ਰੈਂਜਰ ਆਫ ਡੈਥ ਕੀ ਆ, ਦੀ ਗ੍ਰੈਂਜਰ ਆਫ ਡੈਥ ਕੌਨਸ਼ੀਅਸਨੈਸ ਕੀ ਆ, ਬਹੁਤ ਕਮਾਲ ਦਾ, ਬਹੁਤ ਕਿਸੇ ਨੇ ਨਹੀਂ ਇਹਦਾ ਲਿਖਿਆ।
ਬਹੁਤ ਛੇਤੀ ਛਪਣਾ ਚਾਹੀਦਾ। ਟ੍ਰਾਂਸਲੇਸ਼ਨ ਤੇ ਮੈਂ ਕਰਤਾ, ਕੀਤਾ ਹੋਇਆ ਬਹੁਤ ਛੇਤੀ, ਇਹ ਕਿਤਾਬਾਂ ਛਪਣੀਆਂ ਚਾਹੀਦੀਆਂ। ਸੋ ਮੈਂ ਸਰਦਾਰ ਗੁਰਦੀਪ ਸਿੰਘ ਜੀ ਨੂੰ ਬਹੁਤ ਸਬਰ ਦਿਖਾਉਂਦੇ ਨੇ ਹਰ ਵਾਰੀ। ਮੈਂ ਉਹਨਾਂ ਤੋਂ ਹੱਥ ਬੰਨ ਕੇ ਮਾਫੀ ਮੰਗਦਾ, ਉਹਨਾਂ ਦੇ ਸਬਰ ਦੀ ਦਾਤ ਤੇ ਨਾ ਉਹਨਾਂ ਦੀ ਸੇਵਾ ਦੀ, ਕਿਉਂਕਿ ਉਹਨਾਂ ਦੇ ਰਾਹੀਂ ਮਾੜਾ ਮੋਟਾ ਜੋ ਕੁਝ ਅਸੀਂ ਗੱਲ ਕਰਦੇ ਹਾਂ, ਉਹਨਾਂ ਦੀ ਮਹਾਨ ਸਾਡੇ ਪ੍ਰਤਿਭਾਵਾਨ ਰਾਈਟਰਸ ਦੀ, ਉਹਨਾਂ ਦੇ ਰਾਹੀਂ ਗੁਰੂਆਂ ਦੀ, ਇਹਦਾ ਬਹੁਤ ਵੱਡਾ ਸਹਿਯੋਗ ਹੈ। ਤੋਂ ਬਿਨਾਂ ਨਹੀਂ ਹੋ ਸਕਦੀ। ਇਹ ਪਤਾ ਨਹੀਂ ਕਿਹੜੇ ਸਬੱਬ ਨਾਲ ਗੁਰੂ ਨੇ ਸਾਨੂੰ ਮਿਲਾਇਆ, ਤੇ ਮੈਂ ਇਹਨਾਂ ਦਾ ਧੰਨਵਾਦੀ ਹਾਂ। ਮੈਂ ਅਖੀਰ ਚ ਮਾਫੀ ਮੰਗਦਾ ਸਾਰਿਆਂ ਤੋਂ। ਬੜਿਓਂ ਲਾ ਜੇ ਮੈਨੂੰ ਕੋਈ ਮੇਰੇ ਤੋਂ ਲਫ਼ਜ਼ ਗਲਤ ਬੋਲਿਆ ਗਿਆ, ਪਰ ਮੈਂ ਗੁਰੂ ਦੀ ਸ਼ਾਨ ਦੇ ਮੁਤਾਬਕ ਉਸ ਦ੍ਰਿਸ਼ਟੀ ਤੋਂ ਬੋਲਿਆ। ਮੈਨੂੰ ਜੋ ਮਰਜ਼ੀ ਕਰ ਲਓ, ਗਾਲਾਂ ਕੱਢ ਲਓ ਜਿੰਨੀਆਂ ਮਰਜ਼ੀ, ਮੈਂ ਤੁਹਾਡਾ ਗੁੱਸਾ ਨਹੀਂ ਕਰਦਾ, ਜੋ ਮਰਜ਼ੀ। ਪਰ ਗੁਰੂ ਸਾਹਿਬ ਦੀ ਬੇਇੱਜ਼ਤੀ ਨਹੀਂ ਅਸੀਂ ਚੱਲ ਸਕਦੇ। ਇਹ ਕਿਸੇ ਕੀਮਤ ਤੇ ਵੀ ਨਹੀਂ ਚਲੀ ਜਾਊਗੀ। ਜਿਹੜਾ ਆਊਗਾ ਉਹ ਝੜੂਗਾ ਤੇ ਉਹ ਖਤਮ ਹੋਊਗਾ। ਇਹ ਸਾਡਾ ਗੁਰੂ ਨਾਲ ਕਮਿਟਮੈਂਟ ਆ ਸਾਰੀ ਕੌਮ ਦੀ। ਇਹਦੇ ਨਾਲ ਅਸੀਂ ਜਿਉਣਾ, ਇਹਨੂੰ ਹੀ ਰੱਖਣਾ। ਸੋ ਮੈਂ ਸਾਰੀ ਦੁਨੀਆ ਤੋਂ, ਸਾਰੇ ਭਰਾਵਾਂ ਤੋਂ ਹੱਥ ਬੰਨ ਕੇ ਮਾਫੀ ਮੰਗਦਾ ਵਾਧੇ ਘਾਟੇ ਦੀ, ਤੇ ਸਰਦਾਰ ਗੁਰਦੀਪ ਸਿੰਘ ਜੀ ਨੂੰ ਅਖੀਰ ਤੇ ਬੇਨਤੀ ਕਰਦਾ ਆਪਣੇ ਵਿਚਾਰ ਜੋ ਚਾਹੁੰਦੇ ਨੇ ਸਾਂਝੇ ਤੁਹਾਡੇ ਨਾਲ ਕਰਨ, ਤੇ ਇਸ ਤੋਂ ਬਾਅਦ ਉਹ ਆਪਣੀ ਤਰ੍ਹਾਂ ਨਾਲ ਇਹਦੀ ਸਮਾਪਤੀ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਫਿਰ ਤੋਂ। ਇਹ ਜਿਹੜਾ ਆਪਾਂ ਕੰਮ ਕਰ ਰਹੇ ਹਾਂ ਜੀ, ਤੁਹਾਡੇ ਆਈਡੀਆਜ਼ ਨੇ, ਜਿਹੜੇ ਤੁਹਾਡਾ ਜਿਹੜਾ ਇੰਨਾ ਵੱਡਾ ਖਜ਼ਾਨਾ ਹੈ, ਆਪਾਂ ਉਹਨੂੰ ਇਕੱਠਾ ਕਰ ਰਹੇ ਹਾਂ। ਫਿਊਚਰ ਦੇ ਵਿੱਚ ਸਾਡੇ ਵਰਗੇ ਲੋਕਾਂ ਵਾਸਤੇ ਕੰਮ ਆਏਗਾ ਉਹ। ਤਾਂ ਮੈਂ ਤਾਂ ਫਿਰ ਉਹੀ ਗੱਲ ਕਿ ਲਾਲਚੀ ਹੋ ਜਾਂਦਾ ਬੈਠਾ, ਤਾਂ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਕਿੰਨਾ ਟਾਈਮ ਲੰਘਦਾ ਪਿਆ। ਦੋਸਤੋ, ਇਹ ਪਤਾ ਨਹੀਂ ਕਿਉਂ ਇਹ ਜਿਹੜੀਆਂ ਸਰਕਾਰਾਂ ਨੇ ਡਿਸਟਰਬ ਵਿੱਚ ਲੈਂਦੀਆਂ ਨੇ, ਡਿਸਟਰਬ ਰੱਖਦੀਆਂ ਨੇ। ਪੋਲੀਟੀਸ਼ੀਅਨਸ ਦਾ ਆਪਣਾ ਇੱਕ ਏਜੰਡਾ ਹੁੰਦਾ ਹੈ। ਬਟ ਜਿਹੜੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਇਹ ਜਿਹੜੀ ਡਿਸਟਰਬੈਂਸ ਹੈ, ਇਹ ਇੱਕ ਕਹਿ ਲਓ ਕਿ ਸੋਹਣੇ ਇਤਿਹਾਸ ਨੂੰ, ਸੋਹਣੇ ਲਿਟਰੇਚਰ ਨੂੰ, ਸੋਹਣੇ ਸੱਭਿਆਚਾਰ ਨੂੰ, ਸੋਹਣੀਆਂ ਸਕਿੱਲਸ ਨੂੰ, ਸੋਹਣੀਆਂ ਸੌਫਟ ਸਕਿੱਲਸ, ਸੋਹਣੀਆਂ ਸੈਮੀ ਸੌਫਟ ਸਕਿੱਲਸ ਨੂੰ ਜਿਹੜੇ ਧੱਕਾ ਮਾਰਦੀ ਹੈ। ਕਿਉਂਕਿ ਜਿਹੜੀ ਫੁਟਿੰਗ, ਜਿਹੜਾ ਪੋਡੀਅਮ ਹੈ, ਜਾਂ ਜਿਹੜਾ ਤੁਸੀਂ ਕਹਿ ਦਿਓ ਪਲੇਟਫਾਰਮ ਹੈ, ਮਿਲਣਾ ਚਾਹੀਦਾ ਹੈ ਇਹ ਚੀਜ਼ ਜਿਹਦੇ ਸੱਭਿਆਚਾਰ ਦੇ ਜਾਂ ਲਿਟਰੇਚਰ ਦੇ ਪਣਪਣ ਲਈ, ਉਹ ਇਹਨਾਂ ਨੂੰ ਮਿਲ ਨਹੀਂ ਪਾਉਂਦਾ ਹੈਗਾ। ਉਹ ਜਦੋਂ ਨਹੀਂ ਮਿਲ ਪਾਉਂਦਾ ਤਾਂ ਤੁਸੀਂ ਦੇਖ ਲਓ, ਇੱਕ ਪਾਸੇ ਜੋ ਸੀਰੀਆ ਹੈ ਉਹਦੇ ਵਿੱਚ ਇੱਕ ਗ੍ਰਹਿ ਯੁੱਧ ਆਪਦਾ ਚੱਲ ਰਿਹਾ ਹੈ। ਉੱਥੇ ਕਿੱਥੇ ਲਿਟਰੇਚਰ, ਕਿੱਥੇ ਸੌਫਟ ਸਕਿੱਲਸ, ਕਿਹੜੀਆਂ ਸਕਿੱਲਸ ਉੱਥੇ ਆਉਣਗੀਆਂ, ਕਿਹੜੀਆਂ ਸੈਮੀ ਸੌਫਟ ਸਕਿੱਲਸ ਉੱਥੇ ਆਉਣਗੀਆਂ, ਪਣਪਣਗੀਆਂ, ਕੀ ਉਹਨਾਂ ਦਾ ਇਤਿਹਾਸ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਪੜ੍ਹਨਗੀਆਂ। ਇਹ ਸਾਰੀਆਂ ਡਿਸਟਰਬੈਂਸਿਸ ਜਿਹੜੀਆਂ ਪੋਲੀਟੀਸ਼ੀਅਨਸ ਜਿਹੜੀਆਂ ਪੜ੍ਹਾ ਦਿੰਦੇ ਨੇ ਤੁਹਾਡੇ ਅੱਗੇ, ਉਹ ਇੱਕ ਤਰ੍ਹਾਂ ਦਾ ਉਹ ਹੱਤਿਆ ਹੋ ਜਾਂਦੀ ਹੈ ਸਾਡੇ ਪ੍ਰੈਜ਼ੈਂਟ ਦੀ। ਜਿਹੜਾ ਸਾਡਾ ਪ੍ਰੈਜ਼ੈਂਟ ਆਉਣ ਵਾਲੇ ਸਮੇਂ 'ਚ ਸਾਡਾ ਪਾਸਟ, ਸਾਡੀ ਹਿਸਟਰੀ ਬਣਨੀ ਆ, ਉਹ ਖਤਮ ਹੋ ਜਾਂਦੀ ਹੈ। ਦੂਜੇ ਪਾਸੇ ਤੁਸੀਂ ਦੇਖੋ, ਜਿਹੜੇ ਜਿੱਥੇ ਡਿਸਟਰਬੈਂਸ ਨਹੀਂ ਰਹੇਗੀ ਪਹਿਲੇ ਸਮਿਆਂ ਦੇ ਵਿੱਚ, ਬਾਬਾ ਹੁਣ ਆਪਾਂ ਗੱਲ ਕਰ ਲਈਏ, ਇੱਕ ਇੰਗਲੈਂਡ ਦੇ ਵਿੱਚ ਇੰਨਾ ਸਾਰਾ ਜਿਹੜਾ ਲਿਟਰੇਚਰ ਦੇਖੋ ਕਿੰਨਾ ਹੋਇਆ ਹੈ। ਜੇਕਰ ਆਪਾਂ ਸਭ ਤੋਂ ਵੱਡੇ ਜਿਹੜਾ ਲਿਟਰੇਚਰ ਦੇ ਵਿੱਚ ਮੰਨੇ ਜਾਂਦੇ ਵਿਲੀਅਮ ਸ਼ੇਕਸਪੀਅਰ ਜੀ, ਉਹਨਾਂ ਦੀ ਗੱਲ ਕਰ ਲਈਏ ਆਪਾਂ, ਉਹਨਾਂ ਨੇ ਕਾਫੀ ਸਾਰੇ ਉਹਨਾਂ ਦੇ ਜਿਹੜੇ ਸੋਨੇਟਸ ਜਾਂ ਉਹਨਾਂ ਦੇ ਜਿਹੜੇ ਲੇਖ ਆਪਣੇ ਦੂਜੇ ਉਹਨਾਂ ਦੇ ਡਰਾਮਾ ਨੇ, ਉਹਨਾਂ ਦੇ ਵੱਡੇ ਗੱਲ ਕਰ ਲਈਏ ਆਪਾਂ ਹੈਮਲੇਟ ਦੀ, 1599 ਤੋਂ ਲੈ ਕੇ 1602 ਤੱਕ 4 ਸਾਲਾਂ ਦੇ ਵਿੱਚ ਲਿਖਿਆ ਗਿਆ। ਮੈਕਬੈਥ ਤੋਂ ਬਾਅਦ ਚ ਲਿਖਿਆ ਗਿਆ ਸੀ 1606 ਦੇ ਲੈ ਕੇ। ਹੁਣ ਉਹ ਡਿਸਟਰਬੈਂਸ ਨਹੀਂ ਸੀਗੀ। ਕਿੰਨਾ ਸੋਹਣਾ ਉਹਨਾਂ ਨੇ ਲਿਟਰੇਚਰ ਜਿਹੜਾ ਆਇਆ। ਮੈਕਬੈਥ ਨੂੰ ਤਾਂ ਅਜੇ ਤੱਕ ਵੀ ਕਹਿ ਦਿੱਤਾ ਜਾਂਦਾ ਕਿ ਸੌਰੀ ਆਪਣੇ ਨੂੰ ਹੈਮਲੇਟ ਨੂੰ ਕਿ ਮੋਨਾਲਿਸਾ ਹੈ, ਜੋ ਲਿਓਨਾਰਡੋ ਡਾ ਵਿੰਚੀ ਦੀ ਮੋਨਾਲਿਸਾ ਲਿਟਰੇਚਰ ਦੀ, ਕਿ ਹਜੇ ਤੱਕ ਵੀ ਇਹਦਾ ਉਦਾਂ ਹੀ ਆਨੰਦ ਆ ਰਿਹਾ। ਜੋ ਚੀਜ਼ਾਂ ਨਿਕਲ ਕੇ ਆ ਰਹੀਆਂ, ਜਿਵੇਂ ਉਹਦੇ ਮੋਨਾਲਿਸਾ ਦੇ ਪਰ ਪੱਟੇ ਨਹੀਂ ਸੀਗੇ, ਆਈਬ੍ਰੋ ਨਹੀਂ ਸੀਗੇ, ਉਹਦੇ ਮੂੰਹ ਤੇ ਸਮਾਈਲ ਲੈ ਕੇ ਨਹੀਂ ਹੈ। ਕਿੰਨੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਹਜੇ ਤੱਕ ਉਹਦੇ ਵਿੱਚੋਂ ਨਿਕਲ ਕੇ ਆ ਰਹੀਆਂ। ਮੈਂ ਗੱਲ ਕਰ ਰਿਹਾ ਕਿ ਸੋਹਣਾ ਲਿਟਰੇਚਰ ਜਿਹੜਾ ਸੋਹਣਾ ਜਿਹੜਾ ਉਹ ਸਦਾ ਲਈ ਸੋਹਣਾ ਰਹਿੰਦਾ ਹੈ। ਬਿਊਟੀ ਇਜ਼ ਜੋਏ ਫॉर ਐਵਰ, ਉਹ ਲਿਖਿਆ ਉਦੋਂ ਜਾਂਦਾ ਜਦੋਂ ਕਿ ਸੋਹਣਾ ਫੁਟਿੰਗ, ਸੋਹਣਾ ਤੁਸੀਂ ਕਹਿ ਲਓ ਪਲੇਟਫਾਰਮ ਆਪਣੇ ਲੋਕਾਂ ਨੂੰ ਦਿੱਤਾ ਜਾਏ, ਜਨਤਾ ਦੇ ਵਿੱਚ ਆਪਸ ਦੇ ਵਿੱਚ ਸ਼ਾਂਤੀ ਹੋਵੇ। ਜਿਹੜੀ ਹੈ ਆਪਾਂ ਹੋਰ ਲਾ ਲਈਏ ਨਾਲ ਕਿ ਨੋਬੈਲ ਪ੍ਰਾਈਜ਼ ਤੁਸੀਂ ਦੇਖੋ ਅਫਰੀਕਨ ਕੰਟੀਨੈਂਟਲ ਨੂੰ ਕਿੰਨੇ
ਜਿਹੜੇ ਨੋਬੇਲ ਪ੍ਰਾਈਜ਼ ਉੱਥੋਂ ਬਣੇ ਨੇ, ਲੇਕਿਨ ਜਿਹੜੇ ਯੂਰਪ ਹੈ, ਯੂਰਪ ਦੇ ਨੋਬੇਲ ਪ੍ਰਾਈਜ਼ ਜ਼ਿਆਦਾ ਨੇ। ਅਮਰੀਕਾ ਦੇ ਬਾਅਦ ਦੇ ਵਿੱਚ ਆਉਣ ਲੱਗੇ, ਕਿਉਂਕਿ ਅਮਰੀਕਾ ਵੀ ਤੋਂ ਅੰਗਰੇਜ਼ਾਂ ਨੇ ਵਸਾਇਆ 1626 ਦੇ ਵਿੱਚ, ਉਹ ਮੇ ਫਲਾਵਰ ਜਹਾਜ਼ ਦੇ ਉੱਤੇ ਜਦੋਂ ਇਹ ਗਏ ਸੀਗੇ ਉੱਥੇ। ਤੋਂ ਫਿਰ ਆਪਾਂ ਗੱਲ ਨੂੰ ਜ਼ਿਆਦਾ ਹੋਰ ਲੰਮਾ ਨਾ ਲੈ ਜਾਈਏ ਕਿ ਜਿਹੜੀ ਆਪਾਂ ਨੂੰ ਖੁਦ ਨੂੰ ਕ੍ਰਿਟੀਕਲ ਹੋਣਾ ਪਏਗਾ, ਇਸ ਦੇ ਬਾਰੇ ਸੋਚਣਾ ਪਏਗਾ ਕਿ ਕੀ ਸਹੀ ਹੈ ਔਰ ਸੱਚਾ ਸਹੀ ਹੈ। ਇਹ ਨਹੀਂ ਹੈ ਕਿ ਇੱਕ ਪੋਲੀਟੀਕਲ ਪਾਰਟੀ ਦੇ ਹਿਸਾਬ ਦੇ ਨਾਲ ਸਹੀ ਹੈ, ਸੱਚਾ ਸਹੀ ਹੈ। ਕ੍ਰਿਟੀਕਲੀ ਆਪਾਂ ਨੂੰ ਖੁਦ ਨੂੰ ਵਾਚਣਾ ਪਏਗਾ ਉਹਨੂੰ। ਇਹ ਜਿਹੜੀਆਂ ਕਿਤਾਬਾਂ ਨੇ, ਬੁੱਕ, ਸੋਹਣਾ ਲਿਟਰੇਚਰ ਹੈ, ਇਹ ਸਾਨੂੰ ਇਹਨਾਂ ਚੀਜ਼ਾਂ ਨੂੰ ਵਾਚਣ ਦੇ ਵਿੱਚ ਬੜਾ ਹੈਲਪਫੁਲ ਹੁੰਦਾ ਹੈ। ਆਸ ਕਰਦੇ ਹਾਂ ਕਿ ਤੁਹਾਨੂੰ ਇਹ ਚੀਜ਼ ਜਿਹੜੀ ਤੁਸੀਂ ਹੋਲਿਸਟਿਕ ਇਹਦਾ ਸਪੈਕਟਰਮ, ਵੱਡਾ ਦਾਇਰਾ ਇਹਦਾ, ਉਹ ਚੀਜ਼ ਨੂੰ ਤੁਸੀਂ ਸਮਝਦੇ ਹੋਗੇ, ਇਹਨੂੰ ਖੁਦ ਵੀ ਇੰਜੋਏ ਕਰੋਗੇ ਆਉਣ ਵਾਲੇ ਸਮੇਂ ਦੇ ਵਿੱਚ। ਜਿਹੜੀ ਆਉਣ ਵਾਲੀਆਂ ਉਹਨਾਂ ਨੂੰ ਵੀ ਤੁਸੀਂ ਇਹ ਚੀਜ਼ ਦੀ ਜ਼ਰੂਰ ਉਹਨਾਂ ਨਾਲ ਸਾਂਝੀ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜੇ ਰਹਿਣ ਲਈ। ਆਸ ਕਰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜੀਆਂ ਗੱਲਾਂ ਨੇ, ਕਿਉਂਕਿ ਅੰਮ੍ਰਿਤ ਵਾਲਾ ਕਨਸੈਪਟ ਜਿਹੜਾ ਮਹਿਬੂਬ ਸਾਹਿਬ ਦੀ ਬੁੱਕ ਵਾਲਾ, ਇਹ ਜਿਹੜਾ ਬਹੁਤ ਜਲਦੀ ਸਮਾਪਤੀ ਵੱਲ ਜਾ ਰਿਹਾ ਹੈ, ਤੇ ਨਵੇਂ ਅਸੀਂ ਜਿਹੜੇ ਬਹੁਤ ਜ਼ਿਆਦਾ ਐਕੈਡੈਮਿਕਲੀ ਸਟਰੋਂਗ, ਲਿਟਰੇਚਰ ਪੱਖ ਤੋਂ ਜਿਹੜੇ ਸਟਰੋਂਗ ਬਾਬਾ ਜੀ ਸਾਨੂੰ ਦੱਸਣ। ਤੇ ਜਿਉਂਦੇ ਵਸਦੇ ਰਹੋ ਦੋਸਤੋ, ਸਤਿ ਸ਼੍ਰੀ ਅਕਾਲ।